सत श्री अकाल, सलाम, नमस्कार, आदाब, सब सत्कार है सज्जनों नूं जो इस वक्त जिंदगी के रंगां ते वादियां तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सज्जनों का स्वागत करदा। भारती समा 7:37 हो चुके ने ते दिन है अज मंगलवार 2 अगस्त सन 2022। आप सब सज्जनों का पटियाला स्टूडियो तो परमिंदर सिंह टिवाणा वालों शाम की सवा दे टिवाणा लाइव प्रोग्राम दे विच हार्दिक स्वागत। सोमवार तो शनिवार सवेरे 6 तो 8 ते शाम नूं 7:30 तो 9:30 तुहाडे नाल लाइव मुलाकात हुंदी है। राजनीतिक चर्चा दे वास्ते एडवोकेट सुरेंद्र सिंह अपने नाल जुड़दे ने ते तुसी अपने इन्हां प्रोग्रामां नूं अपनी वैबसाइट tiwanaradio.com दे जरिए लाइव सुन सकते हो। अपनी वैबसाइट ते पंजाबी च खबरां भी पढ़ सकते हो। लाइव शाम नूं अपडेट हो जांदियां ते इस तो इलावा उत्थे तुहानूं अपने आईफोन ते एंड्रायड ऐप्स दे लिंक मिलणगे। ऐप्स इंस्टॉल करो। टिवाणा रेडियो दा फेसबुक ते यूट्यूब पेज दा लिंक मिलेगा। लाइक करो, बैल आइकन दबाओ, अगे शेयर करो ते इस प्रोग्राम दा यूट्यूब दा ते फेसबुक दा लिंक अगर अपने WhatsApp नंबर ते मंगवाउणा तां अपने WhatsApp ग्रुप दे विच तुसीं शामिल हो सकदे हो ते उस ग्रुप दे विच शामिल होने वास्ते नंबर अपना उही है, पटियाला स्टूडियो दा नंबर है। मेरा संपर्क नंबर भी यही है जिस नंबर ते तुसीं प्रोग्राम दे विच लाइव कॉल भी करदे हो। वो नंबर है 98 763 096 55 9876309655 98 763 096 55। ਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਫੋਨ ਤੇ ਸੁਣਨਾ ਤਾਂ ਕਾਲ ਟੂ ਲਿਸਨ ਨੰਬਰ 667 930 9260 है। उस नंबर ਤੇ डायल करके भी रेडियो सुन सकते हो। इस ही प्रोग्रामां ਦੇ ਮੁਤਲਕ ਜਾਣਕਾਰੀਆਂ ਅੱਜ 18 ਸੌਣ ਨਾਨਕਸ਼ਾਹੀ ਸੰਮਤ 554 2 ਅਗਸਤ सन 2022 मंगलवार ਦੀ ਸੌਣ ਦੀ ਸ਼ਾਮ है ਤੇ ਕਦੇ ਮੁੜਕਾ ਕਦੇ ਠੰਡੀ ਵਾਹ ਇਸ ਤਰ੍ਹਾਂ ਦੇ ਹਾਲਾਤ ਸੌਣ ਮਹੀਨੇ ਦੇ ਦੌਰਾਨ ਚੱਲਦੇ ਨੇ ਤੇ ਸੌਣ ਇਸ ਵਾਰੀ ਕਾਫੀ ਭਰਮਾ ਲੱਗ ਰਿਹਾ। ਹਾਲਾਂਕਿ ਕਈ ਇਲਾਕਿਆਂ 'ਚ ਪਾਣੀ ਦੀ ਦਿੱਕਤ ਵੀ ਫਸਲਾਂ ਨੂੰ ਆ ਰਹੀ ਹੈ। ਰੱਬ ਦੇ ਰੰਗ ਨੇ, ਪਰਮੇਸ਼ਰ ਦੀ ਮਾਇਆ, ਕਿਤੇ ਧੁੱਪ ਤੇ ਕਿਤੇ ਛਾਇਆ, ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਭਾਰਤ 6 ਮੌਸਮਾਂ ਦਾ ਮੁਲਕ ਹੈ। ਕੁਦਰਤ ਦੇ ਵੱਖੋ ਵੱਖਰੇ ਰੰਗ ਨੇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਤੇ ਇਸ ਦੌਰਾਨ ਜਿਹੜੀਆਂ ਪ੍ਰਾਪਤੀਆਂ ਨੇ ਕਿ ਮਿਹਨਤਕਸ਼ ਲੋਕ ਹਮੇਸ਼ ਜ਼ਿੰਦਗੀ 'ਚ ਕੁਛ ਨਾ ਕੁਛ ਕਰਦੇ ਨੇ। ਅੱਜ ਬਹੁਤ ਸਾਰੀਆਂ ਪੋਸਟਾਂ ਪਈਆਂ ਨੇ। ਨਾਭਾ ਇਲਾਕੇ ਦੇ ਪਿੰਡ ਮਹਿਸ ਹੈਗਾ ਤੇ ਉੱਥੋਂ ਦੀ 25 ਵਰਿਆਂ ਦੀ ਹਰਜਿੰਦਰ ਕੌਰ ਨੇ ਜਿਹੜਾ 71 ਕਿਲੋਗ੍ਰਾਮ ਦੇ ਵਿੱਚ ਵੇਟ ਲਿਫਟਿੰਗ ਦੇ ਵਿੱਚ ਕਾਂਸੀ ਦਾ ਤਗਮਾ ਕੁੱਟਿਆ। ਸਾਰੀ ਦੁਨੀਆ 'ਚ ਨਾਂ ਰੌਸ਼ਨ ਕੀਤਾ। ਕਿਸਾਨ ਹੈ ਜਿਹਦੀ ਜ਼ਮੀਨ ਨਹੀਂ ਹੈ, ਸਾਹਿਬ ਸਿੰਘ, ਤੇ ਉਹਨਾਂ ਦੀ ਸ਼ਰੀਕੇ ਹਯਾਤ ਹੈ ਕੁਲਦੀਪ ਕੌਰ ਜਿਸ ਦੀ ਛੋਟੀ ਧਿਆਣੀ ਹੈ ਹਰਜਿੰਦਰ ਕੌਰ ਜਿਸ ਨੇ ਪ੍ਰਾਪਤੀ ਕੀਤੀ ਹੈ। ਨਾਭਾ ਦਾ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੋਂ ਦੀ ਹਰਜਿੰਦਰ ਕੌਰ ਇੱਕ ਵੱਡੀ ਦੀ ਖਿਡਾਰਨ ਦੀ ਵੱਡੀ ਭੈਣ ਪਰਵਿੰਦਰ ਕੌਰ ਹੈ ਜਿਹੜੀ ਉਸਨੇ ਦੱਸਿਆ ਕਿ ਘਰ ਦੇ ਵਿੱਤੀ ਹਾਲਤਾਂ ਕਰਕੇ ਉਸਨੂੰ ਕਾਲਜ ਦੇ ਵਿੱਚ ਦਾਖਲਾ ਦਿਵਾਉਣਾ ਵੀ ਔਖਾ ਹੋ ਰਿਹਾ ਸੀ, ਪਰ ਖੇਡਾਂ ਦੇ ਵਿੱਚ ਮੋਹਰੀ ਹੋਣ ਕਰਕੇ ਉਸਨੂੰ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਕਬੱਡੀ ਸੈਂਟਰ ਦੇ ਵਿੱਚ ਦਾਖਲਾ ਮਿਲ ਗਿਆ। ਇਹ ਮੇਰੇ ਖਿਆਲ STPC ਦੇ ਅਧੀਨ ਕਾਲਜ ਹੈ। ਸਾਡੇ ਵੀ ਕੁਝ ਦੋਸਤ ਮੇਰੇ ਤੇ ਸੁਰਿੰਦਰ ਜੀ ਦੇ ਇਸ ਕਾਲਜ ਦੇ ਵਿੱਚ ਲੱਗੇ ਨੇ। ਤੇ ਗੱਲ ਇਹ ਹੈ ਕਿ ਜੇ ਸਰਕਾਰਾਂ ਬਾਂਹ ਫੜਨ, NGO ਬਾਂਹ ਫੜਨ ਜਾਂ ਧਰਮਾਂ ਵਾਲੇ ਲੋਕ ਸਿਰਫ ਪੂਜਾ ਦੇ ਨਾਲੋਂ ਕੁਝ ਪੜ੍ਹਾਈ ਬਾਰੇ ਵੀ ਕੰਮ ਕਰਨ ਤਾਂ ਕਈ ਬੱਚੇ ਚਮਕ ਜਾਂਦੇ ਨੇ। ਪਰਮਜੀਤ ਸ਼ਰਮਾ ਉਸ ਦੇ ਕੋਚ ਨੇ ਜਿਸ ਨੇ ਹਰਜਿੰਦਰ ਕੌਰ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਉਸ ਨੂੰ ਵੇਟ ਲਿਫਟਿੰਗ ਲਈ ਪ੍ਰੇਰਿਤ ਕੀਤਾ ਕਿਉਂਕਿ ਪਿੰਡ ਦੇ ਚੌੜੇ ਕੱਚੇ ਪਹੇ ਤੇ 2 ਕਮਰਿਆਂ ਦਾ ਮਕਾਨ ਹੈ। ਹਰਜਿੰਦਰ ਦਾ ਵੱਡਾ ਭਰਾ ਪ੍ਰਿਤਪਾਲ ਨੇ ਉਹ ਟੋਕੇ ਵਾਲੀ ਮਸ਼ੀਨ ਵੀ ਦਿਖਾਈ ਹੈ ਜਿੱਥੇ ਸਕੂਲੋਂ ਆ ਕੇ ਇਹ ਹਰਜਿੰਦਰ ਕੌਰ ਮੱਝਾਂ ਦੇ ਵਾਸਤੇ ਟੋਕਾ ਕੱਟਦੀ ਸੀ ਕਹਿ ਦਿੰਦੇ ਇਹਨੂੰ। ਤੇ ਇਹਦੇ ਮਰਹੂਮ ਦਾਦਾ ਸ਼ਿੰਗਾਰਾ ਸਿੰਘ ਵੰਡ ਦੇ ਸਮੇਂ ਪਾਕਿਸਤਾਨ ਤੋਂ ਆਏ ਸਨ ਤੇ ਹਰਜਿੰਦਰ ਦੇ ਪਿਤਾ ਤੇ ਮਾਤਾ 5-6 ਮੱਝਾਂ ਰੱਖੀਆਂ ਨੇ, ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ। ਸੋ ਅੱਜ ਦੁਨੀਆ ਦੇ ਵਿੱਚ ਉਸਨੇ ਆਪਣਾ ਨਾਂ ਚਮਕਾਇਆ। ਅੱਜ ਜਿਸ ਤਰ੍ਹਾਂ ਡਿਪਰੈਸ਼ਨ ਵੱਧ ਰਿਹਾ ਲੋਕਾਂ 'ਚ, ਖਾਂਦੇ ਪੀਂਦੇ ਲੋਕ ਰੱਬ ਨੂੰ ਟੱਬ ਦੱਸਦੇ ਨੇ
ਕਿਤੇ ਨਾ ਕਿਤੇ ਅਜਿਹੇ ਲੋਕਾਂ ਦੀ ਜ਼ਿੰਦਗੀ ਤੋਂ ਕੁਝ ਸਿੱਖ ਲੈਣ। ਤੇ ਸਭ ਤੋਂ ਵੱਧ ਸਿੱਖਣ ਦੀ ਲੋੜ ਹੈ ਸਰਕਾਰਾਂ ਨੂੰ। ਇੱਕ ਪਹਿਲਾਂ ਵੀ ਇੱਕ ਖਿਡਾਰੀ ਸੀ ਜਿਹੜਾ ਪਾਨ ਵੇਚਦਾ ਸੀਗਾ, ਪਾਨ ਵਾਲੀ ਦੁਕਾਨ ਚਲਾਉਂਦਾ ਸੀ, ਤੇ ਉਸਨੇ ਵੀ ਇਹਨਾਂ ਖੇਡਾਂ ਦੇ ਵਿੱਚ ਹੀ ਮੈਡਲ ਕੁੱਟਿਆ। ਸੋ ਜਿਸ ਤਰ੍ਹਾਂ ਗੁਰਬਾਖ ਨੇ ਨੱਚਣ ਕੁੱਦਣ ਮਨ ਕਾ ਚਾਓ, ਹੱਸਣ ਖੇਡਣ ਮਨ ਕਾ ਚਾਓ ਫੋਕਲੋਰ ਹੈ, ਤੇ ਇਸ ਕਰਕੇ ਜਿਹੜਾ ਗੁਰੂ ਸਾਹਿਬਾਨ ਨੇ ਵੀ ਤੇ ਕ੍ਰਿਸ਼ਨ ਜੀ ਦੇ ਵਕਤ ਵੀ ਮੱਲ ਯੁੱਧ ਹੁੰਦੇ ਰਹੇ, ਤੇ ਉਸ ਦੌਰਾਨ ਖੇਡਾਂ ਜ਼ਿੰਦਗੀ ਦਾ ਸਰਮਾਇਆ ਨੇ। ਜ਼ਿੰਦਗੀ 'ਚ ਬੰਦਾ ਜੋ ਆਨੰਦ ਖੇਡ 'ਚ ਲੈਂਦਾ ਸ਼ਾਇਦ ਕਿਸੇ ਹੋਰ ਚੀਜ਼ ਨਹੀਂ ਲੈਂਦਾ। ਤੇ ਇਸ ਦੌਰਾਨ ਕਿਤੇ ਨਾ ਕਿਤੇ ਖੇਡਾਂ ਦੇ ਬਾਰੇ ਜਿਹੜੀਆਂ ਧਾਰਮਿਕ ਸੰਸਥਾਵਾਂ ਕੰਮ ਕਰਦੀਆਂ ਨੇ ਜਾਂ ਐਜੂਕੇਸ਼ਨਲ ਸੰਸਥਾਵਾਂ ਕੰਮ ਕਰਦੀਆਂ ਨੇ, ਸਰਕਾਰਾਂ ਕੰਮ ਕਰਦੀਆਂ ਨੇ, ਖਾਸ ਕਰਕੇ ਸਿੱਖਿਆ ਦੇ ਨਾਲ ਨਾਲ ਸਪੋਰਟਸ ਦੇ ਪਾਸੇ ਜਿਨ੍ਹਾਂ ਦਾ ਕੋਈ ਨਾ ਕੋਈ ਯੋਗਦਾਨ ਹੈ, ਜ਼ਰੂਰ ਉਹ ਲੋਕ ਵਧਾਈ ਦੇ ਪਾਤਰ ਨੇ ਕਿ ਅੱਜ ਦੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਹਰਜਿੰਦਰ ਕੌਰ ਵਰਗੀਆਂ ਧਿਆਣੀਆਂ ਇਹਨਾਂ ਨਾਮ ਨਾਲ ਖੱਟ ਸਕਦੀਆਂ ਨੇ। ਦੂਰ ਦਰਾਡੇ ਗੁਰਬਤ ਮਾਰੇ ਘਰਾਂ 'ਚੋਂ ਪਿੰਡਾਂ 'ਚੋਂ ਵਸਦੀਆਂ ਇਹ ਧਿਆਣੀਆਂ ਦੀਆਂ ਧਮਕਾਂ ਅੱਜ ਵਿਸ਼ਵ ਦੇ ਵਿੱਚ ਪੈ ਰਹੀਆਂ ਨੇ। ਜੇ ਇਹਨਾਂ ਨੂੰ ਬਿਹਤਰ ਮੌਕਾ ਮਿਲੇ ਤਾਂ ਇਸ ਤੋਂ ਵੀ ਜ਼ਿਆਦਾ ਕਰ ਸਕਦੀਆਂ ਨੇ। ਪਰ ਗੱਲ ਇਹ ਹੈ ਉਹ ਭਾਈ ਭਤੀਜਾਵਾਦ ਬੰਦੇ ਨੂੰ ਲੈ ਡੋਬਦਾ। ਹਾਲਾਂਕਿ ਫੋਕਲੋਰ ਕਹਿੰਦਾ ਕਿ ਭਤੀਜਾ ਤੀਜਾ ਹੁੰਦਿਆਂ ਦੇਰ ਨਹੀਂ ਲੱਗਦੀ, ਹਨਾ। ਤੇ ਕੁੜੀਆਂ ਵੀ ਬੋਲੀਆਂ ਪਾਉਂਦੀਆਂ ਨੇ ਕਿ ਸ਼ੱਕਾਂ ਪੂਰਦੇ ਅੰਮਾਂ ਦੇ ਜਾਏ ਚਾਚੇ ਤਾਏ ਮਤਲਬ ਦੇ। ਪਰ ਫਿਰ ਵੀ ਇਹ ਜਿਹੜੇ ਬੁਨਿਆਦੀ ਰਿਸ਼ਤੇ ਨੇ, ਇਹ ਰਿਸ਼ਤਿਆਂ ਦੇ ਵਿੱਚ ਕਈ ਵਾਰੀ ਅਸੀਂ ਇੰਨਾ ਵਹਿ ਜਾਂਦੇ ਹਾਂ ਕਿ ਜਿਹੜੇ ਕਾਬਲ ਲੋਕ ਨੇ ਉਹਨਾਂ ਨੂੰ ਵੀ ਨਕਾਰ ਦਿੰਦੇ ਹਾਂ ਆਪਣੇ ਧੀਆਂ ਪੁੱਤਰਾਂ ਭਤੀਜਿਆਂ ਭਾਣਜਿਆਂ ਦੇ ਖਾਤਰ। ਸੋ ਇਹ ਵਾਕਈ ਵਧਾਈ ਦੇ ਪਾਤਰ ਨੇ। ਅੱਜ ਜਿਵੇਂ ਲੋਕ ਨਿਰਾਸ਼ਾ ਨਾਲ ਭਰੇ ਪਏ ਨੇ, ਡਿਪਰੈਸ਼ਨ ਆਇਆ, ਤੇ ਖਾਸ ਕਰਕੇ ਜਿਹੜਾ ਹਾਲਾਤ ਨੇ, ਅਸੀਂ ਜਿਹੜੀਆਂ ਇਹਨਾਂ ਰਵਾਇਤੀ ਖੇਡਾਂ ਨੂੰ ਛੱਡ ਕੇ, ਇਹਨਾਂ ਖੇਡਾਂ ਨੂੰ ਛੱਡ ਕੇ ਬੈਡਾਂ ਤੱਕ ਸੀਮਤ ਹੋ ਗਏ ਹਾਂ। ਬੈੱਡ ਤੇ ਬੈਠ ਕੇ ਜਿਹੜੀਆਂ ਸੈੱਲ ਫੋਨ ਤੇ ਕੰਪਿਊਟਰ ਲੈਪਟਾਪ ਗੈਜਟ ਤੇ ਖੇਡਾਂ ਖੇਡਦੇ ਹਾਂ, ਉਹਨਾਂ ਨੇ ਸਾਨੂੰ ਜ਼ਿੰਦਗੀ ਦੀ ਇਸ ਖੇਡ ਤੋਂ ਤੋੜ ਦਿੱਤਾ। ਤੇ ਸਰੀਰਕ ਤੌਰ ਤੇ ਅਸੀਂ ਕਮਜ਼ੋਰ ਹੋ ਰਹੇ ਹਾਂ, ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋ ਰਹੇ ਹਾਂ। ਉਹ ਬਹੁਤ ਸਾਰੇ ਕਾਰਨ ਨੇ ਜਿਹੜੇ ਸ਼ਾਇਦ ਸਾਨੂੰ ਗਰਾਊਂਡ ਨਾਲ ਜੁੜ ਕੇ ਸਿੱਖਣ ਨੂੰ ਮਿਲਦੇ ਨੇ। ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੀ ਇਸ ਹਰਜਿੰਦਰ ਨੂੰ ਉਸਦੇ ਕੋਚ ਪਰਮਜੀਤ ਸ਼ਰਮਾ ਨੇ ਬਹੁਤ ਪ੍ਰੇਰਨਾ ਦਿੱਤੀ ਸੀ। ਸੋ ਇਸ ਕਰਕੇ ਟੈਲੈਂਟ ਲੱਭਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਟੈਲੈਂਟ ਤਰਾਸਦੀਆਂ ਦੀ ਟ੍ਰੈਜਡੀਆਂ ਦੀ ਭੇਟ ਚੜ ਜਾਂਦਾ। ਸੁਰਿੰਦਰ ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਸੁਰਿੰਦਰ ਜੀ, ਮੈਂ ਜ਼ਿਕਰ ਕਰ ਰਿਹਾ ਸੀ ਇਹਨਾਂ ਵੇਟ ਲਿਫਟਿੰਗ ਭਾਰ ਚੁੱਕ ਮੁਕਾਬਲਿਆਂ ਦੀ ਖਿਡਾਰਨ ਦਾ, ਕਿਉਂਕਿ ਪਿੰਡਾਂ 'ਚ ਆਮ ਵੇਖਿਆ ਕਿ ਬਹੁਤ ਸਾਰੀਆਂ ਮਿਹਨਤਕਸ਼ ਬੀਬੀਆਂ ਭੈਣਾਂ ਸਾਡੀਆਂ ਮਾਈਆਂ ਕਿਵੇਂ ਗਿੱਲੀਆਂ ਵੱਟਾਂ ਤੋਂ ਜਿੱਥੇ ਪੈਰ ਤਿਲਕਦੇ ਨੇ ਤੇ ਉਹਨਾਂ ਵੱਟਾਂ ਤੇ ਕਿਸਾਨ ਵੀ ਕਈ ਵਾਰੀ ਮੁਸ਼ਕਲ ਨਾਲ ਤੁਰ ਨਹੀਂ ਪਾਉਂਦੇ ਜਿਹੜੇ ਜ਼ਿਆਦਾ ਆਰਾਮ ਪ੍ਰਸਤ ਹੁੰਦੇ ਨੇ। ਪਰ ਇਹ ਮਿਹਨਤਕਸ਼ ਮਜ਼ਦੂਰ ਔਰਤਾਂ ਨੂੰ ਕਦੇ ਵੇਖੋ ਕਿ ਐਡੀਆਂ ਐਡੀਆਂ ਘਾਹ ਦੀਆਂ ਪੰਡਾਂ ਇਸ ਸਾਉਣ ਮਹੀਨੇ ਦੇ ਦੌਰਾਨ ਚੁੱਕ ਕੇ 1.5 2 3 ਕਿਲੋਮੀਟਰ ਤੁਰੀਆਂ ਆਉਂਦੀਆਂ ਨੇ। ਤੁਸੀਂ ਵੀ ਇੱਕ ਫੋਟੋ ਪਾਈ ਸੀ ਕਿ ਕਾਲਰ ਦੇ ਪਿਛਲੇ ਪਾਸੇ ਦਾਤੀਆਂ ਟੁੰਗੀਆਂ ਨੇ ਤੇ ਕਿਵੇਂ ਸੌਂਖਾ ਜਾਂ ਹੋਰ ਨਦੀਨ ਕਿਸਾਨ ਕੱਢਦੇ ਨੇ। ਸੋ ਇਸ ਕਰਕੇ ਕਿ ਜੇ ਮੌਕਾ ਮਿਲੇ ਇਹਨਾਂ ਲੋਕਾਂ ਨੂੰ ਤੇ ਬਹੁਤ ਕੁਝ ਹੋ ਸਕਦਾ, ਪਰ ਉਹ ਭਾਈ ਭਤੀਜਾਵਾਦ ਜਾਂ ਸਰਕਾਰਾਂ ਦੇ ਮਾੜੇ ਪ੍ਰਬੰਧ, ਮੇਰੇ ਖਿਆਲ ਹੈ ਇਹਨੂੰ ਜਿਹੜਾ ਆਪਣੇ ਉਹ ਹੁੰਦਾ ਸੀਗਾ ਕਿ ਇਹਦਾ ਆਪਣੇ ਨਾਲ ਹੀ ਸੀ ਹਰਜਿੰਦਰ ਪੰਜਾਬੀ ਦੇ ਜਿਹੜੇ ਮੇਰੇ ਖਿਆਲ ਆਨੰਦਪੁਰ ਸਾਹਿਬ ਨੇ, ਹਨਾ, ਤੇ ਬਲਿੰਗ ਸਾਹਿਬ, ਹਾਂ। ਅਬ ਉਹ ਉਸ ਕਾਲਜ 'ਚ ਇਹਨੂੰ ਕਬੱਡੀ ਦੇ ਵਿੱਚ ਮੌਕਾ ਮਿਲਿਆ ਕੈਂਪ ਦੇ ਵਿੱਚ, ਤੇ ਕਾਲਜ ਦਾਖਲਾ ਨਹੀਂ ਸੀ ਹੋ ਸਕਿਆ। ਤੇ ਅੱਜ ਹਰਜਿੰਦਰ ਨੇ ਜੋ ਨਾਮਣਾ ਖੱਟਿਆ, ਉਹਦੇ ਲਈ ਹੁਣ ਹਰ ਬੰਦਾ ਆਪਣਾ ਹਾਸਲ ਕਰਨਾ ਚਾਹੁੰਦਾ ਕਿ ਹਾਂ ਅਸੀਂ ਵੀ ਇਹ ਕੀਤਾ ਕਿ ਦੁੱਧ ਵੇਚ ਕੇ ਗੁਜ਼ਾਰਾ ਕਰਕੇ ਇਸ ਧਿਆਣੀ ਨੇ ਕਿੰਨਾ ਨਾਮਣਾ ਖੱਟਿਆ। ਜ਼ਰੂਰ ਸਰਕਾਰ ਵੱਲੋਂ ਵੀ ਅੱਛੀ ਇਹਦੀ ਸ਼ਲਾਘਾ ਹੋਈ ਹੈ, ਅੱਛੀ ਪੋਸਟ ਤੇ ਪੁੱਜੀ ਹੈ। ਮਸਲਨ ਖਾਨਦਾਨ ਹੀ ਬਦਲ ਜਾਂਦਾ ਜੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀ ਜਾਣ। ਸੋ ਯੁੱਗ ਪਲਟ ਜਾਂਦਾ। ਜਿਵੇਂ ਇੱਕ ਔਰਤ ਪੜ੍ਹ ਜੇ, ਕਹਿੰਦੇ ਪੀੜ੍ਹੀਆਂ ਬਦਲ ਜਾਂਦੀਆਂ ਨੇ। ਕੋਈ ਬੱਚਾ ਇਸ ਤਰ੍ਹਾਂ ਦੀ ਗੇਮ ਦੇ ਵਿੱਚ ਆ ਜਾਂਦਾ, ਸ਼ਾਇਦ ਉਸ ਬੰਦੇ ਦੀਆਂ ਸਦੀਆਂ ਦਾ ਜਿਹੜਾ ਸੰਤਾਪ ਹੈ ਉਹ ਖੁਸ਼ੀਆਂ ਦੇ ਵਿੱਚ, ਸਲਤਨਤਾਂ ਦੇ ਵਿੱਚ ਬਦਲ ਜਾਂਦਾ। ਕੀ ਮਹਿਸੂਸ ਕਰਦੇ ਹੋ ਇਹਨਾਂ ਪ੍ਰਾਪਤੀਆਂ ਤੇ? ਜੀ ਪਰਮਿੰਦਰ, ਗੱਲ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਭਾਈ ਭਤੀਜਾਵਾਦ ਆ ਉਹ ਖਤਮ ਹੋ ਜਾਏ ਤਾਂ ਬਹੁਤ ਕੁਝ ਸੁਧਰ ਸਕਦਾ। ਬਦਕਿਸਮਤੀ ਜਿਹੜੀਆਂ ਮਰਜ਼ੀ ਗੇਮਾਂ ਹੋਣ, ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ ਚਾਹੇ ਇੰਟਰਨੈਸ਼ਨਲ ਲੈਵਲ ਦਾ ਕੋਈ ਵੀ ਕੰਪੀਟੀਸ਼ਨ ਹੋਵੇ, ਚਾਹੇ ਏਸ਼ੀਅਡ ਹੋਣ ਚਾਹੇ ਓਲੰਪਿਕ ਹੋਣ, ਜਿਹੜੇ ਨੂੰ ਮਰਜ਼ੀ ਲੈ ਲਓ, ਹਰ ਜਗ੍ਹਾ ਤੇ ਭਾਈ ਭਤੀਜਾਵਾਦ ਚੱਲਦਾ।
ਇੱਥੋਂ ਤੱਕ ਕਿ ਜਿਹੜੀਆਂ ਬਲਾਕ ਲੈਵਲ ਤੇ ਵੀ ਗੇਮਾਂ ਹੁੰਦੀਆਂ ਨੇ, ਸਕੂਲ ਲੈਵਲ ਤੋਂ ਲੈ ਕੇ ਉਹਨਾਂ ਸਾਰਿਆਂ 'ਚ ਭਾਈ ਭਤੀਜਾਵਾਦ ਚੱਲਦਾ। ਹਰ ਕਹਿੰਦਾ ਕਿ ਸਾਡਾ ਮੁੰਡਾ ਖੜਾ ਦੇ। ਇਹ ਜਦੋਂ ਭਾਈ ਭਤੀਜਾਵਾਦ ਖਤਮ ਹੋ ਜਾਊਗਾ, ਮੈਰਿਟ ਆ ਜਾਏਗੀ ਤੇ ਬਹੁਤ ਕੁਝ ਸਾਹਮਣੇ ਆ ਜਾਏਗਾ। ਇਹ ਬਦਕਿਸਮਤੀ ਆ। ਕੁਝ ਗੇਮਾਂ ਅਜਿਹੀਆਂ ਨੇ ਜਿਹੜੀਆਂ ਕੇਵਲ ਤੇ ਕੇਵਲ ਨਾਂ ਦੀਆਂ ਗੇਮਾਂ ਨੇ, ਜਿਹੜੀਆਂ ਬਹੁਤੇ ਵਿਅਕਤੀਆਂ ਨੇ ਤਦ ਉਹਦੇ 'ਚ ਬੱਚੇ ਪਾਇਆ ਕਿ ਉਹਦਾ ਨੈਸ਼ਨਲ ਲੈਵਲ ਤੇ ਜਦੋਂ ਕੰਪੀਟੀਸ਼ਨ ਹੋਣਾ, ਬੱਚੇ ਦੋ ਹੀ ਹੋਣੇ ਆ ਤੇ ਦੋਵਾਂ 'ਚ ਮੁਕਾਬਲਾ ਹੋ ਜਾਣਾ ਤੇ ਇੱਕ ਨੇ ਫਸਟ ਇੱਕ ਨੇ ਸੈਕੰਡ ਆ ਜਾਣਾ ਤੇ ਉਹਨੂੰ ਕੱਲ ਨੂੰ ਜਦੋਂ ਵੀ ਹਾਇਰ ਐਜੂਕੇਸ਼ਨ 'ਚ ਜਾਣਾ ਉਹਦੇ 'ਚ ਐਡਮਿਸ਼ਨ ਉਹਦੀ ਆਸਾਨੀ ਨਾਲ ਉਹ ਚੁਣੀਆਂ ਜਾਂਦੀਆਂ ਨੇ ਗੇਮਾਂ, ਉਹ ਚੁਣੀਆਂ ਜਾਣ। ਪਰ ਗੱਲ ਇਹ ਹੈ ਕਿ ਜਿਹੜਾ ਬੱਚਾ ਜਿੱਥੇ ਖੇਡਣਾ ਚਾਹੁੰਦਾ, ਉਹ ਜੇ ਤੁਸੀਂ ਉਹਨੂੰ ਬਚਪਨ ਤੋਂ ਇਸ ਪਾਸੇ ਲੈ ਕੇ ਆਉਂਗੇ, ਜਿਸ ਤਰ੍ਹਾਂ ਪ੍ਰਾਇਮਰੀ ਸਕੂਲ ਆ, ਹੁਣ ਤਾਂ ਘਰ ਐਲੀਮੈਂਟਰੀ ਹੋ ਗਏ, ਪ੍ਰਾਇਮਰੀ ਤੇ ਬੱਚੇ ਕੁਛ ਨਹੀਂ, ਐਲੀਮੈਂਟਰੀ ਸਕੂਲ ਆ, ਉੱਥੋਂ ਲਿਆਓ, ਉੱਥੋਂ ਬੱਚਾ ਕੱਢੋ ਕਿਹੜਾ ਨਿਕਲਦਾ, ਉਸ ਤੋਂ ਬਾਅਦ ਹਾਈ 'ਚ ਆਵੇ, ਹਾਈ ਤੋਂ ਬਾਅਦ ਉਹ ਸੈਕੰਡਰੀ ਜਾਂਦਾ, ਸੈਕੰਡਰੀ ਤੋਂ ਬਾਅਦ ਉਹ ਹਾਇਰ ਐਜੂਕੇਸ਼ਨ ਨੂੰ ਜਾਂਦਾ। ਹੁਣ ਗੱਲ ਤੇ ਹੈ ਕਿ ਇਹ ਲੜਕੀ ਵੀ, ਇਹਦਾ ਪੰਜਾਬੀ ਯੂਨੀਵਰਸਿਟੀ ਨਾਲ ਹੀ ਸੰਬੰਧ ਹੈ, ਇਹਦਾ ਇਸ ਵੇਲੇ ਉਹ ਰਖੜੇ ਆਪਣਾ ਫਿਜ਼ੀਕਲ ਕਾਲਜ ਆ, ਉਹਦੇ 'ਚ MP.Ed ਦੀ ਵੀ ਸਟੂਡੈਂਟ ਆ। ਹੁਣ ਗੱਲ ਤੇ ਇਹ ਹੈ ਕਿ ਜੇ ਤੁਸੀਂ ਬੱਚੇ ਨੂੰ ਕੱਢੋਗੇ ਤਦ। ਹੁਣ ਡਾਕਟਰ ਰਾਜ ਕੁਮਾਰ ਸੀ, ਜਦੋਂ ਉਹ ਡਾਇਰੈਕਟਰ ਸਪੋਰਟਸ ਆਇਆ ਪੰਜਾਬੀ ਯੂਨੀਵਰਸਿਟੀ, ਤੁਸੀਂ ਦੇਖੋਗੇ ਪੰਜਾਬੀ ਯੂਨੀਵਰਸਿਟੀ ਦਾ ਜਿਹਦਾ ਕਿਤੇ ਨਾਮ ਹੀ ਨਹੀਂ ਸੀ ਹੁੰਦਾ, ਕਿੰਨੇ ਸਾਲ ਲਗਾਤਾਰ ਉਹ ਜਿਹੜੀ ਮਲਾਨਾ ਮੇਰੇ ਖਿਆਲ ਅਬਦੁਲ ਕਲਾਮ ਟਰਾਫੀ ਹੈ, ਮਾਕਾ ਟਰਾਫੀ, ਹਾਂ ਮਾਕਾ ਉਹੀ ਉਹ ਮਾਕਾ, ਉਹਨੂੰ ਉਹੀ ਕੋਈ ਅਬਦੁਲ ਕਲਾਮ ਕੀ ਏਦਾਂ ਕੁਛ ਬੋਲਦੇ ਆ, ਉਹ ਟਰਾਫੀ ਦਾ ਨਾਮ ਪੂਰਾ ਜਿਹੜਾ ਹਾਂ ਮਾਕਾ ਟਰਾਫੀ, ਜਿਹੜੀ ਉਹ ਕਿੰਨੇ ਸਾਲ ਇਹਨਾਂ ਲਗਾਤਾਰ ਜਿੱਤੀ। ਤੇ ਜੇ ਉਹ ਇੱਥੋਂ ਛੱਡ ਗਏ ਯਾਨੀ ਕਿ ਰਿਟਾਇਰ ਹੋ ਗਏ, ਉਹ ਚਲੇ ਗਏ ਤੇ ਸਿਆਸਤ ਹੋਈ ਹੈ, ਬੜਾ ਕੁਝ ਹੋਇਆ ਉਹਨਾਂ ਦੇ ਨਾਲ ਵੀ, ਤੇ ਫਿਰ ਉਹਨਾਂ ਨੇ ਆਪਣਾ ਕੋਈ ਪ੍ਰਾਈਵੇਟ ਯੂਨੀਵਰਸਿਟੀ ਸਪੋਰਟਸ ਦੀ ਉਹਦੇ ਲਈ ਕੰਮ ਕੀਤਾ ਤੇ ਮੁੜ ਕੇ ਫਿਰ ਲਵਲੀ ਵਾਲੇ ਲੈ ਕੇ ਚੁੱਕ ਕੇ, ਹੈ ਨਾ, ਉੱਥੇ ਵਧੀਆ ਉਹਨਾਂ ਦੇ ਖਿਡਾਰੀ ਉੱਥੇ ਸ਼ਾਈਨ ਕੀਤੇ ਨੇ। ਉਰੇ ਫਿਰ ਕੱਚ ਘਰੜ ਸਪੋਰਟਸ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਉਹ ਮਾੜੀਆਂ ਸਿਆਸਤਾਂ ਚੱਲ ਪਈਆਂ, ਲੈਗ ਪੋਲਿੰਗ ਚੱਲ ਪਈ। ਮਤਲਬ ਉੱਥੇ ਦੇਖੋ ਉਹਨਾਂ ਦੇ ਸਟੂਡੈਂਟ ਓਲੰਪਿਕ ਖੇਡ ਕੇ ਆਏ ਨੇ, ਔਰ ਹਾਕੀ ਦੇ ਵਿੱਚ ਸਭ ਤੋਂ ਵੱਧ ਸਟੂਡੈਂਟ ਜਿਹੜੇ ਸੀ ਉਹ ਉਹਨਾਂ ਦੇ ਸੀਗੇ, ਜਿਹੜੇ ਪੰਜਾਬ ਵਾਲੇ ਉਹ ਤਕਰੀਬਨ ਸਾਰੇ ਸਟੂਡੈਂਟ ਉਹਨਾਂ ਦੇ ਸੀ। ਅਗਲੀ ਗੱਲ, ਹੁਣ ਉੱਥੇ ਕੀ ਹੋਇਆ, ਜਦੋਂ ਉਹਨਾਂ ਨੂੰ ਡਾਇਰੈਕਟਰ ਸਪੋਰਟਸ ਲਾਇਆ ਗਿਆ, ਜਿਹੜਾ ਕੁਝ ਉਹਨਾਂ ਨਾਲ ਤੈਅ ਕੀਤਾ ਗਿਆ, ਜਦੋਂ ਰਾਜ ਸਭਾ ਦੀ ਮੈਂਬਰੀ ਮਿਲ ਗਈ, ਉਹ ਤੋਂ ਸਾਰੇ ਮੁੱਕਰ ਗਏ ਤੇ ਉਹਨਾਂ ਨੇ ਪਿਛਲੇ ਮਹੀਨੇ ਉੱਥੋਂ ਛੱਡ ਦਿੱਤਾ। ਹੁਣ ਉਹ ਕਹਿੰਦੇ ਆਪਣਾ ਸਾਂਭੋ, ਜਿਹੜੀਆਂ ਗੱਲਾਂ ਹੋਈਆਂ ਨੇ, ਬੱਚਿਆਂ ਨੂੰ ਕੀ ਕੀ ਸਹੂਲਤ ਦੇਣੀ ਆ, ਕਿਹੜੀ ਕਿਹੜੀ ਸਹੂਲਤ ਆ, ਕੋਚ ਨੂੰ ਕਿਹੜੀ ਆ, ਜੇ ਉਹ ਨਹੀਂ ਦੇਣੀ ਆ ਤਾਂ ਫਿਰ ਮੈਂ ਉਹਦੇ ਤੋਂ ਥੱਲੇ ਜਾ ਕੇ ਸਮਝੌਤਾ ਨਹੀਂ ਕਰ ਸਕਦਾ। ਜੇ ਕੋਈ ਬੱਚਾ ਲਿਆਉਣਾ ਤੇ ਬੱਚੇ ਨੇ ਇਸ ਯੂਨੀਵਰਸਿਟੀ ਵੱਲੋਂ ਖੇਡਣਾ, ਤੇ ਜੇ ਉਹਨੂੰ ਉਹਦੀ ਸਹੂਲਤ ਨਹੀਂ ਮਿਲੇਗੀ ਤੇ ਫਿਰ ਨਹੀਂ। ਕਹਿੰਦਾ ਨਹੀਂ ਜੀ, ਅਸੀਂ ਉਸ ਵੇਲੇ ਤੁਹਾਡੇ ਨਾਲ ਠੀਕ ਆ ਕਮਿਟਮੈਂਟ ਕੀਤੀ ਸੀ, ਪਰ ਅਸੀਂ ਪੂਰੀ ਨਹੀਂ ਕਰ ਸਕਦੇ। ਉਹ ਕਹਿੰਦੇ ਤੁਸੀਂ ਨਹੀਂ ਕਰ ਸਕਦੇ, ਫਿਰ ਮੈਂ ਤੇ ਜਾ ਰਿਹਾ, ਮੈਂ ਬੱਚਿਆਂ ਨਾਲ ਧੋਖਾ ਨਹੀਂ ਕਰ ਸਕਦਾ। ਉਹਨਾਂ ਨੇ ਉੱਥੋਂ ਹੀ ਛੱਡਤੀ ਹੈ। ਮੇਰੀ ਉਹੀ ਸੀ ਗੱਲ, ਕਹਿੰਦੇ ਕੀ ਕਰੀਏ, ਕਹਿੰਦੇ ਹੁਣ MLA ਆ 17-18, ਉਹ ਕਹਿੰਦੇ ਜੀ ਤੁਹਾਡੀ ਮੁੱਖ ਮੰਤਰੀ ਨਾਲ ਗੱਲ ਕਰਾਉਣੀ ਆ ਕਿ ਤੁਸੀਂ ਸਟੇਟ ਨੂੰ ਸਾਡੀ ਜਿਹੜੀ ਆ ਉਹਦੀ ਪਾਲਿਸੀ ਬਣਾ ਕੇ ਦਿਓ, ਉਹਨੂੰ ਸਟੇਟ ਚੋਂ ਕਿੱਦਾਂ ਸਟੂਡੈਂਟ ਕੱਢੇ ਜਾਣਗੇ। ਹੁਣ ਜੇ ਉਹਨਾਂ ਪੰਜਾਬੀ ਯੂਨੀਵਰਸਿਟੀ ਚੋਂ ਕੱਢੇ, ਮਹਿੰਦਰਾ ਕਾਲਜ ਚੋਂ ਪੰਜਾਬੀ ਯੂਨੀਵਰਸਿਟੀ ਆਏ, ਪੰਜਾਬੀ ਯੂਨੀਵਰਸਿਟੀ ਚੋਂ ਕੱਢੇ, ਚਲੋ ਰਿਟਾਇਰ ਹੋਏ, ਇੱਥੇ ਕਿੰਨੀ ਉਹਨਾਂ ਨਾਲ ਸਿਆਸਤ ਹੋਈ, ਕੀ ਕੁਛ ਹੋਇਆ। ਜੇ ਇੱਥੋਂ ਨਿਕਲ ਕੇ ਉਹ ਉੱਥੇ ਗਏ ਲਵਲੀ ਯੂਨੀਵਰਸਿਟੀ 'ਚ, ਉੱਥੇ ਵੀ ਸਿਆਸਤ ਹੋ ਗਈ, ਉੱਥੋਂ ਛੱਡ ਕੇ ਆਏ। ਉਹ ਕਹਿੰਦੇ ਮੈਂ ਕਿਹਾ ਵੀ ਕੀ ਭਰੋਸਾ ਹੁਣ ਮੈਨੂੰ ਕਿ ਕੱਲ ਨੂੰ ਸੂਬਾ ਸਰਕਾਰ ਕਰ ਪਾਏਗੀ ਉਹ ਕੁਛ ਜਿਹੜੀ ਕਮਿਟਮੈਂਟ ਕਰੇ ਕਿ ਨਹੀਂ। ਲੇਕਿਨ ਉਹਨਾਂ ਨੂੰ ਮੈਨੂੰ ਲੱਗਦਾ ਕਿ ਕਰਨਾਟਕ 'ਚ ਇੱਕ ਨਵੀਂ ਯੂਨੀਵਰਸਿਟੀ ਤਿਆਰ ਹੋ ਰਹੀ ਆ, ਉਹ ਲਿਜਾਣ ਲਈ ਤਿਆਰ ਬੈਠਿਆ, ਸ਼ਾਇਦ ਉਹ ਕਰਨਾਟਕ ਚਲੇ ਜਾਣ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਚੰਗਾ ਬੰਦਾ ਜਿਹੜੀ ਸਟੇਟ ਨੂੰ ਬਿਲੋਂਗ ਕਰਦਾ, ਉਹ ਸਟੇਟ ਉਹਨੂੰ ਰੱਖਣ ਲਈ ਤਿਆਰ ਹੀ ਨਹੀਂ, ਤੇ ਕਰਨਾਟਕ ਉਹਨਾਂ ਨੂੰ ਮੰਗ ਰਿਹਾ। ਹੁਣ ਜਿਸ ਬੰਦੇ ਦੀ ਕਰਨਾਟਕ 'ਚ ਮੰਗ ਆ, ਲੇਕਿਨ ਪੰਜਾਬ ਦੀ ਕਿਸੇ ਯੂਨੀਵਰਸਿਟੀ ਨੂੰ ਜਾਂ ਪੰਜਾਬ ਸਰਕਾਰ ਨੂੰ ਉਹਦੀ ਜ਼ਰੂਰਤ ਹੀ ਨਹੀਂ ਹੈ, ਤੇ ਫਿਰ ਕੀ ਭਾਲੋਗੇ ਤੁਸੀਂ। ਫਿਰ ਤੁਸੀਂ ਕਹੋਗੇ ਕਿ ਸਪੋਰਟਸ 'ਚ ਹਰਿਆਣਾ ਸਾਡੇ ਤੋਂ ਅੱਗੇ ਲੰਘੇਗਾ। ਹਰਿਆਣੇ 'ਚ ਸਹੂਲਤ ਆ ਸਾਰੀ, ਪੰਜਾਬ 'ਚ ਸਹੂਲਤ ਕੋਈ ਨਹੀਂ। ਪੰਜਾਬ 'ਚ ਤਾਂ ਕੋਈ ਵਿਰਲਾ ਵਾਂਝਾ ਕਿਤੇ ਸਾਲ ਛਮਾਈ ਕੋਈ ਨਿਕਲ ਆਇਆ, ਅਦਰਵਾਈਜ਼ ਇੱਥੇ ਕਿਹੜੀ ਪੁੱਛ ਪ੍ਰਤੀਤ ਆ। ਆਪਾਂ ਆਮ ਹੱਸਦੇ ਹੁੰਦੇ ਸੀਗੇ ਕਿ ਚੰਡੀਗੜ੍ਹ ਯੂਨੀਵਰਸਿਟੀ 'ਚੋਂ ਪੋਲੀਟੀਸ਼ੀਅਨ ਨਿਕਲਦੇ, IPS IAS ਉੱਥੋਂ ਨਿਕਲਦੇ ਆ,
ਤਾਂ ਕਹਿੰਦਾ ਪੰਜਾਬੀ ਯੂਨੀਵਰਸਿਟੀ ਚੋਂ ਕੋਈ ਨਿਕਲਦਾ, ਕਹਿੰਦਾ ਪੰਜਾਬੀ ਯੂਨੀਵਰਸਿਟੀ ਚੋਂ ਥਾਣੇਦਾਰ ਨਿਕਲਦੇ ਆ। ASI ਜਾਂ ਵੱਧ ਤੋਂ ਵੱਧ ਇੰਸਪੈਕਟਰ ਸੀ, ਇੱਥੇ ਤੱਕ ਹੀ ਸੀ ਕੰਮ। ਥਾਣੇਦਾਰ ਵੀ ਕਿੰਨੇ ਕਹੋ ਵੀ ਆਪਣੇ ਦਮਖਮ ਨਾਲ ਜਿਹੜੇ ਨਿਕਲ ਗਏ। ਹੁਣ ਤੁਸੀਂ ਦੇਖੋ, ਚਲੋ ਖਿਡਾਰੀਆਂ ਨੂੰ ਵੱਡਾ ਨਾਮ ਦੇ ਕੇ ਬੱਲੇ ਬੱਲੇ ਖੱਟ ਰਹੇ ਨੇ, ਪਰ ਜਿਹੜੀ ਪਨੀਰੀ ਤਿਆਰ ਹੋਣੀ ਹੈ ਉਹਨਾਂ ਲਈ ਤਾਂ PT ਦੀਆਂ ਪੋਸਟਾਂ ਖਤਮ ਕਰ ਰਹੇ ਨੇ। PT ਪੋਸਟਾਂ ਦਾ, PT ਮਾਸਟਰਾਂ ਦਾ 600 ਮਾਸਟਰ ਨੇ 2011 ਦੇ, ਜਿਨ੍ਹਾਂ ਨੇ ਸ਼ੁਰੂ ਤੋਂ ਬੱਚਿਆਂ ਨੂੰ ਖਿਡਾਉਣਾ, ਗੁਰ ਦੱਸਣੇ ਨੇ। ਹੁਣ ਮੈਥ ਵਾਲਾ, ਅੰਗਰੇਜ਼ੀ ਵਾਲਾ, ਡਰਾਇੰਗ ਵਾਲਾ ਕਿੰਨਾ ਕੁ ਸਮਾਂ ਦੇ ਪਾਏਗਾ ਸਪੋਰਟਸ ਤੇ? ਮਤਲਬ PT ਦੀਆਂ ਪੋਸਟਾਂ ਦਾ ਭੱਠਾ ਵਢਾ ਰਹੀ ਹੈ ਸਰਕਾਰ, ਪਿਛਲੀਆਂ ਵੀ ਤੇ ਮਾਨ ਸਾਹਿਬ ਦੀ ਵੀ। ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ। ਪਰਮਿੰਦਰ, ਹੁਣ ਰੋਵੋਗੇ ਕਿਹਨੂੰ ਜਦੋਂ ਆਵਾਜ਼ ਉੱਤਿਆ ਹੋਵੇ, ਫਿਰ ਇਹੀ ਕੁਛ ਹੁੰਦਾ। ਚੰਗੇ ਬੱਚੇ ਰਹਿ ਜਾਂਦੇ ਨੇ, ਪੇਰੈਂਟਸ ਕਹਿੰਦੇ ਛੱਡੋ ਯਾਰ, ਸਿਆਸਤ ਹੋ ਗਈ, ਬੱਚਾ ਸਾਡਾ ਜਾਣਬੁੱਝ ਕੇ ਡ੍ਰੌਪ ਕੀਤਾ, ਰਹਿਣ ਦੋ। ਭਾਈ ਭਤੀਜਾਵਾਦ। ਜਿੰਨੇ ਕੋਚ ਨੇ, ਜਿੰਨੇ ਅਸਿਸਟੈਂਟ ਡਾਇਰੈਕਟਰ ਨੇ, ਡਿਪਟੀ ਡਾਇਰੈਕਟਰ ਨੇ, ਜਿਹੜੇ ਡਾਇਰੈਕਟਰ ਨੇ, ਉਹਨਾਂ ਦੇ ਬੱਚੇ ਖੇਡ ਰਹੇ ਆ ਨੈਸ਼ਨਲ, ਕੀ ਇੰਟਰਨੈਸ਼ਨਲ ਲੈਵਲ ਤੱਕ ਖੇਡ ਕੇ ਆਏ ਆ। ਉਹ ਕਹਿੰਦੇ ਅਸੀਂ ਆਪਦੇ ਬੱਚਿਆਂ ਨੂੰ ਸੈੱਟ ਕਰਨਾ, ਉਹਨਾਂ ਦੇ ਬੱਚਿਆਂ ਲਈ ਸਾਰੀ ਸੈਟਿੰਗ ਆ, ਲੇਕਿਨ ਉਹਨਾਂ ਦਾ ਕੋਈ ਖਾਸੋਂ ਖਾਸ ਹੋਵੇ, ਉਹਦੇ ਬੱਚੇ ਲਈ ਕੋਈ ਸੈਟਿੰਗ ਨਹੀਂ। ਮੈਂ ਤੇ ਸਾਰਾ ਕੁਝ ਝੱਲਿਆ, ਮੈਂ ਸਾਰਾ ਕੁਝ ਦੇਖਿਆ, ਜਿਹੜੇ ਨੂੰ ਹੱਥੀਂ ਲਵਾਇਆ, ਜਿਹੜੇ ਨੂੰ ਲਿਜਾ ਕੇ ਬਿਠਾਇਆ, ਜਦੋਂ ਵਾਰੀ ਆਉਂਦੀ ਹੈ ਨਾ, ਉਦੋਂ ਮੂੰਹ ਦੂਸਰੇ ਬੰਨੇ ਕਰ ਲੈਂਦੇ। ਮੈਂ ਤੇ ਸਾਰਾ ਕੁਝ ਦੇਖਿਆ ਹੋਇਆ। ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਉਦੋਂ ਤੁਹਾਡੇ ਤਰਲੇ ਕੇ ਲੈਂਦੇ ਆ, ਮਗਰ ਘੁੰਮਦੇ ਆ, ਲੇਕਿਨ ਜਦੋਂ ਤੁਸੀਂ ਕਹੋਗੇ ਉਦੋਂ ਮੂੰਹ ਪਰੇ ਨੂੰ। ਇਹ ਸਾਰਿਆਂ ਦਾ, ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਮੋਨੋਪੋਲੀ ਬਣਾ ਕੇ ਚੱਲੀਏ, ਤੇ ਆਪਣੀ ਮੋਨੋਪੋਲੀ 'ਚ ਸਟੇਟ ਦਾ ਪੱਠਾ ਬੈਠਿਆ ਵਾ ਤੇ ਦਿਨੋਂ ਦਿਨ ਬੈਠਦਾ। ਕਿਸ ਟਾਈਮ ਚੰਡੀਗੜ੍ਹ ਯੂਨੀਵਰਸਿਟੀ ਦਾ ਕਿੰਨੇ ਸਾਲ ਲਗਾਤਾਰ ਜਿਹੜੀ ਸੀ ਮਾਕਾ ਟਰਾਫੀ ਦੇ ਉੱਤੇ ਜਿਹੜੀ ਸੀਗੀ, ਉਹਦੀ ਕਮਾਂਡ ਰਹੀ ਆ ਆਪਣੇ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਕਾ ਟਰਾਫੀ ਖੋਹਣੀ ਉਹ ਕੋਈ ਛੋਟਾ ਕੰਮ ਨਹੀਂ ਸੀ, ਲੇਕਿਨ ਹੁਣ ਇੱਕ ਸਟੂਡੈਂਟ ਤੱਕ ਅਸੀਂ ਸੀਮਤ ਹਾਂ। ਹੁਣ ਅਸੀਂ ਜੇ ਕੱਲ ਨੂੰ ਕਹਿ ਦਾਂਗੇ ਮਾਕਾ ਟਰਾਫੀ ਸਾਨੂੰ ਦੁਬਾਰਾ ਲੱਭ ਜੂ, ਕਿੱਥੋਂ ਲੱਭੂਗੀ? ਤੁਹਾਡੇ ਕੋਲ ਕੋਈ ਫੰਡ ਨਹੀਂ ਦੇਣ ਲਈ ਸਟੂਡੈਂਟਾਂ ਨੂੰ ਸਪੋਰਟਸ ਕੋਟੇ ਦੇ ਵਿੱਚ। ਜਿਹੜੀ ਸਪੋਰਟਸ ਫੰਡ ਆਉਂਦਾ ਹੈ, ਜਿਹੜਾ ਕਾਲਜਾਂ ਤੋਂ ਇਕੱਠਾ ਹੁੰਦਾ, ਜਿਹੜਾ ਸਟੂਡੈਂਟ ਤੋਂ ਐਡਮਿਸ਼ਨ ਵੇਲੇ ਲਿਆ ਜਾਂਦਾ ਹਰ ਸਾਲ, ਉਹ ਜਿੰਨਾ ਫੰਡ ਆ ਉਹ ਸਾਰੇ ਦਾ ਸਾਰਾ ਯੂਨੀਵਰਸਿਟੀ ਆਉਂਦਾ, ਤੇ ਯੂਨੀਵਰਸਿਟੀ ਉਹ ਹੋਰ ਕਾਰਜਾਂ ਤੇ ਲਾ ਦਿੱਤਾ ਜਾਂਦਾ, ਸਪੋਰਟਸ ਨੂੰ ਦਿੱਤਾ ਹੀ ਨਹੀਂ ਜਾਂਦਾ। ਉਹ ਤਾਂ ਸਪੋਰਟਸ ਵਾਲਿਆਂ ਨੂੰ ਵੀ ਨਹੀਂ ਸੀ ਪਤਾ। ਉਹ ਤਾਂ ਮੈਨੂੰ ਡੀਨ ਕਾਲਜ ਨੇ ਦੱਸਤਾ ਸੀ, ਮੈਂ ਕਿੰਨਾ ਕੁ ਆ, ਕਹਿੰਦੇ ਯਾਰ ਜੇ ਸੱਚ ਬੋਲੀਏ ਤੇ ਇੰਨੇ ਕਰੋੜ ਆ। ਮੈਂ ਕਿਹਾ ਫਿਰ ਉਹਨਾਂ ਨੂੰ ਕਿੰਨੇ ਦਿੰਦੇ ਆ? ਕਹਿੰਦਾ ਉਹਨਾਂ ਨੂੰ 6ਵਾਂ ਦਾ ਹਿੱਸਾ ਦੇਈਦਾ। ਤੇ ਮੈਂ ਬਾਕੀ ਕਹਿੰਦਾ ਬਾਕੀ ਯੂਨੀਵਰਸਿਟੀ ਨਹੀਂ ਚਲਾਉਣੀ, ਸੱਜੇ ਖੱਬੇ ਐਡਜਸਟ ਕਰਨਾ ਪੈਂਦਾ। ਤਾਂ ਮੈਂ ਦੱਸ ਦਿੱਤਾ, ਮੈਂ ਕਿਹਾ ਇੰਨਾ ਪੈਸਾ ਆਉਂਦਾ, ਕਹਿੰਦੇ ਸਾਨੂੰ ਤਾਂ ਦਿੰਦੇ ਨਹੀਂ। ਮੈਂ ਤੁਹਾਨੂੰ ਕਿਉਂ ਦੇਣਗੇ? ਤੁਸੀਂ ਅੱਜ ਤੱਕ ਯੂਨੀਵਰਸਿਟੀ ਨਹੀਂ ਚੈੱਕ ਕੀਤੀ ਸਪੋਰਟਸ 'ਚ ਬੈਠ ਕੇ? ਤੁਸੀਂ ਚੈੱਕ ਕਰੋ ਨਾ ਵੀ ਜਿਹੜਾ ਸਪੋਰਟਸ ਫੰਡ ਆਇਆ ਉਹ ਸਪੋਰਟਸ ਡਿਪਾਰਟਮੈਂਟ ਦੇ ਲਈ ਆਇਆ, ਨਾ ਕਿ ਯੂਨੀਵਰਸਿਟੀ 'ਚ ਟੀਚਰਾਂ ਨੂੰ ਤਨਖਾਹਾਂ ਦੇਣ ਦੇ ਲਈ ਆਇਆ, ਮੁਲਾਜ਼ਮਾਂ ਦੀ ਤਨਖਾਹ ਲਈ ਨਹੀਂ ਹੈ। ਸੋ ਇਸ ਕਰਕੇ ਆ ਇਹ ਜਿਹੜਾ ਗਲਤ ਸਿਸਟਮ ਬਣਾਇਆ। ਹੁਣ ਪ੍ਰਗਟ ਸਿੰਘ ਸੀ, ਇੰਡੀਆ ਦਾ ਕਿੰਨਾ ਲੰਬਾ ਸਮਾਂ ਹਾਕੀ ਦਾ ਕਪਤਾਨ ਰਿਹਾ, ਪ੍ਰਗਟ ਦਾ ਨਾਮ ਸੀ, ਜੋ ਮਰਜੀ ਸੀ, ਫੁੱਲ ਬੈਕ ਸੀ, ਕੰਧ ਬਣ ਕੇ ਖੜਦਾ ਰਿਹਾ। ਆਪਾਂ ਉਹ ਸਾਰਾ ਕੁਝ ਦੇਖਦੇ ਰਹੇ ਹਾਂ। ਔਰ ਵੱਡੀ ਗੱਲ ਇਹ ਸੀ, ਜਦੋਂ ਦਾ ਲੱਗਦਾ ਸੀ ਫੁੱਲ ਬੈਕ ਜਾ ਕੇ ਕੀ ਕਹਿੰਦਾ ਗੋਲ ਵੀ ਕਰਕੇ ਵਾਪਸ ਆ ਜਾਂਦਾ ਸੀ। ਔਰ ਉਹਨੂੰ ਡਾਇਰੈਕਟਰ ਸਪੋਰਟਸ ਲਾਇਆ, ਡਾਇਰੈਕਟਰ ਸਪੋਰਟਸ ਲਾ ਕੇ ਉਹਨੂੰ ਸਿਆਸਤ 'ਚ ਧੱਕਤਾ। ਜੇ ਸਿਆਸਤ 'ਚ ਧੱਕਿਆ ਤੇ ਫਿਰ ਉਹਨੂੰ ਸਪੋਰਟਸ ਡਿਪਾਰਟਮੈਂਟ ਉਹਨੂੰ ਮਿਨਿਸਟਰ ਨਹੀਂ ਬਣਾਇਆ। ਨਾ ਅਕਾਲੀਆਂ ਨੇ ਬਣਾਇਆ, ਜੇ ਕਾਂਗਰਸ ਨੇ ਬਣਾਇਆ ਤੇ ਕਾਂਗਰਸ ਨੇ ਉਦੋਂ ਬਣਾਇਆ ਜਦੋਂ ਕਾਂਗਰਸ ਦਾ ਭੋਗ ਪੈ ਗਿਆ। ਹੁਣ ਸਮੱਸਿਆ ਤਾਂ ਇਹ ਹੈ ਕਿ ਜਿਹੜਾ ਬੰਦਾ ਜਿਸ ਫੀਲਡ ਦਾ ਹੈਗਾ ਉਹਨੂੰ ਉਸ ਫੀਲਡ 'ਚ ਲਾਇਆ ਹੀ ਨਹੀਂ ਜਾਂਦਾ। ਹੁਣ ਬੰਦਾ ਫੀਲਡ 'ਚ ਹੋਵੇ, ਉਹਨੇ ਸਾਰਾ ਕੁਝ ਉਹਦੇ ਟਿਪਸ ਤੇ ਹੁੰਦਾ, ਉਹਨੇ ਰੱਟਿਆ ਹੁੰਦਾ। ਇਸ ਕਰਕੇ ਇਹ ਹੈ ਕਿ ਸਟੇਟ ਦੀ ਕੋਈ ਪਾਲਿਸੀ ਨਹੀਂ, ਕੋਈ ਕੁਛ ਨਹੀਂ ਹੈ। ਕੰਮ ਜੇ ਜਿੰਨੇ ਮਰਜ਼ੀ ਮਾਰੀ ਜਾਓ, ਨੈਸ਼ਨਲ ਲੈਵਲ ਤੇ ਵੀ ਇਹੀ ਹਾਲ ਆ। ਜਿੱਥੋਂ ਤੱਕ ਹਰਿਆਣੇ ਨੇ ਸਪੋਰਟਸ ਪਾਲਿਸੀ ਬੜੇ ਲੰਬੇ ਸਮੇਂ ਦੀ ਬਣਾਈ ਹੋਈ ਆ, ਇਸੇ ਕਰਕੇ ਹਰਿਆਣਾ ਜਿਹੜਾ ਉਹ ਹਮੇਸ਼ਾ ਪੰਜਾਬ ਤੋਂ ਜਿਹੜਾ ਉਹ ਅੱਗੇ ਰਹਿੰਦਾ। ਬਿਲਕੁਲ ਨਹੀਂ, ਉਹ ਤਾਂ ਦੇਖੋ ਜਿਹੜੇ ਲੋਕਾਂ ਦੀ ਕਾਬਲੀਅਤ ਹੈ ਜਾਂ ਜਿਹੜੇ ਲੋਕ ਸੁਰਿੰਦਰ ਬਾਈ ਜੀ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਉਹ ਹੱਕ ਮਿਲੇ ਤੇ ਉਹ ਫਿਰ ਡੀਗ੍ਰੇਡ ਨਹੀਂ ਹੁੰਦੇ, ਕੁਛ ਨਾ ਕੁਛ ਲੈ ਡਿੱਗਦੇ ਨੇ। ਪਰ ਮਿਸਾਲ ਹੈ ਕਿ ਪਿੰਡਾਂ ਦੇ ਵਿੱਚੋਂ ਸਾਦੇ ਮੁਰਾਦੇ ਘਰ, ਕਿਉਂਕਿ ਕੋਈ ਟ੍ਰੇਨਿੰਗ ਪ੍ਰੋਫੈਸ਼ਨਲ ਨਹੀਂ, ਘਰ 'ਚ ਉਹੀ ਪੱਠੇ ਵੱਢਣੇ,
ਵੱਟਾਂ ਤੋਂ ਘਾਹ ਖੋਦ ਕੇ ਲਿਆਉਣਾ ਤੇ ਤਿਲਕਵੀਆਂ ਵੱਟਾਂ ਤੇ ਭਾਰ ਚੱਕ ਕੇ ਤੁਰਨਾ, ਉਹ ਪ੍ਰੈਕਟਿਸ ਬਣਾ ਦਿੰਦੀ ਹੈ। ਸਾਰਾ ਦਿਨ ਦੀ ਪ੍ਰੈਕਟਿਸ ਹੀ ਤੁਹਾਨੂੰ ਫੀਲਡ ਦੀ ਟ੍ਰੇਨਿੰਗ ਦੇ ਦਿੰਦੀ ਹੈ। ਫਿਰ ਉਹ ਮਸ਼ੀਨਾਂ ਨਾਲ ਪੱਠੇ ਕੁਤਰਨੇ, ਮਤਲਬ ਅੱਜ ਵੀ ਤੁਸੀਂ ਵੇਖੋ ਕਿ ਘਰ ਘਰ ਮੋਟਰਾਂ ਲੱਗੀਆਂ ਨੇ। ਜੇ ਅੱਜ ਵੀ ਇਹ ਧਿਆਣੀ ਪੱਠੇ ਕੁਤਰਦੀ ਰਹੀ ਆ, ਬਚਪਨ ਸਾਰੇ ਹੀ ਹੈ ਗੁਰਬਤ ਮਾਰੇ ਘਰਾਂ 'ਚ ਅੱਜ ਕੱਲ੍ਹ ਵੀ ਟੋਕਾ ਮਸ਼ੀਨ ਚੱਲਦੀ ਹੈ ਹੱਥਾਂ ਵਾਲੀ। ਉਹ ਨਹੀਂ ਮੋਟਰਾਂ ਅਫੋਰਡ ਕਰ ਸਕਦੇ, 2-4 ਹਜ਼ਾਰ ਦੀ ਮੋਟਰ ਲਾਉਣ ਦੀ ਵੀ ਹੈਸੀਅਤ ਨਹੀਂ ਹੁੰਦੀ। ਆਪਾਂ ਆਪਣੇ ਟਾਈਮ 'ਚ ਸਾਰਿਆਂ ਨੇ ਬਥੇਰੇ ਚਰੀ ਵੱਢੀ ਐ ਨਹੀਂ ਦਿਨੀ, ਪਰ ਦੇਖੋ ਪੜਪੜੀਆਂ ਤੋਂ ਪਸੀਨਾ ਗਿੱਟਿਆਂ ਤੱਕ ਆ ਜਾਂਦਾ ਸੀ, ਪਤਲੀਆਂ ਤੱਕ, ਹੈ ਨਾ। ਜਿੱਥੇ ਖੜ ਕੇ ਮਸ਼ੀਨ ਗੇੜਦੇ ਸੀ ਨਾ, ਉਹ ਪੋਚਾ ਲਾਇਆ ਹੁੰਦਾ ਸੀਗਾ ਮਿੱਟੀ ਦਾ, ਥੋੜੇ ਦਿਨਾਂ ਬਾਅਦ ਲਿਪਿਆ ਜਾਂਦਾ ਸੀ ਤੇ ਉਹ ਜਗ੍ਹਾ ਵੀ ਪੈਰਾਂ ਵਾਲੀ ਜਗ੍ਹਾ ਪਸੀਨੇ ਨਾਲ ਗੱਚ ਹੋ ਜਾਂਦੀ ਸੀ, ਹੈ ਨਾ। ਸੋ ਉਹ ਕੁਦਰਤੀ ਜਿਹੜੀ ਉਹ ਮਿਹਨਤ ਹੈ ਨਾ, ਗੱਲ ਇਹ ਹੈ ਕਿ ਉਹ ਲੋਕ ਜਦੋਂ ਦਰਕਨਾਰ ਕੀਤੇ ਜਾਂਦੇ ਨੇ ਤੇ ਫਿਰ ਅਲੀਟ ਲੋਕ ਜਿਨ੍ਹਾਂ ਨੇ ਸਿਰਫ ਅਹੁਦੇ ਲੈਣੇ ਨੇ, ਅਹੁਦੇ ਲੈਣ ਲਈ ਆਪਣਾ ਪੋਰਟਫੋਲੀਓ ਕ੍ਰਾਈਟੀਰੀਆ ਬਣਾਉਣਾ, ਤੇ ਉਹਨਾਂ ਕੋਲੋਂ ਮੈਡਲ ਕਿੱਥੇ ਭਾਲਦੇ ਹੋ, ਹੈ ਨਾ। ਸੋ ਗੱਲ ਇਹ ਹੈ ਕਿ ਇਦਾਂ ਦੇ ਲੋਕਾਂ ਨੂੰ ਇਹ ਜਿਹੜਾ ਹੁਣ ਸਪੋਰਟਸ ਦਾ ਬੇਸ ਹੈ ਮੁੱਢ ਤੋਂ ਬਣਾਉਣ ਦੀ ਜ਼ਰੂਰਤ ਹੈ। ਪਰ ਅਫਸੋਸ ਕਿ ਮੁੱਢ ਤੋਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸਪੋਰਟਸ ਦੇ ਡੀਪੀ ਹੈ, ਪੀਟੀਆਈ ਹੈ, ਇਹ ਜਿਹੜੇ ਅਧਿਆਪਕ ਹੋਣ, ਸਪੋਰਟਸ ਵਿੰਗ ਹੋਣ, ਤਾਂ ਕੁਛ ਨਾ ਕੁਛ ਹੋ ਸਕਦਾ। ਅਦਰਵਾਈਜ਼ ਆਪਣੇ ਤਾਂ ਲੈ ਦੇ ਕੇ ਇੱਕੋ ਯੂਨੀਵਰਸਿਟੀ ਸੀ NIS ਪਟਿਆਲਾ, ਜਿਹਦੇ ਆਪਣੇ ਹਾਲਾਤ ਬਦਤਰ ਹੋਈ ਜਾਂਦੇ ਨੇ। ਇਹਨੂੰ ਵੀ ਹੁਣ ਦਿੱਲੀ ਨੂੰ ਖਿੱਚੀ ਜਾਂਦੀ ਹੈ ਸਰਕਾਰ। ਬਾਕੀ ਦਸ਼ਮੇਸ਼ ਅਕੈਡਮੀ ਜਿਹੜੀ ਸੀਗੀ ਉੱਥੇ ਬਣੀ ਸੀ ਅਨੰਦਪੁਰ ਸਾਹਿਬ, ਉਹ ਖਾਤਮਾ। ਉਸ ਤੋਂ ਬਾਅਦ ਤੁਸੀਂ ਵੇਖੋ ਕਿ JCT ਫਗਵਾੜਾ ਦੀਆਂ ਟੀਮਾਂ ਜਾਂ ਨਾਮਧਾਰੀ 11, ਧਰਮਾਂ ਵਾਲਿਆਂ ਨੇ ਵੀ ਕਈਆਂ ਨੇ ਅੱਛੀਆਂ ਟੀਮਾਂ ਤਿਆਰ ਕੀਤੀਆਂ, ਹੈ ਨਾ। ਨਾਮਧਾਰੀ 11 ਦਾ ਕਿੱਡਾ ਨਾਂ ਸੀਗਾ, ਹੈ ਨਾ। ਤੇ ਆ ਬੜੂ ਸਾਹਿਬ ਅਕੈਡਮੀ ਦੀਆਂ ਟੀਮਾਂ ਵੀ ਵਧੀਆ ਖਾਕੀ ਜਾਂ ਉਹਦੇ 'ਚ ਪਰਫਾਰਮੈਂਸ, ਬੜੂ ਸਾਹਿਬ ਵਾਲੇ ਵੀ ਸਪੋਰਟਸ ਜੇ ਕਈ ਵਾਰੀ ਬੱਚੇ ਸ਼ਾਈਨ ਹੁੰਦੇ ਆ, ਪਰ ਉਹ ਚੀਜ਼ਾਂ ਹੋ ਨਹੀਂ ਪਾ ਰਹੀਆਂ ਤੇ ਸਿਰਫ ਕਬੱਡੀ ਤੱਕ ਸੀਮਤ ਹੋ ਗਿਆ। ਉਹਦੇ 'ਚ ਵੀ ਹੈ ਕਿ ਚਲੋ ਪੈਸਾ ਟਕਾ ਹੈਗਾ, ਦਾ ਲੱਗਦੇ ਆ, ਉਹ ਵੀ ਚੌਧਰੀਆਂ ਦੇ ਧੱਕੇ ਚੜ ਗਈ ਹੈ, ਕਿਉਂਕਿ ਇਹਨਾਂ ਸਪੋਰਟਸ ਫੈਡਰੇਸ਼ਨਾਂ ਦੇ ਸਾਰੇ ਪ੍ਰਮੁੱਖ ਸਿਆਸਤਦਾਨ ਲੋਕ ਨੇ। ਉਹਨਾਂ ਨੇ ਆਪਣੀ ਸਿਆਸਤ, ਆਪਣੀਆਂ ਜੁਗਾੜਬਾਜ਼ੀਆਂ ਦੇਖਣੀਆਂ ਨੇ। ਜਿਹੜੇ ਡਿਜ਼ਰਵ ਕਰਦੇ ਲੋਕ ਨੇ ਮਿਨਿਸਟਰੀ ਦੇ ਵਿੱਚ ਹੈ, ਭਾਵੇਂ ਮੈਨੇਜਮੈਂਟ ਦੇ ਵਿੱਚ, ਉਹ ਲਾਂਭੇ ਕਰ ਦਿੱਤੇ ਜਾਂਦੇ ਨੇ। ਪਰ ਜੇ ਹੁਣ ਗੱਲ ਕਰੀਏ ਦੇਸ਼ ਦੇ ਉੱਪਰਲੇ ਵਰਗ ਦੀ, ਜਿਸ ਤਰ੍ਹਾਂ ਅੱਜ ED ਨੇ ਕਾਂਗਰਸ ਪਾਰਟੀ ਦੇ ਟਿਕਾਣਿਆਂ ਤੇ ਛਾਪੇ ਮਾਰੇ ਨੇ, ਹਾਲਾਂਕਿ ED ਦੇ ਜਿਹੜਾ ਮੁਖੀ ਹੈ ਉਸ ਦੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਉੱਠੇ ਨੇ ਅਦਾਲਤਾਂ ਦੇ ਵਿੱਚ, ਉਹ ਵੀ ਸਵਾਲ ਉੱਠੇ ਨੇ। ਤੇ ED ਦੇ ਡਾਇਰੈਕਟਰ ਦੇ ਕਾਰਜਕਾਲ ਦੇ ਵਿੱਚ ਵਾਧੇ ਦੇ ਖਿਲਾਫ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ CVC ਨੂੰ ਜਿਹੜਾ ਜਵਾਬ ਮੰਗਿਆ ਗਿਆ ਕਿ ਐਨਫੋਰਸਮੈਂਟ ਦੇ ਡਾਇਰੈਕਟਰ ਦੇ ਕਾਰਜਕਾਲ ਨੂੰ 5 ਸਾਲ ਤੱਕ ਵਧਾਉਣ ਦੀ ਜੋ ਆਗਿਆ ਮਿਲੀ ਹੈ, ਉਸ ਮੁਤਲਕ ਜਿਹੜੀਆਂ ਚੁਣੌਤੀਆਂ ਦਿੱਤੀਆਂ ਗਈਆਂ ਨੇ, ਕਿਉਂਕਿ ਇਹਨਾਂ ਨੂੰ ਹੁਣ ਪਸੰਦੀਦਾ ਅਧਿਕਾਰੀ ਲਾ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਸੰਦੀਦਾ ਕੰਮ ਕਰਵਾਇਆ ਜਾਂਦਾ ਹੈ, ਫਿਰ ਉਹਨਾਂ ਨੂੰ ਸਿਆਸਤ 'ਚ ਸੈੱਟ ਕੀਤਾ ਜਾਂਦਾ। ਜੇ ਹੁਣ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਹੀ ਮੈਂਬਰ ਪਾਰਲੀਮੈਂਟ ਬਣਨ ਦੇ ਵਾਸਤੇ ਸਭ ਕੁਝ ਦਾਅ ਤੇ ਲਾਉਣਗੇ ਤੇ ਕੀ ਹੋਏਗਾ ਉਸ ਮੁਲਕ ਦਾ। ਸਟੇਟਾਂ ਨੂੰ ਛੱਡੋ, ਸਟੇਟਾਂ 'ਚ ਵੀ ਬੜੇ ਜੱਜ ਨੇ ਜਿਹੜੇ ਬਾਅਦ ਵਿੱਚ ਤਰਲੇ ਕਰਦੇ ਫਿਰਦੇ ਨੇ। ਉਧਰ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਇਸੇ ED ਨੇ ਕਾਂਗਰਸ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਲਡ ਅਖਬਾਰ ਦੇ ਦਿੱਲੀ ਦਫ਼ਤਰ ਸਮੇਤ 12 ਥਾਵਾਂ ਤੇ ਅੱਜ ਛਾਪੇਮਾਰੀ ਕੀਤੀ ਹੈ, ਜਿਸ ਦੇ ਵਿੱਚ ਸੋਨੀਆ ਗਾਂਧੀ ਨੂੰ ਕਈ ਵਾਰੀ ਤਲਬ ਵੀ ਕੀਤਾ ਗਿਆ। ਇਹ ਠੀਕ ਹੈ ਕਿ ਨਾ ਕਾਂਗਰਸੀ ਦੁੱਧ ਧੋਤੇ ਨੇ ਤੇ ਨਾ ਭਾਜਪਾਈ ਸੰਘ ਵਾਲੇ ਦੁੱਧ ਧੋਤੇ ਨੇ, ਤੇ ਜਿਹਦਾ ਰਾਜ ਆ ਜਾਂਦਾ ਉਹ ਦੂਸਰੇ ਨੂੰ ਇਦਾਂ ਠਿੱਬੀਆਂ ਲਾਉਂਦਾ। ਇੱਕ ਗੱਲੋਂ ਪਬਲਿਕ ਤੇ ਖੁਸ਼ ਹੈ ਕਿ ਚਲੋ ਸੱਤਾਧਾਰੀਆਂ ਨੇ ਵਿਰੋਧੀਆਂ ਦਾ ਹੀਜ ਪਿਆਜ਼ ਨੰਗਾ ਕੀਤਾ, ਪਰ ਇਸ ਦੌਰਾਨ ਕੀ ਇਹ ਪੋਲੀਟੀਕਲ ਵੰਡੈਟੇ ਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ। ਜਿਹੜੇ ਚੋਰ ਨੇ, ਟੈਕਸ ਚੋਰ ਨੇ, ਉਹ ਜਿਹੜੇ ਕਾਰਪੋਰੇਟ ਹੈ, ਉਹ ਪਹਿਲਾਂ ਉਹਨਾਂ ਸਰਕਾਰਾਂ ਦੀ ਪਿੱਠ ਤੇ ਸੀ, ਹੁਣ ਇਹਨਾਂ ਸਰਕਾਰਾਂ ਦੀ ਪਿੱਠ ਤੇ ਸੀ। ਫਸਦੇ ਨੇ ਜਿਹੜੇ ਉਹ ਸਿਆਸਤਦਾਨ ਨੇ ਜਿਹੜੇ ਇਹਨਾਂ ਤੋਂ ਮਲਾਈ ਲੈਂਦੇ ਨੇ, ਪਰ ਇਹ ਕਦੇ ਕਿਸੇ ਦੇ ਚਾਪਲੂਸ ਹੋ ਜਾਂਦੇ ਨੇ। ਪਾਲਿਸੀ ਮੇਕਰ ਕਾਰਪੋਰੇਟ ਹੈ ਪੂਰੀ ਦੁਨੀਆ 'ਚ ਹੀ, ਖਾਸ ਕਰਕੇ ਇੰਡੀਆ 'ਚ ਵੀ। ਅੰਬਾਨੀ ਅਡਾਨੀ ਨੇ ਪਹਿਲਾਂ ਇੰਦਰਾ ਦੇ ਖਾਸ ਸੀ, ਰਾਜੀਵ ਦੇ ਖਾਸ ਸੀ, ਹੁਣ ਮੋਦੀ ਦੇ ਖਾਸ ਹੋ ਗਏ ਨੇ। ਕੱਲ੍ਹ ਨੂੰ ਕੋਈ ਹੋਰ ਆਜੂ ਉਹਦੇ ਖਾਸ ਹੋ ਜਾਣਗੇ। ਕੀ ਵੇਖਦੇ ਹੋ ਕਿ ਇਸ ਵਰਤਾਰੇ 'ਚੋਂ ਲੋਕਾਂ ਦੇ ਲੁਕਾਈ ਦੇ ਕੁਝ ਪੱਲੇ ਪੈਂਦਾ, ਜਾਂ ਫਿਰ ਸੈਟਿਸਫੈਕਸ਼ਨ ਹੈ ਕਿ ਹੁਣ ਕਾਂਗਰਸੀ ਚੱਕ ਲਏ, ਕਾਂਗਰਸੀ ਪਹਿਲਾਂ ਇਹਨਾਂ ਨੂੰ ਰਗੜਦੇ ਰਹੇ ਨੇ, ਕੱਲ੍ਹ ਨੂੰ ਕੋਈ ਹੋਰ ਆ ਗਿਆ ਤੇ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਰਗੜੂਗੀ। ਜੀ ਸੁਰਿੰਦਰ। ਲੋਕ ਉਮੀਦਾਂ ਦੇ ਸਾਰੇ ਦਿਨ ਕੱਟਦੇ ਆ। ਲੋਕ ਕਹਿੰਦੇ ਆ ਅੱਛਾ ਇਹਦੀ ਸਰਕਾਰ ਆ ਗਈ, ਕੋਈ ਗੱਲ ਨਹੀਂ, ਲੋਕ ਸਭਾ ਆਉਣ ਦੋ ਹੁਣ, ਕਿਉਂਕਿ 2 ਸਾਲ ਬਾਅਦ ਲੋਕ ਸਭਾ, ਜੋ ਲੋਕ ਸਭਾ ਆ ਜਾਂਦੀ ਆ ਕਹਿੰਦੇ ਕੋਈ ਗੱਲ ਨਹੀਂ, ਹੁਣ ਇਹਦੇ ਬਾਅਦ ਵਿਧਾਨ ਸਭਾ ਆਉਣ, ਅਗਲੀ ਵਾਰ ਇਹਨਾਂ ਦੀ ਫੱਟੀ ਪੋਚੀ ਜੋ ਉਹਦੀ ਪੋਚ ਕੇ ਜਿਹੜਾ ਆਉਂਦਾ ਉਹ ਫੇਰ ਲੋਕਾਂ ਦੀ ਨਹੀਂ ਸੁਣਦਾ।
जो नहीं सुनता वो कहते फिर लोक सभा आने तो 2 साल बाद लोक सभा जो आउंदी आ फिर ਉਹਦੇ बाद कहते कोई नहीं इन्हां दी भी ਐਤਕੀ पट्टी पोची जानी कोई नहीं 2-2.5 साल का समा रह गया कर लैन दो जो उन्हां दी पोच दे जिहड़ा गां आउंदा वो फिर वही कुछ यानी कि लोग तां पिछले इन्हां 75 सालां चों इसे भुंबल भूसे च पए होए आ ते इसे च अपने अपने दिन ਜਿਹੜੀ ਉਹ ਕੱਟ ਕਰਕੇ ਤੁਰੇ ਜਾਂਦੇ ਆ। ਹੁਣ ਲੋਕਾਂ ਦੇ ਪੱਲੇ ਕੁਛ ਨਹੀਂ ਪੈਣਾ, ਇਹਨਾਂ ਚੋਂ ਕਿਸੇ ਦਾ ਵੀ ਕੁਛ ਨਹੀਂ ਵਿਗੜਨਾ। ਇਹ ਇਸੇ ਤਰ੍ਹਾਂ ਰੰਡੀ ਰੋਣਾ ਚੱਲਦਾ ਰਹਿਣਾ, ਕੇਸ ਹੁੰਦੇ ਰਹਿਣੇ, ਜੇਲ੍ਹ ਇੱਕ ਦੂਜੇ ਨੂੰ ਦਿਖਾਈ ਜਾਣੀ, ਲੋਕਾਂ ਨੂੰ ਬੇਵਕੂਫ ਬਣਾਈ ਜਾਣਾ, ਵਿਗੜਨਿਆ ਕੱਖ ਨਹੀਂ। ਜਿਹੜਾ ਖਾ ਗਿਆ ਖਾ ਗਿਆ। ਉਹ ਕਿੰਨੇ ਨੇ ਵੱਡੇ ਵੱਡੇ ਢਿੱਡਾਂ ਵਾਲੇ ਜਿਹੜੇ ਠੱਗੀਆਂ ਮਾਰ ਕੇ ਜਾ ਕੇ ਭੱਜ ਕੇ ਵਿਦੇਸ਼ਾਂ 'ਚ ਬੈਠ ਗਏ। ਕਿਹਨੂੰ ਉਹਨਾਂ ਨੂੰ ਵਾਪਸ ਲੈ ਜਾਂਦਾ? ਇਹ ਸਰਕਾਰ ਨੇ ਲਿਆਂਦਾ ਕੋਈ ਵਾਪਸ? ਉਹਦਾ ਕੀ ਸੀਗਾ ਜਿਹੜਾ ਉਹ ਗਿਆ ਸੀਗਾ ਸਭ ਤੋਂ ਵੱਡਾ ਠੱਗ ਜਿਹਨੂੰ ਮਾਲੀਆ, ਕਿੰਨਾ ਕੀਤਾ ਸੀ? 5000 ਰੁਪਇਆ ਜੁਰਮਾਨਾ। ਹੱਦ ਹੋ ਗਈ। 5000 ਰੁਪਇਆ ਜੁਰਮਾਨਾ ਕਰਤਾ ਉਹਨੂੰ, ਯਾਨੀ ਕਿ ਕਿਹੜਾ ਜੁਰਮਾਨਾ? ਤੇ ਲੋਕ ਕਹਿੰਦੇ ਸੀ, ਕਹਿੰਦੇ ਯਾਰ ਇਹ ਤਾਂ ਸੌਦਾ ਹੀ ਬੜਾ ਸੌਖਾ ਜਾ, ਸਸਤਾ ਸੌਦਾ, ਚੁੱਪ ਕਰਕੇ ਠੱਗੀ ਠੁੱਗੀ ਮਾਰੋ, ਭੱਜੋ ਤੇ ਕੋਰਟ ਨੂੰ ਕਹੋ ਜੀ ਮੈਨੂੰ 5000 ਜੁਰਮਾਨਾ ਕਰ ਤੇ ਗੱਲ ਖਤਮ। ਕੋਈ ਪੁੱਛਣ ਵਾਲੇ, ਕੋਈ ਦੱਸਣ ਵਾਲਾ। ਯਾਨੀ ਕਿ ਚੋਰ ਤੇ ਕੁੱਤੀ ਸਾਰਾ ਕੁਛ ਰਲੇ ਹੋਏ ਨੇ। ਉਹ ਰਲਣ ਚ ਇਹ ਸਾਰਾ ਕੁਝ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਕੋਈ ਕੁਛ ਨਹੀਂ ਹੁੰਦਾ। ਕਾਂਗਰਸ ਖਤਮ ਹੋਏਗੀ, ਕਾਂਗਰਸ ਚੋਂ ਨਿਕਲ ਕੇ ਲੋਕ ਬੀਜੇਪੀ ਚ ਨਹੀਂ ਜਾ ਰਹੇ, ਕਾਂਗਰਸ ਚੋਂ ਨਿਕਲ ਕੇ ਆਮ ਆਦਮੀ ਪਾਰਟੀ ਚ ਨਹੀਂ ਗਏ। ਕਿਹੜੀ ਪਾਰਟੀ ਚ ਨਹੀਂ ਗਏ ਮੈਨੂੰ ਦੱਸੋ? ਆਪਾਂ ਇਹ ਕਹਿ ਦਿੰਦੇ ਨੇ, ਕਹਿੰਦੇ ਸਾਡੀ ਵਿਚਾਰਧਾਰਾ, ਉਹ ਤੁਹਾਡੀ ਵਿਚਾਰਧਾਰਾ ਅੱਧੇ ਘੰਟੇ ਚ ਬਦਲ ਜਾਂਦੀ ਹੈ। ਟੀਵੀ ਚੈਨਲ ਤੇ ਬੈਠੇ ਹੋਣਗੇ, ਜਿਸ ਪਾਰਟੀ ਦੇ ਲਈ ਕਿੱਲ ਕੇ ਗਲਾ ਪਾੜ ਕੇ ਜਿਹਦੀਆਂ ਤਰੀਫਾਂ ਦੇ ਪੁਲ ਮੰਨਣਗੇ, 15-20 ਮਿੰਟ ਬਾਅਦ ਉਸੇ ਪਾਰਟੀ ਨੂੰ ਗਾਲਾਂ ਕੱਢਦੇ ਹੋਏ ਦੂਸਰੀ ਪਾਰਟੀ ਜੁਆਇਨ ਕੀਤੀ ਹੋਊਗੀ। ਹੁਣ ਗੱਲ ਤੇ ਆ ਕਿ ਇਹਨਾਂ ਸਿਰਫ ਹਵਾ ਦਾ ਰੁੱਖ ਦੇਖਣਾ, ਰੁੱਖ ਦੇਖ ਕੇ ਕਿੱਥੋਂ ਕੀ ਮਿਲਦਾ, ਜਿੱਥੋਂ ਸੌਖਾ ਸਸਤਾ ਸੌਦਾ ਮਿਲਦਾ ਹੈ ਉਸ ਦੁਕਾਨ ਤੇ ਜਾ ਖੜਦੇ ਆ। ਬਸ ਇੰਨਾ ਕੋ ਕੰਮ ਹੈ ਇਹਨਾਂ ਦਾ। ਇਸ ਕਰਕੇ ਦੇਸ਼ ਦੇ ਲੋਕ ਇਸੇ ਤਰ੍ਹਾਂ ਬੇਵਕੂਫ ਬਣਨਗੇ। ਤੁਸੀਂ ਇੱਕ ਚੀਜ਼ ਦੇਖ ਲਓ, ਜਿਹੜੇ ਪਰਿਵਾਰ ਸਿਆਸਤ 'ਚ ਚੱਲੇ ਆਉਂਦੇ ਉਹਨਾਂ ਦੀਆਂ ਪੀੜ੍ਹੀਆਂ ਗਾਂਦੀਆਂ ਤੁਰੀਆਂ ਜਾ ਰਹੀਆਂ। ਕਿਸੇ ਵਿਅਕਤੀ ਦੀ ਵਾਰੀ ਆਈ, ਜੁਡੀਸ਼ਰੀ ਦਾ ਕੀ ਹਾਲ ਆ, ਬਿਊਰੋਕ੍ਰੇਸੀ ਦਾ ਕੀ ਹਾਲ ਆ। UPSC ਦੇ ਰਾਹੀਂ ਕੀ ਕੋਈ ਆਮ ਵਿਅਕਤੀ ਜਿਹੜਾ ਕੋਈ ਵਿਰਲਾ ਮੰਨਦਾ ਜਿਹਦਾ ਦਾ ਲੱਗ ਜਾਏ, ਅਦਰਵਾਈਜ਼ ਜਿਹੜੇ ਪਹਿਲੇ ਬੈਠੇ ਆ ਉਹਨਾਂ ਦੇ ਅੱਗੇ ਪੁੱਤ ਪੋਤੇ ਤੁਰੇ ਆਉਂਦੇ, ਉਹਨਾਂ ਦੇ ਦਾ ਲੱਗੀ ਜਾਂਦੇ ਆ। ਗੱਲ ਇਹ ਆ ਕਿ ਜਿੰਨਾ ਦੇਸ਼ ਚਲਾਉਣਾ, ਜਿੱਥੋਂ ਸਿਲੈਕਸ਼ਨ ਹੋ ਕੇ ਆਉਣੀ ਤੁਹਾਡੀ, ਤੁਸੀਂ ਦੇਸ਼ ਚਲਾਉਣਾ, ਉਸ ਬਿਊਰੋਕ੍ਰੇਸੀ ਦੇ ਅੰਦਰ ਕਾਨੂੰਨ ਬਣਾ ਕੇ ਬੈਠੇ ਆ ਕਿ ਨਾ ਉਹਦਾ ਰਿਜ਼ਲਟ ਕੋਈ ਪੁੱਛ ਸਕਦਾ, ਨਾ ਕੋਈ ਆਪਣੀ ਆਨਸਰ ਸ਼ੀਟ ਮੰਗ ਸਕਦਾ, ਨਾ ਕਿਸੇ ਦੀ ਮੰਗ ਸਕਦਾ, ਨਾ ਉਹਦੇ ਰਿਜ਼ਲਟ ਨੂੰ ਇੰਡੀਆ ਦੇ ਕਿਸੇ ਵੀ ਕੋਰਟ 'ਚ ਚੈਲੰਜ ਕੀਤਾ ਜਾ ਸਕਦਾ। ਦੱਸੋ ਕਿਹੜਾ ਇਨਸਾਫ ਆ ਵੀ? ਫਿਰ ਉਹ ਡਿਕਟੇਟਰਸ਼ਿਪ ਹੋਈ ਨਾ, ਵੀ ਜਿਹੜੇ ਮੈਂਬਰ ਤੇ ਚੇਅਰਮੈਨ ਬੈਠੇ ਆ ਉਹ ਉੱਥੇ ਜੋ ਮਰਜ਼ੀ ਕਰ ਦੇਣ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਬਗੈਰ ਪੇਪਰਾਂ ਤੋਂ ਵੀ ਆ ਜਾਣਗੇ। ਜਦੋਂ ਕਿਸੇ ਨੇ ਕੋਈ ਪੁੱਛ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ, ਉਹਦਾ ਰਿਜ਼ਲਟ ਬਾਹਰ ਨਹੀਂ ਆ ਸਕਦਾ। ਹੁਣ ਬਾਕੀ ਤਾਂ ਸਟੇਟ ਪਬਲਿਕ ਸਰਵਿਸ ਕਮਿਸ਼ਨ 'ਚ ਇਹ ਆ ਕਿ ਤੁਸੀਂ ਆਪਣੀ ਆਨਸਰ ਸ਼ੀਟ RTI 'ਚ ਮੰਗ ਸਕਦੇ ਹੋ, ਲੇਕਿਨ UPSC 'ਚ ਕੁਛ ਨਹੀਂ ਮੰਗਿਆ ਜਾ ਸਕਦਾ, ਆਪਣੀ ਵੀ ਨਹੀਂ ਮੰਗ ਸਕਦੇ। ਫਿਰ ਕਿੱਦਾਂ ਗੱਡੀ ਚੱਲੂਗੀ? ਫਿਰ ਕੀ ਤੇ ਭਰੋਸਾ ਕਰੋਗੇ? ਇਸ ਕਰਕੇ ਇਹ ਆ, ਜਿਹੜਾ ਘਾਹ ਖੋਤਣ ਵਾਲਾ ਉਹਨੇ ਘਾਹ ਹੀ ਖੋਤਣਾ, ਜਿਹੜਾ ਹੁਕਮ ਚਲਾਉਣ ਵਾਲਾ ਉਹਨੇ ਹੁਕਮ ਚਲਾਉਣਾ। ਜਿਹੜਾ ਥਾਣੇਦਾਰ ਆ, ਥਾਣੇਦਾਰ ਦਾ ਪੁੱਤ ਤਾਂ ਉਹਨੇ ਥਾਣੇਦਾਰ ਔਖਾ ਸੌਖਾ ਭਰਤੀ ਕਰਾ ਹੀ ਲੈਣਾ। ਜਿਹੜਾ ਥਾਣੇਦਾਰ ਰਿਟਾਇਰ ਹੋਊਗਾ, ਜੇ ਥਾਣੇਦਾਰ ਨਹੀਂ ਉਹਨੇ ਸਿਪਾਹੀ ਕਰਾ ਲੈਣਾ। ਜਿਹੜਾ SP ਰਿਟਾਇਰ ਹੋਊਗਾ ਉਹਨੇ ASI ਥਾਣੇਦਾਰ ਛੋਟਾ ਬਣਾ ਹੀ ਲੈਣਾ। ਉਹਨੇ ਬਣਾ ਲੈਣਾ, ਕਹਿੰਦਾ ASI ਬਣਾਉਂਗਾ, ਆਪੇ SSP ਤਾਂ ਲੱਗੂਗਾ ਕਿਸੇ ਨਾ ਕਿਸ ਟਾਈਮ ਆ ਕੇ। ਤੇ ਜਿਹੜਾ ADGP ਆ ਜਾਂ DGP ਆ, ਉਹ ਜੇ ਕੁਛ ਵੀ ਨਾ ਹੋਇਆ ਤਾਂ ਅਗਲਿਆਂ ਨੇ DSP ਤੇ ਭਰਤੀ ਕਰਾ ਹੀ ਲੈਣਾ। ਇਸ ਕਰਕੇ ਇਹ ਆ, ਉਹੀ ਕੁਛ ਸਾਰਾ ਕੁਝ ਚੱਲ ਰਿਹਾ। ਡਾਕਟਰ ਦਾ ਪੁੱਤ ਡਾਕਟਰ, ਮਾਸਟਰ ਦਾ ਪੁੱਤ ਮਾਸਟਰ, ਪ੍ਰੋਫੈਸਰ ਦਾ ਪੁੱਤ ਪ੍ਰੋਫੈਸਰ, ਤੇ ਪੋਲੀਟੀਸ਼ੀਅਨ ਦਾ ਪੁੱਤ ਪੋਲੀਟੀਸ਼ੀਅਨ, ਤੇ ਬਿਊਰੋਕਰੇਟਸ ਦਾ ਪੁੱਤ ਬਿਊਰੋਕਰੇਟਸ। ਉਹੀ ਗਦੀ ਗੇੜ ਚੱਲ ਰਿਹਾ। ਜਿਹੜੇ ਲੋਕ ਬਾਕੀ ਚੱਕੀ 'ਚ ਪੀਸ ਰਹੇ ਸੀ, ਉਹ ਉਸੇ ਤਰ੍ਹਾਂ ਪੀਸਦੇ ਤੁਰੇ ਜਾ ਰਹੇ। ਬਿਲਕੁਲ ਬਿਲਕੁਲ, ਹਾਂ। ਉਹਦੇ 'ਚ ਕੋਈ ਵਿਰਲਾ ਹੀ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ, ਜਿਵੇਂ ਹੁਣ ਧਿਆਣੀ ਹਰਜਿੰਦਰ ਹੈ ਕਿ ਚਲੋ ਸਹਾਰਾ ਮਿਲਿਆ। ਇਹ ਵੀ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਕਹਿਣ ਦੀਆਂ ਗੱਲਾਂ ਨੇ ਕਿ ਮੌਕਾ ਮਿਲ ਗਿਆ। ਹਰ ਖੇਤਰ 'ਚ ਮਤਲਬ ਸ਼ੋਸ਼ਣ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਇੱਕ ਨਹੀਂ ਬਹੁਤ ਸਾਰੀਆਂ ਨੇ।
ਤੇ ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲਿਆਂ ਨੇ ਵੀ ਇਹਨਾਂ ਨੂੰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਇਹਨਾਂ ਕੋਲ ਰੀਫਰ ਦੇ ਲੋਡ ਤੁਹਾਨੂੰ ਮਿਲਣਗੇ ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਿਲਵੇਨੀਆ ਦੇ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ। ਕੰਪਨੀ ਦੇ ਡਾਇਰੈਕਟ ਲੋਡ ਨੇ। ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰਦੇ ਹੋ ਤੇ ਤੁਹਾਡੇ ਲਈ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਹੈ। ਤੇ ਇਸੇ ਦੌਰਾਨ ਲੋਡ ਦਾ ਤਾਪਮਾਨ 33 ਤੋਂ 54 ਡਿਗਰੀ ਹੁੰਦਾ ਹੈ ਤੇ ਫਰੋਜ਼ਨ ਲੋਡ ਬਹੁਤ ਘੱਟਣਾ ਹੈ। ਤੁਹਾਡੇ ਰੀਫਰ ਦੀ ਡੀਜ਼ਲ ਦੀ ਖਪਤ ਘਟਦੀ ਹੈ ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ 10% ਕਮਿਸ਼ਨ ਚਾਰਜ ਕਰਦੇ ਨੇ ਤੇ ਤੁਹਾਨੂੰ ਰੀਫਰ ਲੈਣ 'ਚ ਵੀ ਇਮਦਾਦ ਕਰਦੇ ਨੇ। ਪ੍ਰਗਟ ਸਿੰਘ ਬਾਦਵਾਨ MD ਨੇ। ਉਹਨਾਂ ਦਾ ਆਫਿਸ ਨੰਬਰ 484 320 6700 4843206700। ਸੈੱਲ ਫੋਨ ਹੈ 302 563 0080 302 563 0080। ਸੈੱਲ ਫੋਨ ਹੈ ਪ੍ਰਗਟ ਸਿੰਘ ਬਾਦਵਾਨ ਹੋਰਾਂ ਦਾ ਤੇ ਵੈਬਸਾਈਟ ਹੈ goldenKeyExpress.com ਤੇ ਈਮੇਲ ਹੈ goldenKeyExpress@gmail.com। ਰੀਫਰ ਦੇ ਲੋਡ ਮੁਹੱਈਆ ਕਰਾਉਂਦੇ ਆ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲੇ ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਿਲਵੇਨੀਆ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ। ਵਾਪਸੀ ਤੇ ਵੀ ਤੁਹਾਨੂੰ ਲੋਡ ਮਿਲ ਜਾਂਦੇ ਆ ਪਰ ਕਈ ਵਾਰੀ ਕਨਫਰਮ ਨਹੀਂ ਹੁੰਦੇ ਕਿਉਂਕਿ ਬ੍ਰੋਕਰ ਦੇ ਲੋਡ ਹੁੰਦੇ ਨੇ। ਯਾਦ ਰੱਖੋ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ। ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ। ਰੀਅਲ estate ਕਾਰੋਬਾਰ ਕਰਦੇ ਨੇ ਕਾਫੀ ਸਾਲਾਂ ਤੋਂ। ਡੈਲਸ ਟੈਕਸਸ ਦੇ ਵਿੱਚ ਕੰਫਰਟੇਬਲ ਸੈਂਟਰਲ ਕੰਫਰਟੇਬਲ ਏਰੀਆ 'ਚ ਤੁਹਾਨੂੰ 3 ਤੋਂ 5 ਲੱਖ ਦਾ ਘਰ ਮਿਲ ਸਕਦਾ ਹੈ ਤੇ ਲੋਨ ਆਪਦਾ ਇੰਤਜ਼ਾਮਾਤ ਵੀ ਕਰ ਦਿੰਦੇ ਨੇ। ਤੇ ਜੋ ਵੀਰ ਕ੍ਰਾਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਨੇ ਉਹਨਾਂ ਦੇ ਵਾਸਤੇ ਇਲਾਕਾ ਵਧੀਆ ਰਿਹਾਇਸ਼ ਸਾਬਤ ਹੋ ਸਕਦਾ ਕਿਉਂਕਿ ਬਹੁਤ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਇਸ ਇਲਾਕੇ 'ਚ ਨੇ ਤੇ ਤੁਹਾਡੇ ਬੱਚਿਆਂ ਲਈ ਬਿਹਤਰ ਰਿਹਾਇਸ਼ ਸਾਬਤ ਹੋ ਸਕਦੀ ਹੈ। ਤੇ ਤੁਸੀਂ ਸੰਪਰਕ ਕਰਨਾ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ ਨੰਬਰ ਹੈ 972 363 6700 972 363 3700 972 363 3700 ਨੰਬਰ ਹੈ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ। ਕੋਈ ਵੀ ਘਰੇਲੂ ਜਾਂ ਵਪਾਰਕ ਜਾਇਦਾਦ ਖਰੀਦਣੀ ਵੇਚਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਪਾਸੇ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਪ੍ਰਬੰਧਾਂ ਦਾ ਰੌਲਾ ਪਿਆ ਉੱਥੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਢਾਬਾ ਬੜਾ ਮਸ਼ਹੂਰ ਹੈ। ਆਪਣੇ ਯੂਨੀਵਰਸਿਟੀ ਟਾਈਮ ਵੀ ਇੱਥੇ ਆਲੂਆਂ ਦੇ ਪਰੌਂਠੇ ਮਿਲਦੇ ਸੀ, ਅੱਜ ਕੱਲ੍ਹ ਵੀ ਮਿਲਦੇ ਆ। ਰਾਤ ਨੂੰ 1-1:30 ਵਜੇ ਕਿਤੇ ਰੋਟੀ ਨਾ ਮਿਲੇ ਤਾਂ ਇੱਥੇ ਮਿਲ ਜਾਂਦੀ ਹੈ। ਇਸ ਸੰਬੰਧੀ ਦੇਰ ਰਾਤ ਇੱਥੇ ਢਾਬੇ ਤੇ ਲੜਾਈ ਹੋਈ ਜਿਸ ਦੌਰਾਨ ਗੋਲੀਆਂ ਚੱਲੀਆਂ। ਪੁਲਿਸ ਨੇ 307 ਦੇ ਅਧੀਨ ਕੇਸ ਦਰਜ ਕੀਤਾ ਹੈ। ਜ਼ਖਮੀ ਵਿਅਕਤੀ ਦੀ ਪਛਾਣ ਹਰਮਨਪ੍ਰੀਤ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ ਜੋ ਦੇਰ ਰਾਤ ਸਾਥੀਆਂ ਸਮੇਤ ਢਾਬੇ ਤੇ ਖਾਣਾ ਖਾਣ ਆਇਆ ਸੀ ਤੇ ਕੁਝ ਵਿਅਕਤੀ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਅਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਭੰਨੀਆਂ ਤੇ ਫਿਰ ਉਹਨਾਂ ਨੂੰ ਜ਼ਖਮੀ ਕਰਕੇ ਦੌੜ ਗਏ। ਤੇ ਇਸ ਦੌਰਾਨ ਇਹ ਆਪਣੇ ਸਾਥੀਆਂ ਨਾਲ ਸਮਾਣਾ ਤੋਂ ਰੋਟੀ ਖਾਣ ਵਾਸਤੇ ਪਟਿਆਲਾ ਦੇ ਢਾਬੇ ਤੇ ਆਇਆ ਸੀ। ਰਾਤੀ 11-12 ਵਜੇ 1 ਵਜੇ ਘਟਨਾ ਵਾਪਰੀ ਹੈ। ਦੋਸ਼ੀਆਂ ਦੀ ਸ਼ਨਾਖਤ ਅਜੇ ਨਹੀਂ ਹੋਈ। ਇਸ ਤਰ੍ਹਾਂ ਦੇ ਹਾਲਾਤ ਨੇ। ਸਾਨੂੰ ਸਪੋਰਟ ਕੀਤਾ ਹੈ ਬਾਈ ਸੁਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਬਲੇਜ਼ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਜਿੱਥੇ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ। ਟਰੱਕ ਤੋਂ ਆਓ ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਬਲੇਜ਼ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ 661 304 7500 661 304 ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ। ਜੈ ਘੁੰਮਣ ਹੋਰਾਂ ਦਾ ਨੰਬਰ 661 885 8858 661 885 8858 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਲੰਮੇ ਰੂਟਾਂ ਤੋਂ ਉਕਤਾਏ ਹੋ ਤਾਂ ਘਰੇ ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ ਜੋ ਤੁਹਾਨੂੰ ਸਹੂਲਤ ਦਿੰਦੇ ਆ ਲੋਕਲ ਲੋਡ ਦੀ ਤੇ ਨਾਲ ਡਰਾਈਵਿੰਗ ਦੀ ਜੌਬ ਵੀ ਦਿੰਦੇ ਆ। 60 ਇਲਾਕੇ ਦੇ ਲੋਡ ਅਤੇ ਨਾਲ ਜੌਬ ਅੱਛੇ ਵੇਜ਼ਲ ਡਿਸਪੈਚ ਪੰਜਾਬੀ ਅੰਗਰੇਜ਼ੀ 'ਚ ਦਿੰਦੀ ਹੈ। ਸੋ ਓਨਰ ਆਪਰੇਟਰ ਡਰਾਈਵਰ ਵੀ ਸੰਪਰਕ ਕਰਨ। ਜਗਦੇਵ ਸਿੰਘ ਸੰਧੂ ਦਾ ਨੰਬਰ 253 266 6924 253 266 6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ
ਗੈਰੀ ਧਾਲੀਵਾਲ ਦਾ। ਬੇਕਰਸਫੀਲਡ ਇਲਾਕੇ 'ਚ ਵਿਚ ਰਹੇ ਹੋ ਤਾਂ ਸੰਪਰਕ ਕਰੋ ਸੁਖੀ ਘੁੰਮਣ ਹੋਰਾਂ ਨੂੰ। ਤੇ ਸਾਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜੋ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਹੈ, ਲੌਸਟੇਲ ਟਰੈਵਲ ਸੈਂਟਰ 14814 ਲੋਮਾ ਸਟਰੀਟ, ਲੌਸਟੇਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਹੈ, ਲੌਸਟੇਲ ਟਰੈਵਲ ਸੈਂਟਰ 14814 ਲੋਮਾ ਸਟਰੀਟ, ਲੌਸਟੇਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਨਾਲ ਇੱਥੇ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ, ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 84 13 425232 8413 ਨੰਬਰ ਹਰਜਾਪ ਸਿੰਘ ਹੋਰਾਂ ਦਾ। ਸਵਾਗਤ 42 ਨੰਬਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਕਰੋ, ਕੌਣ ਬੋਲ ਰਹੇ ਹੋ? ਮੈਂ ਸਤਪਾਲ ਗੁਲਰੀਆ ਬੋਲ ਰਿਹਾ ਸਰ, ਸੂਬੇਦਾਰ। ਹਾਂਜੀ ਸੂਬੇਦਾਰ ਸਾਹਿਬ, ਕੀ ਹਾਲ ਚਾਲ ਹੈ ਫਸਲਬਾੜੀ ਦੇ? ਵਧੀਆ ਵਧੀਆ ਸਰ, ਫਸਲਬਾੜੀ ਵਧੀਆ ਹੈ। ਅੱਛਾ ਸਰ, ਇੱਕ ਵਕੀਲ ਸਾਹਿਬ ਤੋਂ ਪੁੱਛਣਾ ਸੀ ਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਵੀ ਜਿਹੜੇ ਆਪਣੇ ਅਡਾਨੀ ਸਾਹਿਬ ਆ ਨਾ, ਗੌਤਮ ਅਡਾਨੀ, ਹਾਂਜੀ, ਇਹਨਾਂ ਦਾ ਬੈਂਕਾਂ ਦਾ ਮਤਲਬ ਇੰਨਾ ਕਈ ਲੱਖ ਕਰੋੜ ਰੁਪਏ ਮਤਲਬ ਲੋਨ ਲਿਆ ਹੋਇਆ ਹੈ। ਤੇ ਜੇ ਮੇਲ ਚੌਕਸੀ ਜਾਂ ਵਿਜੇ ਮਾਲੀਆ ਬਣ ਜਾਂਦੇ ਹੈ ਤਾਂ ਕਹਿੰਦੇ ਸਰਕਾਰੀ ਬੈਂਕ ਸਾਰੇ ਡੁੱਬ ਜਾਣਗੇ ਪੂਰੀ ਤਰ੍ਹਾਂ। ਤੇ ਉਹਦੇ ਬਾਰੇ ਪੁੱਛਣਾ ਚਾਹ ਰਿਹਾ ਸੀ ਵੀ ਕੀ ਇਹ ਰੀਅਲ 'ਚ ਹੈ ਜਾਂ ਅਫਵਾਹ ਹੀ ਫੈਲਾ ਰੱਖੀ ਹੈ ਵੀ ਜੇ ਅਡਾਨੀ ਭੱਜ ਗਿਆ ਸਾਰਾ ਕੁਝ ਡੁੱਬ ਜੂ? ਹਾਂਜੀ, ਸਰਕਾਰੀ ਬੈਂਕ ਸਾਰੇ ਸਾਫ਼ ਹੋ ਜਾਣਗੇ ਜੀ, ਜਿੰਨੇ ਵੀ ਹੈ ਜਿਹੜੇ ਵੱਡੇ ਵੱਡੇ ਬੈਂਕ ਆਪਣੇ। ਗੱਲ ਕਰ ਲੈਣੇ। ਥੈਂਕ ਯੂ, ਮਿਹਰਬਾਨੀ। ਸੁਰਿੰਦਰ ਬਾਈ ਜੀ, ਸਤਪਾਲ ਗਲੇਰੀਆ ਸੂਬੇਦਾਰ ਸਾਹਿਬ ਕਹਿੰਦੇ ਕਿਉਂਕਿ ਹਰ ਬੰਦੇ ਨੇ ਪੂੰਜੀ, ਅਗਲਾ ਕਹਿੰਦਾ ਬੈਂਕ 'ਚ ਹੀ ਰੱਖ ਦਿਓ, ਤੇ ਕਹਿੰਦੇ ਇਹਨੇ ਇੰਨੇ ਲੋਨ ਲਏ ਹੋਏ ਨੇ, ਕਹਿੰਦੇ ਜੇ ਇਹ ਡਿਫਾਲਟਰ ਹੋ ਗਿਆ ਗੌਤਮ ਅਡਾਨੀ ਸਾਰਾ ਕੁਝ ਡੁੱਬ ਜੂ। ਵੈਸੇ ਜਿੰਨੀ ਦੇਰ ਮੋਦੀ ਸਾਹਿਬ ਉਨੀ ਦੇਰ ਤਾਂ ਨਹੀਂ ਅਡਾਨੀ ਤੇ ਅੰਬਾਨੀ ਭੱਜਦੇ, ਕਿਉਂਕਿ ਹੁਣ ਤਾਂ ਇੱਥੇ ਪੂਰਾ ਐਨ ਟੈਕਸ ਹੱਬ ਹੈ, ਇਹਨਾਂ ਦੀ ਪੂਰੀ ਕਮਾਈ ਦੀ ਹੱਬ ਹੈ, ਕਿਉਂਕਿ ਅਮੀਰ ਹੀ ਅੰਬਾਨੀ ਅਡਾਨੀ ਹੁੰਦੇ ਆ। ਵੈਸੇ ਜਿੰਨੀ ਦੇਰ ਮੋਦੀ ਸਾਹਿਬ ਹੈ, ਜਿੰਨੀ ਦੇਰ RSS ਹੈ, ਕੋਈ ਕਿਉਂਕਿ ਚਾਂਸ ਹੀ ਨਹੀਂ ਕੋਈ ਕਿ 24 'ਚ ਜਾਂ 28 'ਚ ਜਾਂ 30 'ਚ ਕੋਈ ਜਿੱਤ ਜੂਗਾ। 30-40 ਸਾਲ ਦਾ ਸੀਨ ਤਾਂ ਪੱਕਾ ਹੀ ਹੈ। ਸੋ ਲੱਗਦਾ ਨਹੀਂ ਕਿ ਇਹ ਭੱਜ ਜਾਣਗੇ, ਕੀ ਲੱਗਦਾ ਹੈ? ਵੈਸੇ ਟੈਕਸਾਂ ਟੁਕਸਾਂ ਦੀ ਕਾਫੀ ਸਖਤੀ ਇਹਦੇ ਤੇ ਅਪਡੇਟ ਦੇ ਦਿਓ ਤੇ ਕੁਝ ਖਬਰਾਂ ਦੇ ਮੈਂ ਅਪਡੇਟ ਕਰ ਦਿਆਂ। ਤੇ ਕਿਉਂਕਿ ਅੱਜ ਕੱਲ੍ਹ ਮੈਂ ਗੁਲੇਰੀਆ ਸਾਹਿਬ ਨੂੰ ਇਹੀ ਪੁੱਛਣਾ ਸੀ, ਸੁਰਿੰਦਰ, ਅੱਗੇ ਆਮ ਪਾੜ ਲੱਗਦੇ ਹੁੰਦੇ ਸੀ ਘਰਾਂ ਨੂੰ, ਮੈਨੂੰ ਵੇਖਿਆ ਬਚਪਨ 'ਚ ਅੱਗੇ ਕਹਿੰਦੇ ਸੀ ਫਲਾਣੇ ਦੇ ਪਾੜ ਲੱਗ ਗਿਆ। ਉਹ ਪਾੜ ਦਾ ਸਮਝ ਨਹੀਂ ਸੀ ਆਉਂਦਾ। ਮੈਨੂੰ ਯਾਦ, ਅਸੀਂ ਸਕੂਲ ਜਾਂਦੇ ਸੀ, ਸਾਡੇ ਉਹ ਬੰਤਾ ਸਿੰਘ ਹੋਰੀ ਹੁੰਦੇ ਸੀ, ਉਹਨਾਂ ਦਾ ਜਿਹੜਾ ਸੜਕ ਤੇ ਹੀ ਘਰ ਸੀਗਾ ਸਕੂਲ ਵਾਲੀ ਤੇ ਉਹਨਾਂ ਦੇ ਕੰਧ ਨੂੰ ਪਾੜ ਲੱਗਿਆ, ਮਤਲਬ ਫਿਰਨੀ ਤੇ ਉਹਨਾਂ ਦਾ ਘਰ ਸੀ ਤੇ ਉਹਨਾਂ ਦੇ ਮਤਲਬ ਅਟੈਚੀ ਟਰੰਕ ਬਹੁਤ ਦੂਰ ਤੱਕ ਖਿੰਡੇ ਪਏ, ਤੌਲੀਏ ਖਿੰਡੇ ਪਏ ਤੇ ਸੜਕ ਤੇ ਲੱਗਦੇ ਉਹਨਾਂ ਦਾ ਘਰ ਦਾ ਜਿਹੜਾ ਕੰਧ ਸੀ ਹੇਠਲੇ ਪਾਸੋਂ ਪਾੜੀ ਹੋਈ ਤੇ ਟਰੰਕ, ਅਟੈਚੀਆਂ, ਸਮਾਨ, ਤੌਲੀਏ, ਲਟਰਮ ਪਟਰਮ ਸੂਟ ਦੂਰ ਤੱਕ ਖਿਲਰੇ ਪਏ। ਉਦੋਂ ਪਹਿਲੀ ਵਾਰੀ ਪਾੜ ਅਸੀਂ ਵੇਖਿਆ ਸੀ। ਪਰ ਪਿਛਲੇ ਸਮੇਂ ਪਾੜ ਲੱਗਣੋਂ ਹਟ ਗਏ ਸੀ, ਸਿੱਧੀ ਚੋਰੀ ਜ਼ਿਆਦਾ ਹੁੰਦੀ ਸੀ। ਪਰ ਅੱਜ ਮੈਂ ਇੱਕ ਤਸਵੀਰ ਵੇਖ ਰਿਹਾ, ਉਹਨੇ ਸਾਰਾ ਪਿਛਲਾ ਸੀਨ ਯਾਦ ਕਰਾਤਾ ਜਦੋਂ ਪਾੜ ਲੱਗਦੇ ਹੁੰਦੇ ਸੀ। ਤੇ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਵਕਤ, ਜਦੋਂ ਅੰਗਰੇਜ਼ਾਂ ਨੇ ਆਖਿਆ ਸਾਡੇ ਇੰਡੀਅਨ ਬਜ਼ੁਰਗਾਂ ਨੂੰ, ਆਪਣਿਆਂ ਨੂੰ ਵੀ ਭਾਈ ਰੋਸ਼ਨਦਾਨ ਰੱਖੋ, ਤੇ ਬਜ਼ੁਰਗਾਂ ਨੇ ਰੋਸ਼ਨਦਾਨ ਨਹੀਂ ਸੀ ਰੱਖਦੇ। ਉਹ ਕਹਿੰਦੇ ਸੀ ਊਠ ਦੇ ਰਾਹੀਂ ਚੋਰ ਚੜ੍ਹ ਕੇ ਆਉਣਗੇ, ਰੋਸ਼ਨਦਾਨ ਥਾਈਂ ਵਿੱਚ ਵੜ ਜਾਣਗੇ। ਇਸ ਕਰਕੇ ਰੋਸ਼ਨਦਾਨਾਂ 'ਚ ਬਹੁਤ ਤਿੱਖੇ ਇੰਗਲੈਰਨ ਲੱਗੇ ਹੁੰਦੇ ਸੀਗੇ, ਹੈਨਾ। ਤੇ ਗੁਰਦਾਸਪੁਰ ਜ਼ਿਲ੍ਹੇ 'ਚ ਇਹ ਜਿਹੜਾ ਡੇਰਾ ਬਾਬਾ ਨਾਨਕ 'ਚ ਪੈਂਦਾ ਪਿੰਡ ਪੱਡਾ, ਆਪਣੇ ਸਰੋਤੇ ਵੀ ਨੇ ਉੱਥੋਂ ਕੁਝ, ਤੇ ਉੱਥੇ ਜਿਹੜੀ ਲੱਖਾਂ ਦੀ ਚੋਰੀ ਹੋਈ ਹੈ, ਗਹਿਣੇ ਤੇ ਕੈਸ਼, ਘਰ ਦੇ ਮਾਲਕ ਜਸਵਿੰਦਰ ਸਿੰਘ ਕਹਿੰਦੇ ਰੋਜ਼ ਦੀ ਤਰ੍ਹਾਂ ਵਿਹੜੇ 'ਚ ਸੌਂ ਗਏ, ਛੱਤ ਤੇ ਤਾਂ ਅੱਜ ਕੱਲ੍ਹ ਕੋਈ ਪੈਂਦਾ ਨਹੀਂ। ਤੇ ਜਦੋਂ ਸਵੇਰੇ ਅੰਦਰ ਵੜੇ ਤੇ ਘਰੇ ਕੁੰਡੀ ਲੱਗੀ ਸੀ ਬਾਹਰੋਂ, ਤੇ ਚਫੇਰਿਓਂ ਵੇਖਿਆ ਕਿ ਇੱਕ ਖੁੜਕੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਖਿਲਰਿਆ ਤੇ ਕੰਧ ਦਾ ਪਾੜ ਲੱਗਿਆ, ਕੰਧ 'ਚ ਅਲਮਾਰੀ 'ਚ ਪਏ ਸਾਰੇ ਗਹਿਣੇ ਗੱਟਾ, 8 ਤੋਲੇ ਸੋਨਾ, ਹੋਰ ਸਭ ਕੁਝ ਗਾਇਬ ਹੈ। ਤੇ ਪਿੰਡ ਦੇ ਗੁਰਦੁਆਰੇ ਦੀ ਸਾਰੀ ਲਈ ਜਿਹੜੀ ਗਰਾਹੀ ਕੀਤੀ ਸੀ 1 ਲੱਖ ਰੁਪਏ ਦੀ ਨਗਦੀ, ਉਹ ਵੀ ਚੋਰ ਲੈ ਗਏ ਨੇ। ਤੇ ਇਹ ਖੇਤਾਂ ਵਾਲੇ ਬੰਨੇ ਇਹਨਾਂ ਦੇ ਪਾੜ ਲੱਗਿਆ।
ਜਿੱਥੇ ਝੋਨਾ ਦਿਖਾਈ ਦਿੰਦਾ ਤੇ ਕੰਧ ਪਾੜੀ ਹੋਈ ਹੈ, ਸਮੈਂਟਡ ਕੰਧ ਹੈ। ਤੇ ਇਸ ਤਰ੍ਹਾਂ ਦੇ ਪਾੜ ਜਿਹੜੇ ਨੇ ਉਹ ਲੱਗੀ ਜਾ ਰਹੇ ਨੇ ਤੇ ਇਹ ਵੀ ਬੜੀ ਅਜੀਬ ਵਰਤਾਰਾ ਹੈ। ਤੇ ਅਗਲਾ ਕਹਿੰਦਾ ਕੁੱਤਾ ਰੱਖ ਲਓ, ਰਾਖੀ ਲਈ ਕੁੱਤਾ ਰੱਖ ਕੇ ਕੀ ਕਰੋਗੇ? ਮਹਿੰਗੇ ਭਾਅ ਦੇ ਕੁੱਤੇ ਰੱਖਦੇ ਨੇ, ਕੁੱਤਿਆਂ ਦੇ ਕਰੈਚ ਵੀ ਹੋ ਗਏ ਨੇ। ਜਲੰਧਰ ਦੇ ਨੇੜੇ ਗੜ੍ਹਾਂ, ਇੱਥੋਂ ਦੀ ਕਬੱਡੀ ਟੀਮ ਬੜੀ ਮਸ਼ਹੂਰ ਹੁੰਦੀ ਸੀ। ਗੜ੍ਹਾਂ ਇਲਾਕੇ 'ਚ ਪੈਂਦੀ ਕੰਨਿਆਂ ਵਾਲੀ ਮੁਹੱਲੇ 'ਚ ਕਿਸੇ ਨੇ ਪਿਟਬੁਲ ਰੱਖਿਆ ਹੋਇਆ ਸੀ ਤੇ ਉਸ ਪਿਟਬੁਲ ਨੇ ਘਰ ਦੀਆਂ 2 ਲੜਕੀਆਂ ਨੂੰ ਬੁਰੀ ਤਰ੍ਹਾਂ ਵੱਢ ਕੇ ਖਾ ਲਿਆ, ਜ਼ਖਮੀ ਕਰ ਦਿੱਤਾ, ਲੱਥਪੱਥ ਹੋ ਗਈਆਂ। ਤੇ ਫਿਰ ਲੋਕਾਂ ਨੇ ਇਕੱਠੇ ਹੋ ਕੇ ਰਾਡਾ ਮਾਰ ਕੇ ਇਸ ਪਿਟਬੁਲ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਤੇ ਦੋਨੋਂ ਜਿਹੜੀਆਂ ਇਹ ਬੱਚੀਆਂ ਸੀ, ਇਹਨਾਂ ਦੇ ਖੈਰ ਇਹ ਵੀ ਨਹੀਂ ਕਿ ਉਮਰ ਹੈ, ਕਾਫੀ ਟੀਨੇਜਰ ਸੀ, ਵੱਡੀਆਂ ਸੀ, ਤੇ ਇਹਨਾਂ ਦਾ ਜਿਹੜਾ ਲਹੂ ਲਹਾਨ ਕਰ ਦਿੱਤਾ ਦੋਨੋਂ ਹੀ ਭੈਣਾਂ ਨੂੰ। ਤੇ ਇਹ ਜਿਹੜੀ ਕਿਰਨ ਪੁੱਤਰੀ ਜਸਵੀਰ ਚੰਦਰ ਤੇ ਉਸਦੀ ਭੈਣ ਸ਼ਬਨਮ, ਇਹ ਨਿੱਜੀ ਹਸਪਤਾਲ 'ਚ ਕੰਮ ਕਰਦੀਆਂ ਨੇ। 20-22 ਵਰ੍ਹਿਆਂ ਦੀ, 18 ਵਰ੍ਹਿਆਂ ਦੀ ਉਮਰ ਹੋਏਗੀ ਦੋਨਾਂ ਦੀ। ਤੇ ਇਹ ਵੀ ਜਿਹੜੀਆਂ ਉਸ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਖਾਧੀਆਂ। ਤੇ ਕਰੂਗਾ ਕੀ ਬੰਦਾ? ਘਰ ਦੀ ਰਾਖੀ ਦੇ ਵਾਸਤੇ ਕੁੱਤਾ ਰੱਖਦਾ ਤੇ ਕੁੱਤਾ ਕਾਂ ਬੰਦਿਆਂ ਨੂੰ ਖਾ ਜਾਂਦਾ, ਚੋਰਾਂ ਨੂੰ ਭੌਂਕਦਾ ਕੋਈ ਨਹੀਂ। ਆਪਣੇ ਇੱਕ ਯੂਨੀਵਰਸਿਟੀ ਪ੍ਰੋਫੈਸਰ ਹੁੰਦੇ ਸੀ, ਹੁਣ ਤਾਂ ਫੌਤ ਹੋ ਗਏ। ਉਹਨਾਂ ਦੇ ਮੁੰਡੇ ਵੀ ਆਸਟ੍ਰੇਲੀਆ ਪੜ੍ਹ ਕੇ ਆਏ। ਇੱਕ ਦਿਨ ਬੈਠੇ ਉੱਥੇ ਕੌਫੀ ਪੀਂਦੇ ਸੀ, ਕਹਿੰਦੇ ਮੇਰੇ ਮੁੰਡੇ ਨਾ ਐਨ ਸਿਰੇ ਦੇ ਕਹਿੰਦੇ ਕੁੱਤਾ ਚੋਰ ਨੇ। ਕਹਿੰਦੇ ਕੋਈ ਚੰਗਾ ਕੁੱਤਾ ਕਹਿੰਦੇ ਛੱਡਦੇ ਹੀ ਨਹੀਂ। ਉਹ ਕਰਦੇ ਕੀ ਨੇ, ਕੁੱਤੀ ਦਾ ਪਿਸ਼ਾਬ ਸ਼ੀਸ਼ੀ 'ਚ ਪਾ ਲੈਂਦੇ ਆ ਤੇ ਜਿਹੜਾ ਕੁੱਤਾ ਉਹਨਾਂ ਨੇ ਚੋਰੀ ਕਰਨਾ ਹੁੰਦਾ ਨਾ, ਉਹਦੇ ਘਰ ਦੇ ਮੂਹਰੇ ਡੋਲਿਆ ਹੁੰਦਾ ਤੇ ਉਹ ਤੁਪਕਾ ਡੋਲ ਦੇ ਬਾਹਰ ਨੂੰ ਲੈ ਜਾਂਦੇ ਆ ਤੇ ਕੁੱਤਾ ਸੰਗਲ ਦੜਾ ਕੇ ਉਹ ਪਿਸ਼ਾਬ ਨੂੰ ਸੁੰਘਦਾ ਹੋਇਆ ਕੁੱਤੀ ਨੂੰ ਲਾਹੌਰ ਤੱਕ ਪਹੁੰਚ ਜਾਂਦਾ ਹੈ। ਸੋ ਕੁੱਤੇ ਚੋਰ ਉਦੋਂ ਤੇਜ਼ ਨੇ ਤੇ ਬੇਵਸੀ ਜੀ ਹੋਈ ਪਈ ਆ ਸਾਰੇ ਸਿਸਟਮ ਦੀ। ਤੇ ਅੰਡਾਨੀ ਬਾਨੀ ਵੱਡੇ ਚੋਰ ਨੇ, ਇਹਨਾਂ ਲਈ ਕਿਹੜਾ ਕੁੱਤਾ ਰੱਖਣਾ ਪਊਗਾ ਜੀ ਸੁਰਿੰਦਰ? ਗੱਲ ਪਹਾੜ ਦੀ ਤੁਸੀਂ ਕਹੀ ਆ, ਪਹਾੜ ਏਦਾਂ ਸੀ ਜਦੋਂ ਕੱਚੇ ਘਰ ਹੁੰਦੇ ਸੀ ਨਾ, ਉਦੋਂ ਸੱਬਲਾ ਨਾ ਪਿਛਲੇ ਬੰਨੇ ਹਮੇਸ਼ਾ ਪਹਾੜ ਪਿੱਛੋਂ ਲੱਗਦਾ ਸੀ, ਕਿਉਂਕਿ ਗਰਮੀਆਂ ਦੇ ਦਿਨ 'ਚ ਪਰਿਵਾਰ ਬਾਹਰ ਸੁੱਤਾ ਹੁੰਦਾ ਸੀ ਵਿਹੜੇ 'ਚ, ਤੇ ਉਹ ਬੈਕ ਸਾਈਡ ਤੋਂ ਨਾ ਉਹਨਾਂ ਨੇ ਪਾੜ ਲਾ ਲੈਣਾ ਤੇ ਅੰਦਰ ਸਾਰਾ ਕੁਝ ਲੈ ਜਾਣਾ। ਤੇ ਕਈ ਵਾਰੀ ਉਦੋਂ ਕੀ ਕਰਦੇ ਬਜ਼ੁਰਗ ਕਹਿੰਦੇ ਹੁੰਦੇ ਸੀ, ਏਦਾਂ ਕਰੋ ਜਿਹੜੀ ਪੇਟੀ ਹੈ ਨਾ, ਪੇਟੀ ਜਿਹੜੀ ਲੋਹੇ ਦੀ, ਉਹਦੇ 'ਚ ਨਾ ਸੰਗਲੀ ਇੱਕ ਰੱਖ ਦਿੰਦੇ ਹੁੰਦੇ ਸੀ, ਉਹ ਜਿਹੜੀ ਹੁੰਦੀ ਸੀ ਸਟੀਲ ਜਿਹੀ। ਉਦੋਂ ਖੈਰ ਉਹ ਕਾਲੇ ਲੋਹੇ ਦੀ ਨਹੀਂ ਸੀ ਹੁੰਦੀ, ਵੈਸੇ ਉਹ ਜਿਹੜਾ ਮਤਲਬ ਚਮਕਮਾ ਜਿਹਾ ਲੋਹਾ ਹੁੰਦਾ ਉਹਦੀ। ਕਹਿੰਦੇ ਜੇ ਉਹ ਪੁੱਛਣਾ ਸੀ ਕਿ ਇਹ ਕਿਉਂ ਰੱਖੀ ਹੋਈ ਹੈ, ਕਹਿੰਦੇ ਜੇ ਕਿਤੇ ਚੋਰ ਆ ਜਾਣ ਨਾ, ਇਹ ਰੱਖੀ ਹੋਵੇ ਨਾ, ਚੋਰ ਰਾਤ ਨੂੰ ਹਨੇਰੇ 'ਚ ਚੋਰੀ ਕਰਦੇ ਆ ਤੇ ਇਹ ਜਿਹੜੀ ਸੰਗਲੀ ਆ ਇਹਨੂੰ ਚਾਣ ਜਾਂ ਹੱਥ ਪੈ ਜੂ ਤੇ ਉਹਦਾ ਖੜਾਕ ਹੋ ਜੂਗਾ। ਕੱਪੜੇ ਕੁਪੜੇ 'ਚ ਰੱਖ ਦਿੰਦੇ, ਪਤਾ ਨਹੀਂ ਲੱਗਦਾ। ਹਾਂ, ਕਹਿੰਦੇ ਉਹਨੂੰ ਪਤਾ ਨਹੀਂ ਲੱਗਣਾ, ਕਿਉਂਕਿ ਉਦੋਂ ਕਿਹੜਾ ਕੋਈ ਟਾਰਚ ਕੁਛ ਵੀ ਹੁੰਦਾ ਸੀ। ਕਹਿੰਦੇ ਉਹ ਖੜਾਕ ਹੋ ਜੂ, ਆਪਣੇ ਹਿਸਾਬ ਨਾਲ ਵਿੱਚ ਸਮਾਨ ਕੱਢਦਾ ਹੋਊਗਾ, ਉਹਦਾ ਖੜਾਕ ਹੋ ਜੂ, ਯਾਦ ਆ ਜੂ ਤੇ ਚੋਰ ਪਕੜਨੇ ਸੌਖੇ ਹੋ ਜਾਣਗੇ। ਯਾਨੀ ਕਿ ਦੂਸਰੀ ਗੱਲ, ਜਦੋਂ ਆ ਗਿਆ ਆਪਣਾ ਮਕਾਨ ਪੱਕੇ ਬਣਨ ਲੱਗੇ, ਉਦੋਂ ਇਹ ਸੀ ਕਿ ਇੱਕ ਮਿੱਟੀ ਦੀ ਚਿਣਾਈ ਹੁੰਦੀ ਸੀ। ਮਿੱਟੀ ਦੀ ਚਿਣਾਈ 'ਚ ਉਹਨਾਂ ਨੂੰ ਪਤਾ ਹੁੰਦਾ ਸੀ 4 ਇੰਚੀ ਕੰਧ ਕਿੱਧਰ ਤੇ 9 ਇੰਚੀ। ਉਹਨਾਂ ਨੂੰ ਹੌਲੀ ਹੌਲੀ ਇੱਕ ਅੱਧੀ ਇੱਟ ਖਸਕਾ ਲੈਣੀ, ਖਸਕਾ ਕੇ ਦੂਜੀ ਕੱਢੀ, ਤੀਜੀ ਕੱਢੀ, ਪਾੜ ਲਾ ਲੈਣਾ ਪਿੱਛੋਂ, ਉਹਨੂੰ ਕਹਿ ਦਿੰਦੇ ਸੀ ਪਾੜ ਲੱਗ ਗਿਆ। ਉਹ ਪਾੜ ਬਣਦਾ ਸੀ, ਉਹਦੇ ਵਿੱਚ ਵੀ ਬੰਦਾ ਸੌਖਾ ਅੰਦਰ ਨੂੰ ਮਤਲਬ ਲੰਬਾ ਪੈ ਕੇ ਲੰਘ ਜਾਂਦਾ ਸੀ ਤੇ ਨਿਕਲ ਵੀ ਆਉਂਦਾ ਸੀ। ਉਹ ਪਾੜ, ਉਹਨੂੰ ਤਾਂ ਪਾੜ ਕਹਿੰਦੇ ਸੀ। ਰਹਿ ਗਈ ਗੱਲ ਹੁਣ ਚੋਰੀਆਂ, ਅੱਜ ਤਾਂ ਬਦਲ ਗਈਆਂ, ਅੱਜ ਤਾਂ ਬਹੁਤ ਦੂਰ ਤੱਕ ਲੈ ਗਏ। ਅੱਜ ਤਾਂ ਅਗਲੇ ਅਕਾਊਂਟ 'ਚੋਂ ਵੀ ਪੈਸੇ ਕਢਾ ਕੇ ਲੈ ਜਾਂਦੇ ਆ। ਉਹ ਤਾਂ 2 ਉਦਾਹਰਨਾਂ ਸਾਡੇ ਸਾਹਮਣੇ ਪਈਆਂ ਵਾ, ਇੱਕ ਸਾਬਕਾ ਮੰਤਰੀ ਦੇ ਘਰ ਵਾਲੀ ਤੇ ਇੱਕ ਸਾਡੇ ਮੁੱਖ ਮੰਤਰੀ ਦੇ ਘਰ ਵਾਲੀ। ਮੌਜੂਦਾ ਹੁੰਦਿਆਂ ਹੋਇਆਂ ਵੀ ਮੈਂਬਰ ਪਾਰਲੀਮੈਂਟ ਸੀ, ਅਗਲੇ ਅਕਾਊਂਟ ਖਾਲੀ ਕਰਕੇ ਸੀ, ਪਤਾ ਹੀ ਨਹੀਂ ਸੀ ਲੱਗਿਆ। ਹੁਣ ਤਾਂ ਤਕਨੀਕਾਂ ਜਿਹੜੀਆਂ ਬਹੁਤ ਬਦਲ ਗਈਆਂ। ਰਹਿ ਗਈ ਗੱਲ ਜਿੱਥੋਂ ਤੱਕ ਤੁਸੀਂ ਵੱਡਿਆਂ ਦੀ ਗੱਲ ਕੀਤੀ ਆ, ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ, ਜਿੰਨੀ ਦੇਰ ਮੋਦੀ ਬੈਠਾ ਓਨੀ ਦੇਰ ਤਾਂ ਨਹੀਂ ਕੁਛ ਵਿਗੜਦਾ, ਪਰ ਮਤ ਸੋਚੋ ਕਿ ਕਿੰਨੀ ਦੇਰ ਬੈਠਾ। ਹੋ ਸਕਦਾ ਪਾਰਟੀ 30, 35, 40, 42, 45, 50 ਸਾਲ ਤੱਕ ਖੜੀ ਰਵੇ, ਉਹਦੀ ਨਹੀਂ ਗੱਲ ਕਹਿ ਸਕਦੇ। ਪਰ ਅੱਜ ਸ਼ਾਮ ਨੂੰ ਨਾ ਇੱਕ ਨਾ ਆਪਾਂ ਉਹ ਕੀ ਕਹਿੰਦੇ ਹੁੰਦੇ ਆ, ਉਹ ਕਿਹੜੀ ਬਿਮਾਰੀ ਹੁੰਦੀ ਜਿਹੜੀ ਮੁਰਗੀਆਂ ਨੂੰ ਪੈਂਦੀ ਹੁੰਦੀ ਹੈ? ਰਾਣੀ ਖੇਤ ਨਾ, ਮੁਰਗੀਆਂ ਨੂੰ ਇੱਕ ਬਿਮਾਰੀ ਪੈ ਜਾਂਦੀ ਹੁੰਦੀ ਪਲੇਗ ਦੀ। ਉਹ ਰਾਣੀ ਖੇਤ ਉਹਦਾ ਨਾਂ ਸ਼ਾਇਦ, ਤੇ ਉਹ ਪਤਾ ਨਹੀਂ ਲੱਗਦਾ। ਨਹੀਂ, ਬਰਡ ਫਲੂ। ਹਾਂ, ਉਹ ਜੇ ਪੈ ਜਾਵੇ ਨਾ ਤੇ ਫਿਰ ਰਾਤ ਨੂੰ ਧੌਣਾ ਹੀ ਡਿੱਗੀਆਂ ਲੱਗਦੀਆਂ ਹੁੰਦੀਆਂ ਸਿਰੇ ਤੋਂ ਸਿਰੇ ਤੱਕ। ਇਸ ਕਰਕੇ ਪੋਲੀਟਿਕਸ ਆ, ਇਹ 'ਚ ਕੋਈ ਪਤਾ ਨਹੀਂ ਇਸ ਬੰਦੇ ਨੇ ਕਦੋਂ ਜਿਹੜਾ ਉਹ ਟਰੈਕ ਤੋਂ ਉਤਰ ਜਾਣਾ।
हाँ ਇਹਦੇ ਚ ਕੋਈ ਦੋ ਰਹਿ ਨਹੀਂ। ਵੱਡੇ ਵੱਡੇ ਵਪਾਰੀ ਜਿਹੜੇ ਆ ਉਹਨਾਂ ਨੇ ਬੈਂਕ ਜਿਹੜੇ ਉਹ ਖਾਲੀ ਕਰਤੇ ਹੋਏ ਆ, ਬੈਂਕਾਂ ਦੇ ਪੱਲੇ ਹੀ ਕੁਝ ਨਹੀਂ ਛੱਡਿਆ। ਯਾਨੀ ਕਿ ਜਿਹੜਾ ਗਰੀਬਾਂ ਦਾ ਪੈਸਾ ਸੀ, ਟੈਕਸ ਦਾ ਪੈਸਾ, ਉਹ ਵੀ ਸਾਰਾ ਉਹਨਾਂ ਕੋਲ, ਜਿਹੜਾ ਬੈਂਕਾਂ 'ਚ ਪਿਆ ਉਹ ਵੀ ਉਹਨਾਂ ਕੋਲ, ਸਾਰਾ ਕੁਝ ਹੀ ਉਹ ਲੈ ਗਏ ਨੇ। ਤੇ ਜਿੱਦਣ ਮਰਜੀ ਅੰਗਰੇਜ਼ਾਂ ਤਰ੍ਹਾਂ ਬੋਰੀ ਬਿਸਤਰਾ ਲਪੇਟ ਕੇ ਤੁਰ ਜਾਣ ਤੇ ਇਹ ਝੋਲਾ ਗਲ 'ਚ ਪਾਉਣਗੇ, ਕਹਿਣਗੇ ਹਮ ਵੀ ਚਲੇ। ਇਹ ਕੁਝ ਵਾਪਰ ਸਕਦਾ, ਕੁਝ ਨਹੀਂ ਕਹਿ ਸਕਦੇ। ਹਵਾਈ ਕਿਲੇ ਨੇ, ਹਵਾਈ ਕਿਲਿਆਂ ਨੇ ਕਿਸੇ ਨਾ ਕਿਸੇ ਟਾਈਮ ਢਹਿਣਾ ਹੁੰਦਾ। ਇਸ ਕਰਕੇ ਟਾਈਮ ਲੱਗਦਾ, ਲੇਕਿਨ ਕਿਲਾ ਢਹਿਣ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ, ਕਿਹੜੇ ਵੇਲੇ ਢਹਿ ਜਾਏ। ਤੁਸੀਂ ਗੱਲ ਕੀਤੀ ਝੋਲੇ ਦੀ। 1.5 ਲੱਖ ਦਾ ਬੈਗ ਨੂੰ ਲੈ ਕੇ ਜਿਹੜੀ ਮਹੂਆ ਜਿਹੜੇ ਟਰੋਲ ਹੋਏ ਆ, ਇਸ ਸੰਬੰਧੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ ਮੋਹੀਆ ਮੋਤਰਾ ਕਾਫੀ ਵਿਵਾਦਤ ਹੈ। ਤੇ ਕੱਲ ਜਦੋਂ ਮਹਿੰਗਾਈ ਤੇ ਚਰਚਾ ਹੋਈ ਤੇ ਇਸ ਕੋਲ ਜਿਹੜਾ ਲੂਈ ਬਿਟਾ ਬੈਗ ਸੀਗਾ, ਕਾਫੀ ਮਹਿੰਗਾ ਦੱਸਦੇ ਆਏ, ਤੇ ਨਾਲ ਉਹਨਾਂ ਦੀ ਸਾਥੀ ਸੀ ਕੋਕੋਲੀ ਘੋਸ਼, ਦੋਨੇ ਮਹਿੰਗਾਈ ਦੇ ਮੁੱਦੇ ਤੇ ਬੋਲ ਰਹੀਆਂ ਸੀ। ਤੇ ਇਸੇ ਤਰ੍ਹਾਂ ਮੋਹੀਆ ਨੇ ਆਪਣਾ ਜਿਹੜਾ 1,60,000 ਦਾ ਬੈਗ ਸੀ ਉਹ ਟੇਬਲ ਦੇ ਨੀਚੇ ਸਰਕਾ ਦਿੱਤਾ, ਕਿਉਂਕਿ ਉਹ ਕੈਮਰੇ 'ਚ ਫੋਕਸ ਹੋ ਰਿਹਾ ਸੀ। ਮਹਿੰਗੀ ਕਿਸਮ ਦਾ ਉਹ ਬੈਗ ਸੀ। ਤੇ ਇਹ ਜਿਹੜੀ ਮੋਹੀਆ ਮੋਤਰੇ ਕਈ ਮਾਮਲਿਆਂ 'ਚ ਵਿਵਾਦਤ ਆ, ਉਹਨੇ ਬੈਗ ਚੁੱਕਿਆ ਤੇ ਹੇਠਾਂ ਰੱਖ ਦਿੱਤਾ ਤਾਂ ਜੋ ਕੈਮਰੇ ਦੇ ਫੋਕਸ 'ਚ ਨਾ ਆਵੇ। ਇਸੇ ਤਰ੍ਹਾਂ ਜਨਤਾ ਕਿੱਥੇ ਅੜਦੀ ਹੈ ਟਰੋਲ ਹੋਣੋਂ। ਉਹ ਵੀਡੀਓ ਜਦੋਂ ਸਾਹਮਣੇ ਆਇਆ ਤਾਂ ਮਹੂਆ ਨੇ ਇਸ ਦੇ ਜਵਾਬ ਦੇ ਵਿੱਚ ਟਰੋਲ ਕੀਤਾ, ਜਿਸ ਦੇ ਵਿੱਚ ਲਿਖਿਆ ਸੀ ਕਿ ਝੋਲੇ ਵਾਲਾ ਫਕੀਰ 2019 ਦੇ ਵਿੱਚ ਸੰਸਦ ਦੇ ਵਿੱਚ ਹੈ, ਝੋਲਾ ਲੈ ਕੇ ਆਏ ਸੀ ਤੇ ਝੋਲਾ ਲੈ ਕੇ ਚੱਲ ਪਵਾਂਗੇ। ਤੇ ਮਹੂਆ ਦੇ ਟਵੀਟ ਨੂੰ ਪ੍ਰਧਾਨ ਮੰਤਰੀ ਦੇ ਟਵੀਟ ਤੇ ਤਰਜ ਮੰਨਿਆ ਜਾਂਦਾ, ਕਿਉਂਕਿ 2016 ਚ ਇੱਕ ਰੈਲੀ ਦੇ ਦੌਰਾਨ ਉਸਨੇ ਜਿਹੜਾ ਟਰੋਲ ਕੀਤਾ ਸੀ ਕਿ ਝੋਲੇ ਵਾਲਾ ਫਕੀਰ ਪਾਰਲੀਮੈਂਟ ਦੇ ਵਿੱਚ 2019 ਦੇ ਵਿੱਚ ਝੋਲਾ ਲੈ ਕੇ ਆਏ ਥੇ, ਝੋਲਾ ਲੈ ਕੇ ਚੱਲ ਪੜेंगे। ਇਸੇ ਦੌਰਾਨ ਭਾਜਪਾ ਨੇਤਾ ਨੇ ਮੋਹੀਆ ਨੂੰ ਆਖਿਆ ਕਿ ਦੋਗਲਾਪਣ, ਆਪ ਇਹ 1.5 ਲੱਖ ਦਾ ਬੈਗ ਚੁੱਕੀ ਫਿਰਦੀ ਹੈ ਤੇ ਗਰੀਬ ਹੋਣ ਦਾ ਦਾਅਵਾ ਕਰਦੀ ਹੈ। ਹੁਣ ਜੇ ਸੰਸਦ ਮੈਂਬਰ ਦੀ ਬਾਈ ਜੀ 70-80 ਹਜ਼ਾਰ ਤੋਂ ਤਨਖਾਹ ਬਣ ਜਾਂਦੀ ਹੈ ਮੋਟੀ ਮੋਟੀ, ਤੇ ਈਡੀਏ ਮਿਲਾ ਕੇ 1.5-2 ਲੱਖ ਨੂੰ ਢੁੱਕਦਾ ਹੈ, ਤੇ ਜੇ 1 ਮਹੀਨੇ ਦੀ ਤਨਖਾਹ ਦਾ ਬੈਗ ਲੈ ਲਿਆ ਤੇ ਫਿਰ ਕੀ ਹੋ ਗਿਆ। ਗੱਲ ਇਹ ਵੀ ਕਹਿਣੀ ਪਊਗੀ, ਜੇ ਤਾਂ ਉਹਨੇ ਬੈਗ ਗਿਫਟ 'ਚ ਲਿਆ ਫਿਰ ਤਾਂ ਤੁਸੀਂ ਉਹ ਕਰੋ। ਵੈਸੇ ਬੀਬੀਆਂ ਦੇ ਬੈਗ ਅੱਜ ਕੱਲ੍ਹ ਬਹੁਤ ਮਹਿੰਗੇ ਨੇ ਤੇ ਸੁਣ ਕੇ ਪਸੀਨਾ ਆ ਜਾਂਦਾ ਰੇਟ। ਹਾਲਾਂਕਿ ਇਹਨਾਂ ਦੀ ਜਿਹੜੀ ਕਹਿੰਦੇ ਆ ਟਰੂ ਕਾਪੀ ਹੈ, ਫਸਟ ਕਾਪੀ ਹੈ, ਉਹ ਬਿਲਕੁਲ ਡਿਟੋ ਦਿਸਦੀਆਂ ਹੁੰਦੀਆਂ ਨੇ, ਬਹੁਤ ਮਹਿੰਗੀਆਂ ਨੇ। ਮੈਂ ਆ ਵੇਖ ਰਿਹਾ ਸੀ, ਪਤਾ ਨਹੀਂ ਕਿਹੜੀ ਕੰਪਨੀ ਦੇ ਇੱਕ ਦਿਨ ਐਡ ਆ ਗਈ ਸੁਰਿੰਦਰ ਵੀਰ, ਮੇਰੇ ਲਈ ਬੜਾ ਸ਼ੌਕਿੰਗ ਸੀ। 60,000 ਦੀ ਗਰਗਾਬੀ, ਉੱਦਾਂ ਦੀ ਅਸੀਂ 1500-2000 ਵਾਲੀ ਪਾ ਲੈਣੇ, ਕੋਈ ਫਰਕ ਤਾਂ ਲੱਗਦਾ ਨਹੀਂ। ਪਰ ਗੱਲ ਹੈ ਉਹਦਾ ਬ੍ਰਾਂਡ ਹੈ। ਜਦੋਂ ਉਹ ਪਾਈ ਵੀ ਆ ਅਗਲਾ ਕਹਿੰਦਾ ਅੱਛਾ ਉਹ ਫਲਾਣੀ ਬੈਲੀ ਦੀ ਪਤਾ ਨਹੀਂ ਕਾਹਦੀ ਦੀ, ਅਗਲਾ ਕਹਿੰਦਾ 60,000 ਦੀ ਗਰਗਾਬੀ। ਮੇਰੇ ਲਈ ਤਾਂ ਸ਼ੌਕਿੰਗ ਸੀਗਾ, ਹੈ ਨਾ। ਹਾਲਾਂਕਿ ਚਲੋ ਵੇਖਦੇ ਰਹਿੰਦੇ ਆ, ਪਰ ਉਹ ਜੇ ਹਰਾਮ ਦਾ ਪੈਸਾ ਆਇਆ ਉਹ ਬੰਦਾ ਤਾਂ ਹੀ ਖਰੀਦੂ। ਤੇ ਜਾਂ ਫਿਰ ਤੁਹਾਡੇ 'ਚ ਕੋਈ ਊਣਾ ਪਾਣਾ ਹੈ ਜਿਹੜਾ ਤੁਹਾਨੂੰ ਦੱਸਣਾ ਪਵੇ ਵੀ ਪਰਮਿੰਦਰ ਨੇ ਜਾਂ ਸੁਰਿੰਦਰ ਨੇ 60,000 ਦੀ ਗਰਗਾਬੀ ਪਾਈ ਹੈ, ਆਪਣਾ ਬ੍ਰਾਂਡ। ਜੇ ਮਤਲਬ ਮੇਰੀ ਕੋਈ ਆਪਣੀ ਪਰਸਨੈਲਿਟੀ ਨਹੀਂ, ਅਗਲਾ ਕਿਤੇ ਜਾਣੇ ਅਗਲਾ ਕਹਿੰਦਾ ਅੱਛਾ ਪਰਮਿੰਦਰ ਤੁਰਿਆ ਜਾਂਦਾ। ਜੇ ਉਹ ਨਹੀਂ ਦੱਸਣਾ, ਜੇ ਮੈਂ ਲੋਕਾਂ ਨੂੰ ਦੱਸਣਾ ਕਿ ਮੈਂ ਕੌਣ ਆ, ਫਿਰ ਆਖੋ ਆ ਯਾਰ ਆ ਬੰਦਾ ਕੌਣ ਆ 60,000 ਦੀ ਗਰਗਾਬੀ ਵਾਲਾ, ਫਿਰ ਉਹ ਪਰਮਿੰਦਰ ਹੈ। ਮਤਲਬ ਉਹ ਜੁੱਤੀ ਦੀ ਬਿਨਾਂ ਤੇ ਜੇ ਮੈਂ ਚਮਕਣਾ ਫਿਰ ਤਾਂ ਮੈਂ ਮਹਿੰਗੀ ਜੁੱਤੀ ਪਾਵਾਂਗਾ। ਜੇ ਮੇਰੀ ਆਪਣੀ ਪਰਸਨੈਲਿਟੀ ਹੈ, ਮੇਰੇ ਕੰਮ ਚੰਗੇ ਕੀਤੇ ਹੋਏ ਨੇ, ਤੇ ਫਿਰ ਮੈਨੂੰ 60,000 ਦੀ ਵੈਲੀ ਦੀ ਜ਼ਰੂਰਤ ਨਹੀਂ ਹੈ, ਗਰਗਾਬੀ ਦੀ ਜ਼ਰੂਰਤ ਨਹੀਂ ਹੈ। ਸੋ ਆਤੀ ਹੈ ਵੈਸੇ ਸਿਸਟਮ ਦੀ ਤਾਂ ਹੁਣ। ਤੇ ਇਧਰੋਂ ਭਗਵੰਤ ਮਾਨ ਦੇ ਵੀ ਸ਼ੂਜ਼ ਸ਼ਾਜ਼ ਕਾਫੀ ਮਹਿੰਗੇ ਹੁੰਦੇ ਨੇ, ਪੈਸੇ ਕਲਾਕਾਰ ਹੈ, ਕੋਈ ਗੱਲ ਨਹੀਂ ਐਡੀ, ਚਲੋ ਹੋਰ ਕਿਹੜਾ ਉਹਨੇ ਕੋਈ ਉਹ ਕਰਨਾ। ਤੇ ਬੱਚੇ ਆਪਣੀ ਜਗ੍ਹਾ ਨੇ ਤੇ ਕੰਮਕਾਜ ਸੋਹਣਾ ਆ। ਚਲੋ ਦੂਸਰਾ ਹੁਣ ਵਿਆਹ ਹੋ ਗਿਆ ਤੇ ਨੌਵੀਂ ਵਹੁਟੀ ਨੂੰ ਲੈ ਕੇ ਪਿੰਡ ਪਹੁੰਚਿਆ ਸਤੌਜ, ਆਪਣੀ ਬੀਬੀ ਦੀਆਂ ਵੀ ਚੁਗਲੀਆਂ ਕਰੀ ਗਿਆ। ਕਹਿੰਦਾ ਬੀਬੀ 4 ਦਿਨ ਚੰਡੀਗੜ੍ਹ ਰਹਿੰਦੀ ਹੈ, ਫਿਰ ਬਿਮਾਰ ਹੋ ਜਾਂਦੀ ਹੈ, ਕਿਉਂਕਿ ਘਰੇ ਪਿੰਡ ਕਹਿੰਦਾ ਸਹੇਲੀਆਂ ਸਹੂਲੀਆਂ ਨੇ ਢਿੱਡ ਹੌਲਾ ਕਰਨਾ ਹੁੰਦਾ, ਤੇ ਇਸ ਕਰਕੇ ਕਹਿੰਦਾ ਬਾਹਲੀ ਦਿਨ ਸਾਡੇ ਕੋਲ ਰਹਿੰਦੀ ਨਹੀਂ। ਧੰਨਵਾਦ ਕਰਦਾ ਮੈਂ ਤੁਹਾਡਾ, ਕਹਿੰਦਾ ਤੁਹਾਡੇ ਕੋਲ ਸਾਡੀ ਬੀਬੀ ਢਿੱਡ ਹੌਲਾ ਕਰ ਜਾਂਦੀ ਹੈ। ਪਰ ਜੇ ਪੱਤਰਕਾਰ ਢਿੱਡ ਹੌਲਾ ਕਰਦੇ ਆ ਤੇ ਫਿਰ ਪੱਤਰਕਾਰਾਂ ਦੇ ਢਿੱਡ ਤੇ ਘਸੁੰਨ ਮਾਰਨ ਨੂੰ ਪੈਂਦੇ ਆ ਭਗਵੰਤ ਮਾਨ। ਸੁਖਬੀਰ ਬਾਦਲ ਕਹਿੰਦਾ ਇਹ ਤਾਂ ਮੁੱਖ ਮੰਤਰੀ ਨਹੀਂ, ਮੁੱਖ ਮੰਤਰੀ ਤਾਂ ਕੇਜਰੀਵਾਲ ਹੈ। ਸੋ ਸਹੁਰੇ ਘਰ ਫੇਰਾ ਪਵਾਇਆ ਹੈ ਭਗਵੰਤ ਮਾਨ, ਗੁਰੂ ਘਰ ਗਏ, ਭੁੰਜੇ ਬੈਠ ਕੇ ਤੇ ਲੰਗਰ ਖਾਧਾ, ਤੇ ਗੁਰਦੁਆਰੇ ਹੁਣ ਭੁੰਜੇ ਹੀ ਖਾਣਾ ਸੀ, ਬਾਦਲਾਂ ਨੂੰ ਕੁਰਸੀ ਤੇ ਦਿਖਾਣੋ ਰਹੇ। ਸੋ ਚਰਚਾ ਰਹੀ ਮੁੱਖ ਮੰਤਰੀ ਸਾਹਿਬ ਦੀ, ਆਪਣੀ ਬੀਬੀ ਨੂੰ ਵੀ ਟਿਚਰਾਂ ਕਰੀ ਗਿਆ, ਨਾਲੇ ਕਾਫੀ ਲੋਕਾਂ ਨੇ ਐਂਟਰਟੇਨ ਕੀਤਾ। ਇੱਕ ਕਾਲ ਲੈ ਲਈ ਸੁਰਿੰਦਰ, ਸਵਾਗਤ 101 ਨੰਬਰ। ਹੈਲੋ
ਅੱਲਾ ਮੈਂ ਤਾਂ ਸੁਰਿੰਦਰ ਯਾਰ ਨੂੰ ਵੀ ਰੋਕਿਆ ਤੇ ਤੁਸੀਂ ਫੇਰ ਨਹੀਂ ਬੋਲੇ। ਸੁਰਿੰਦਰ ਜੀ ਆ ਜਾਓ ਕਿਹੜਾ ਪਲੀਜ਼। ਏਦਾਂ ਕਿ ਜਿਹੜੀ ਨਾ ਪਾਰਲਨ ਵਾਲੀ ਬੀਬੀ ਸੀ ਜਿਹਨੇ ਸਵੇਰੇ ਗੁਰਪ੍ਰੀਤ ਨੂੰ ਤਿਆਰ ਕੀਤਾ ਸੀਗਾ, ਅੱਜ ਉਹਨੇ ਟਵੀਟ ਕੀਤਾ ਨਾਲ ਗੁਰਪ੍ਰੀਤ ਦੇ ਨੇ ਫੋਟੋ ਪਾਈ ਕਿ ਮੈਂ ਉਹਨੂੰ ਅੱਜ ਤਿਆਰੀ ਕਰਾ ਕੇ ਆਈ ਆ ਉਹਦੇ ਪਿੰਡ ਜਾਣ ਦੇ ਲਈ। ਤੇ ਸੁਣ ਤੇ ਲਓ ਫਿਰ ਲੋਕ ਕਿੱਥੇ ਟਿਕਦੇ ਆ, ਇੱਕ ਬੰਨੇ ਭਗਵੰਤ ਮਾਨ ਦੇ ਮੂਹਰੇ ਥਾਲ ਪਿਆ ਤੇ ਲੰਗਰ ਛਕਦਾ, ਦੂਜੇ ਬੰਨੇ ਉਹ ਕਹਿੰਦੇ ਇੱਥੇ ਸਾਦਾ ਬਣਦਾ ਤੇ ਜਾਂ ਆਪਣਾ ਵੀ ਮੂੰਹ ਮੱਥਾ ਇਸੇ ਤੋਂ ਰੰਗਾ ਲੈਂਦਾ, ਇਹਨੂੰ ਇਹਦਾ ਕੱਲੀ ਦਾ ਕਿਉਂ ਰੰਗਾ ਕੇ ਲੈ ਆਇਆ ਵਾ, ਆ ਵੀ ਤਾਂ ਦੱਸ ਦੇ ਇਹਦੇ ਤੇ ਕਿੰਨੇ ਲਾ ਕੇ ਆਇਆ ਵਾ। ਉਹਦਾ ਟਵੀਟ ਸੀ, ਉਹ ਚੱਕ ਲਿਆ, ਚੱਕ ਕੇ ਅਗਲੇ ਨੇ ਪੋਸਟਾਂ ਠੋਕ ਦਿੱਤੀਆਂ ਨਾਲ ਦੀ ਨਾਲ ਹੀ। ਤੈਨੂੰ ਪਤਾ ਲੋਕ ਕਿੱਥੇ ਟਿਕਦੇ, ਫਿਰ ਲੋਕ ਕਹਿੰਦੇ ਵੀ ਚੱਲ ਆ ਜਾ ਲੰਘ ਹੁਣ ਜਿਹੜੇ ਰਾਹ ਲੰਘਣ। ਹੁਣ ਚਲੋ ਚੰਗੀ ਗੱਲ ਆ, ਵੈਸੇ ਤੇ ਪਹਿਲਾ ਮੁੱਖ ਮੰਤਰੀ ਆ ਜਿਹਨੇ ਮੁੱਖ ਮੰਤਰੀ ਹੁੰਦੇ ਹੋਏ, ਪੰਜਾਬ ਦਾ ਖਾਸ ਕਰਕੇ ਪਹਿਲਾ ਮੁੱਖ ਮੰਤਰੀ ਜਿਹਨੇ ਮੁੱਖ ਮੰਤਰੀ ਹੁੰਦੇ ਹੋਏ ਦੂਜਾ ਵਿਆਹ ਮੁੱਖ ਮੰਤਰੀ ਦੇ ਕਾਰਜਕਾਲ 'ਚ ਕਰਵਾਇਆ। ਓਦਾਂ ਬਗੈਰ ਵਿਆਹ ਤੋਂ ਤਾਂ ਬੜੇ ਓਦਾਂ ਵੀ ਚਰਚੇ ਬੜਿਆਂ ਦੇ ਰਹੇ ਆ, ਪਰ ਜਿਹੜਾ ਪਰਮਾਨੈਂਟ ਵਿਆਹ ਕਰਾਇਆ ਉਹ ਭਗਵੰਤ ਮਾਨ ਨੂੰ ਸਿਹਰਾ ਜਾਂਦਾ। ਤੇ ਪਰ ਹੁਣ ਬਹੁਤੀ ਦਾ ਪਹਿਲੇ ਦਿਨ ਸਹੁਰੇ ਘਰ ਉਹਨੇ ਪਵਾਇਆ ਫੇਰਾ, ਚੰਗੀ ਗੱਲ ਆ, ਪਰ ਤਿਆਰੀ ਤਿਉਰੀ ਪੂਰੀ ਕਰਵਾ ਕੇ ਲਗਿਆ ਵਾ। ਕਿਉਂਕਿ ਮੈਂ ਉਹ ਜਦੋਂ ਜਿਹੜੀ ਪਹਿਲੇ ਦਿਨ ਮੇਕਅਪ ਵਾਲੀ ਔਰਤ ਸੀ ਜਿਹਨੇ ਪਹਿਲੇ ਦਿਨ ਉਹਨਾਂ ਦਾ ਮੇਕਅਪ ਕੀਤਾ ਡਾਕਟਰ ਗੁਰਪ੍ਰੀਤ ਦਾ, ਉਹ ਬਹੁਤ ਕਮਾਲ ਦਾ ਸੀਗਾ। ਬਾਅਦ ਚ ਉਹ ਗੱਲ ਨਹੀਂ ਬਣੀ, ਪਤਾ ਨਹੀਂ ਕੋਈ ਵੈਸੇ ਹੀ ਬੀਬੀ ਦਾ ਮਨ ਨਹੀਂ ਸੀ ਠੀਕ ਡਾਕਟਰ ਗੁਰਪ੍ਰੀਤ ਦਾ ਜਾਂ ਵੈਸੇ ਹੀ, ਪਰ ਪਹਿਲੇ ਦਿਨ ਬਹੁਤ ਚਾਰਮਿੰਗ ਸੀ ਚਿਹਰਾ ਮਿਸਿਸ ਚੀਫ ਮਿਨਿਸਟਰ ਦਾ। ਏਦਾਂ ਨਾ ਇਹ ਮੈਂ ਬੀਬੀਆਂ ਦੀ ਕਿਸੇ ਪਾਰਟੀ 'ਚ ਸੁਣਿਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਂ ਕਲੀਅਰ ਕਰਦਾ। ਨਹੀਂ ਉਹ ਬੀਬੀਆਂ ਦੀ ਪਾਰਟੀ ਕੀ, ਆਪਾਂ ਵੀ ਰੋਜ਼ ਦੇਖਦੇ, ਆਪਾਂ ਨੂੰ ਵੀ ਪਤਾ। ਮੈਂ ਅੱਗੇ ਵੀ ਚੱਲ ਕੇ ਗੱਲ ਕਰਦਾ। ਹੁਣ ਏਦਾਂ ਨਾ ਪਹਿਲੇ ਦਿਨ ਚਾਹ ਸੀ, ਹੌਲੀ ਹੌਲੀ ਚਾਹ ਘਟਨੇ ਨੇ। ਹੁਣ ਬੱਚਾ ਜੰਮਦਾ ਉਹਦੇ ਤੇ ਪਰਿਵਾਰ ਦਾ ਚਾਹ ਹੁੰਦਾ ਕਿ ਸਾਡੇ ਘਰੇ ਬੱਚਾ ਪੈਦਾ ਹੋਇਆ, ਤੇ ਜਦੋਂ ਬੱਚਾ ਵੱਡਾ ਹੁੰਦਾ ਉਹਦੇ ਵੀ ਚਾਹ ਹੁੰਦੇ ਆ, ਤੇ ਜਿਹੜਾ ਬਜ਼ੁਰਗ ਹੋ ਜਾਂਦਾ ਫਿਰ ਉਹਦੇ ਚਾਹ ਨਹੀਂ ਹੁੰਦੇ, ਉਹ ਫਿਰ ਅਗਲਾ ਬੰਦਾ ਨੇੜੇ ਆਇਆ ਹੁੰਦਾ। ਇਸ ਕਰਕੇ ਚਾਹ ਘਟਦੇ ਨੇ। ਅੱਜ ਮੈਨੂੰ ਨਾ ਇੱਕ ਬੰਦੇ ਨੇ ਫੋਟੋ ਵੀ ਭੇਜੀ ਤੇ ਇੱਕ ਬੰਦੇ ਨੇ ਪੋਸਟ ਪਾਈ ਵੀ, ਮੈਂ ਦੇਖ ਲਈ। ਉਹਨੇ ਨਾ ਔਰਤ ਖੜੀ ਆ, ਅੱਗੇ 3 ਜੁੱਤੀਆਂ ਦੇ ਜੋੜੇ ਪਏ ਆ, ਕਿਉਂਕਿ ਅੱਜ ਕੱਲ ਉਹ ਤੀਆਂ ਤੀਜ ਦੀਆਂ ਮੈਂ ਤਾਂ ਕਦੀ ਇਹ ਕੋਈ ਦੇਖਿਆ ਨਹੀਂ, ਪਰ ਉਹ ਚੱਲ ਰਹੀਆਂ। ਚਲੋ ਲੋਕਾਂ ਦਾ ਮਨੋਰੰਜਨ ਆ, ਜਿਹੜਾ ਕਰਦਾ ਕਰੇ, ਕੋਈ ਗੱਲ ਨਹੀਂ। ਉਹ ਬੰਦੇ ਨੇ ਭਾਈ ਕਹਿੰਦਾ ਜੀ, ਮੈਂ ਕਿਹਾ ਇਹ ਕੀ ਆ? ਕਹਿੰਦੇ ਯਾਰ ਪੋਸਟ ਪਾ ਦੋ। ਮੈਂ ਕਾਹਦੀ ਪਾ ਦੋ? ਕਹਿੰਦਾ ਕਹਿੰਦਾ ਇਹ ਤੇ ਲਿਖ ਦੋ ਵੀ ਜਦੋਂ ਮੈਂ ਦੁਕਾਨ 'ਚ ਵੜਦਾ ਜਿਹੜੀ ਚੀਜ਼ ਸਭ ਤੋਂ ਮੋਹਰੇ ਆਉਂਦੀ ਮੈਂ ਉਹੀ ਪਸੰਦ ਕਰਕੇ ਪਾਉਣਾ। ਤੇ ਘਰ ਵਾਲੀ ਨਾਲ ਗਿਆ ਤੇ ਮੈਂ ਕਿਹਾ ਆਹ ਸਭ ਤੋਂ ਵਧੀਆ, ਆਹ ਲੈ ਲਾ। ਉਹ ਕਹਿੰਦੀ ਵੀ ਤੇਰੇ ਖੇਖਣ ਇਹੀ ਰਹੇ ਸਾਰੀ ਉਮਰ। ਮੇਰੇ ਤਾਂ ਕੰਮ ਇਹ ਆ ਵੀ ਜਿੰਨੀ ਦੇਰ ਮੈਂ ਸਾਰੀ ਦੁਕਾਨ ਨਾਲ ਖਿਲਾਰ ਲਵਾਂ ਉਨੀ ਦੇਰ ਮੈਨੂੰ ਚੀਜ਼ ਨਹੀਂ ਪਸੰਦ ਆਉਂਦੀ। ਕਹਿੰਦਾ ਹੁਣ ਮੈਂ ਉਹ ਬੰਦਾ ਜਿਹਨੇ ਪਹਿਲੀ ਨਜ਼ਰੇ ਉਹਨੂੰ ਪਸੰਦ ਕਰ ਲਿਆ ਤੇ ਮੇਰੀ ਚੀਜ਼ ਪਹਿਲੀ ਨਜ਼ਰੇ ਪਸੰਦ ਕੀਤੀ ਉਹਨੂੰ ਪਸੰਦ ਨਹੀਂ ਆਉਂਦੀ ਹੈ। ਮੈਂ ਕਿਹਾ ਵੀ ਪਹਿਲੀ ਗੱਲ ਤਾਂ ਸਾਡੇ ਘਰੇ ਇਦਾਂ ਦਾ ਕਦੀ ਕੁਝ ਵਾਪਰਿਆ ਨਹੀਂ। ਦੂਸਰੀ ਗੱਲ ਆ, ਜਿਹਨੇ ਇਹ ਪੋਸਟ ਪਾਤੀ ਉਹਦੀਆਂ ਰਾਤ ਦੀਆਂ ਰੋਟੀਆਂ ਨਹੀਂ ਉਹਨੂੰ ਮਿਲਦੀਆਂ, ਇਹ ਸੋਚ ਲਵੀ। ਸੋ ਇਸ ਕਰਕੇ ਆ ਕਿ ਕਈ ਵਾਰੀ ਬਹੁਤ ਕੁਝ ਵਾਪਰ ਜਾਂਦਾ। ਸੋ ਇਸ ਕਰਕੇ ਚਲੋ ਹੁਣ ਬੀਬੀ ਦਾ ਉਹ ਵਾਕਿਆ ਹੀ ਉਹ ਹਾਸਾ ਠੱਠਾ ਨਹੀਂ ਰਹਿਣਾ। ਹਾਸੇ ਠੱਠੇ ਦਾ ਕੋਈ ਟਾਈਮ ਹੁੰਦਾ ਤੇ ਸਾਰੀ ਉਮਰ ਹਾਸਾ ਠੱਠਾ ਨਹੀਂ ਚੱਲਦਾ। ਤੇ ਹੁਣ ਆਪਾਂ ਨਾ ਜੇ ਕਾਲ ਨਹੀਂ ਆ ਤੇ ਇੱਕ ਬੜੀ ਇੰਟਰਸਟਿੰਗ ਅੱਜ ਘਟਨਾ ਵਾਪਰੀ, ਉੱਧਰ ਵੱਲ ਨੂੰ ਜਾਣਾ। ਮੈਂ ਵੀ ਸੋਚਦਾ ਅੱਜ ਹਾਸਾ ਠੱਠਾ ਕਰ ਲਈਏ। ਡਾਕਟਰ ਗੁਰਨਾਮ ਸਿੰਘ ਤੀਰ ਨੂੰ ਪੜ੍ਹ ਰਿਹਾ ਮੈਂ। ਨਹੀਂ ਗੁਰਨਾਮ ਸਿੰਘ ਤੀਰ ਵਾਲ ਬਾਅਦ ਚ ਆਉਣਾ। ਕੀ ਹੋਇਆ ਕਿ ਕੱਲ ਜਿਹੜਾ ਹਾਈ ਕੋਰਟ ਦੇ ਚੀਫ ਜਸਟਿਸ ਨੇ, ਪੰਜਾਬ ਹਰਿਆਣਾ ਹਾਈ ਕੋਰਟ ਦੇ ਨੇ ਕਲਾਸ ਲਾਈ ਸੀਗੀ ਸਰਕਾਰੀ ਵਕੀਲ ਦੀ ਕਿ ਇੱਕ ਤਾਂ ਜਿਹੜਾ ਜਗਮੋਹਨ ਸਿੰਘ ਭੱਟੀ ਵਕੀਲ ਆ ਇਹਦੀ ਤਸੱਲੀ ਕਰਾਵੇ ਪੰਜਾਬ ਸਰਕਾਰ, ਨੰਬਰ 1। ਨੰਬਰ 2 ਉਹਨਾਂ ਕਿਹਾ ਕਿ ਜੇ ਬਾਹਰੋਂ ਬੰਦੇ ਲਿਆ ਕੇ ਲਾਉਣੇ ਨੇ ਤੇ ਫਿਰ ਚੋਣਾਂ ਦਾ ਕੀ ਮਤਲਬ, ਫਿਰ ਚੋਣਾਂ ਕਾਹਦੇ ਲਈ ਕਰਾਈਆਂ। ਕੀ ਹੋਇਆ ਕਿ ਕੱਲ ਟਵੀਟ ਕਰ ਦਿੱਤਾ, ਇੱਕ ਸਟੇਟਮੈਂਟ ਦੇ ਦਿੱਤੀ ਹਰਜੋਤ ਬੈਂਸ ਨੇ, ਮੰਤਰੀ ਨੇ। ਉਹ ਕਹਿੰਦਾ ਜੀ ਵੀ ਟਵੀਟ ਕੀਤਾ, ਕਹਿੰਦਾ ਵਕੀਲ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹਾਈ ਕੋਰਟ ਨੇ ਤੇ ਉਹਦੀ ਜਿਹੜੀ ਰਿਟ ਪਟੀਸ਼ਨ ਸੀ ਉਹ ਕਰ ਦਿੱਤੀ ਡਿਸਮਿਸ। ਅੱਛਾ, ਉਹ ਹੁਣ PIL ਨੂੰ ਤਾਂ ਪਬਲਿਕ ਇੰਟਰਸਟ 'ਚ ਹੁੰਦੀ ਆ, ਉਹਨੇ ਉਹਦਾ
ਉਹਦੀ ਡੈਫੀਨੇਸ਼ਨ ਬਦਲ ਕੇ ਕਹਿੰਦਾ ਪੋਲੀਟੀਕਲ ਸੀ। ਟਵੀਟ ਕਰਤਾ, ਫਿਰ ਭੱਟੀ ਸਾਹਿਬ ਕਿੱਥੋਂ ਟਿਕਣ ਵਾਲੇ ਸੀ। ਭੱਟੀ ਸਾਹਿਬ ਨੇ ਅੱਜ ਕੋੜਮਾ ਘੇਰ ਲਿਆ, ਔਰ ਪਹਿਲੀ ਵਾਰੀ ਏਦਾਂ ਦਾ ਕੋੜਮਾ ਘੇਰਦਾ ਮੈਂ ਕਦੀ ਅੱਜ ਤੱਕ ਕਿਸੇ ਨੂੰ ਲੀਗਲ ਨੋਟਿਸ ਭੇਜੀ ਏਦਾਂ ਕੋੜਮਾ ਘੇਰਦਾ ਨਹੀਂ ਦੇਖਿਆ। ਹਾਂ, ਜਦੋਂ ਕ੍ਰਿਮੀਨਲ ਕੇਸ ਜਿਹੜਾ ਉਹਦੇ ਵਿੱਚ ਘੇਰਨਾ ਹੁੰਦਾ, ਉਹਦੇ ਚ ਕਹਿੰਦੇ ਹੁੰਦੇ ਪਹਿਲਾਂ ਨਾ ਸਾਜ਼ਿਸ਼ਕਰਤਾ ਜਿਹੜੇ ਨੇ ਨਾ ਉਹਨਾਂ ਨੂੰ ਘੇਰ ਲਓ 120 ਚ, ਉਹ ਟੰਗੇ ਗਏ, ਤੇ ਫਿਰ ਜਿਹੜਾ 302 ਵਾਲਾ ਉਹ ਤਾਂ ਆਪੇ ਟੰਗਿਆ ਜਾਊ, ਉਹਦੀ ਕੋਈ ਚਿੰਤਾ ਨਹੀਂ। ਹੁਣ ਉਹਨਾਂ ਕੀ ਕੀਤਾ, ਉਹਨਾਂ 7 ਬੰਦਿਆਂ ਨੂੰ ਲੀਗਲ ਨੋਟਿਸ ਭੇਜਤਾ। ਉਹਦੇ ਚ ਹਰਜੋਤ ਬੈਂਸ ਵੀ ਆ, ਉਹਦੇ ਚ ਇਹਨਾਂ ਦੀ ਮੀਡੀਆ ਟੀਮ ਵੀ ਆ, ਉਹਦੇ ਚ ਚੀਫ ਸੈਕਟਰੀ ਵੀ ਆ, ਉਹ ਚ ਭਗਵੰਤ ਮਾਨ ਵੀ ਆ, ਕਵਤਾਰ ਸਿੰਘ ਸੰਧਵਾ ਵੀ ਆ, ਉਹਦੇ ਚ ਜੈ ਕਿਸ਼ਨ ਰੋੜੀ ਵੀ ਆ, ਤੇ ਉਹਦੇ ਵਿੱਚ ਕੇਜਰੀਵਾਲ ਵੀ ਆ। ਸੁਖਵਿੰਦਰ ਹੋਰਾਂ ਨੇ ਵੀ ਕਮੈਂਟ ਲਿਖਿਆ ਸੀਗਾ। ਸੁਣ ਲਓ ਕੀ ਕੀਤਾ ਉਹਨਾਂ ਨੇ। ਮੈਂ ਅੱਗੇ ਕੀ ਹੁੰਦਾ, ਅੱਗੇ ਕਹਿੰਦਾ ਕਿ ਇੰਨੇ ਦਿਨਾਂ ਚ ਮਾਫੀ ਮੰਗੋ, ਨਹੀਂ ਤਾਂ ਮੈਂ ਇੰਨੇ ਕਰੋੜ ਦਾ ਮਾਨਹਾਨੀ ਦਾ ਦਾਅਵਾ ਕਰੂੰਗਾ। ਉਹਨਾਂ ਕੀ ਕਿਹਾ, ਕਹਿੰਦੇ 24 ਘੰਟੇ ਚ ਮਾਫੀ ਮੰਗੋ, 1 ਹਫ਼ਤੇ ਚ 10 ਕਰੋੜ ਮੁਆਵਜ਼ਾ ਦਿਓ ਮਾਨਹਾਨੀ ਦਾ। ਨਹੀਂ ਦਿਓਗੇ ਤੇ ਮੈਂ ਹਾਈ ਕੋਰਟ ਜਾਵਾਂਗਾ ਹੀ ਜਾਵਾਂਗਾ। ਤੁਸੀਂ ਹਾਈ ਕੋਰਟ ਦੇ ਫੈਸਲੇ ਦੀ ਜਾਂ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਸੀ ਉਹਦੀ ਤੋਹੀਨ ਕੀਤੀ ਆ, ਤੇ ਮੇਰੀ ਵੀ ਇਨਸਲਟ ਕੀਤੀ ਆ। ਯਾਨੀ ਕਿ ਹੁਣ ਉਹਨੇ ਟੰਗ ਲਿਆ ਸਾਰਾ ਟੱਬਰ। ਹੁਣ ਹਰਜੋਤ ਪੈ ਏਦਾਂ ਪਟੀਸ਼ਨ ਪੈ ਜਾਂਦੀ ਹੈ ਮਾਨਹਾਨੀ, ਪਰ ਇਹਦੀ ਮਾਨਹਾਨੀ ਦੇ ਕੇਸਾਂ 'ਚ ਬਹੁਤ ਘੱਟ ਰਿਜ਼ਲਟ ਪੋਜ਼ਿਟਿਵ ਨਿਕਲਦਾ। ਥੋੜਾ ਡਿਟੇਲ 'ਚ ਦੱਸਿਓ ਕਿ ਇਹਦੇ 'ਚ ਕੁਛ ਨਾ ਕੁਛ ਹੋ ਸਕਦਾ। ਵੈਸੇ ਬਹੁਤ ਸਾਰੇ ਮਾਨਹਾਨੀ ਦੇ ਕੇਸ ਨੇ, ਪੋਲੀਟੀਕਲ ਲੋਕਾਂ ਨੇ ਜਿਹੜਾ ਕੇਜਰੀਵਾਲ ਸਾਹਿਬ ਨੇ ਮਾਫੀ ਵੀ ਮੰਗੀ ਸੀ। ਕੀ ਮਹਿਸੂਸ ਕਰਦੇ ਹੋ ਕਿ ਇਹਦਾ ਅਸਰ ਕੀ ਰਹਿ ਗਿਆ? ਤੇ ਦੂਸਰਾ, ਸੁਖਬੀਰ ਬਾਦਲ ਦਾ ਬਿਆਨ ਦੇਣਾ ਤੇ ਉਧਰ ਰਾਜ ਸਭਾ ਦੇ ਵਿੱਚ ਥੋੜੀ ਸਮਾਪਤੀ ਜਲਦੀ ਕਰਾਂਗੇ। 2-3 ਖਬਰਾਂ ਮੈਂ ਇਕੱਠੀਆਂ ਲੈਣਾ, ਕਾਲ ਨਹੀਂ ਲੈ ਰਿਹਾ। ਇੱਕ ਮੇਰੇ ਖਿਆਲ ਹੋਲਡ ਤੇ ਪੈ ਨੇ ਬਾਈ ਜੀ, ਚਲੋ ਇਹਨਾਂ ਨੂੰ ਪਹਿਲਾਂ ਗੱਲ ਕਰ ਲਈਏ। 35 ਨੰਬਰ ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੱਤਾ ਬਰਿਆਰ ਸਾਹਿਬ। ਟਵਾਣਾ ਜੀ, ਜਿਹੜਾ ਪਾੜ ਪਿੰਡਾ ਨਾ, ਪਾੜ ਪਿੰਡਾ ਵਾ ਨਹਿਰਾਂ ਦੇ ਵਿੱਚ, ਇਹ ਸੰਨ ਲੱਗਦੀ ਆ ਇਹਨੂੰ। ਜਿਹੜੇ ਪੁਰਾਣੇ ਸਮੇਂ ਚ ਜਦੋਂ ਮਗਰੋਂ ਕੋਠਿਆਂ ਦੇ ਮਗਰੋਂ ਪਾੜ ਪਾਉਂਦੇ ਤੇ ਇਹਨੂੰ ਜਿਹਦੇ ਸੰਨ ਲਾ ਗਏ ਚੋਰੀ ਹੋ ਗਈ। ਹਾਂ, ਪੁਰਾਣਾ ਲਫ਼ਜ਼ ਦਾ ਜਿਵੇਂ ਦੇਖੋ ਨਾ, ਪਹਿਲਿਆਂ ਸਮਿਆਂ 'ਚ ਤੁਹਾਡੇ ਮਾਝੇ 'ਚ ਸੰਨ ਕਹਿੰਦੇ ਹੋਣੇ, ਇੱਧਰ ਪਾੜ ਵੀ ਕਹਿੰਦੇ ਨੇ, ਪਾੜ ਲਾ ਲਿਆ ਪੁਰਾਣੇ। ਪਾੜ ਨਹਿਰਾਂ ਦੇ ਵਿੱਚ ਜਿਹੜਾ ਪਿੰਡਾਂ ਇਹਨੂੰ ਪਾੜ ਕਹਿੰਦੇ, ਪਾੜ ਪੈ ਗਿਆ ਨਹਿਰ। ਸਾਡੇ ਵੀ ਕਹਿੰਦੇ ਆ ਇੱਧਰ ਵੀ ਰੌਂ ਪਾਟੀ ਹੋਈ ਹੈ, ਪਟਿਆਲੇ ਕੀ ਰੌਂ ਪਾਟੀ ਹੋਈ ਹੈ, ਘੱਗਰ ਦੀ ਮਤਲਬ ਹਾਂਜੀ ਆਪਾਂ ਕੱਲ ਵੇਖਦੇ ਤੇ ਉਹ ਪਾੜ ਪਿੰਡਾ। ਇਹ ਜਿਹੜਾ ਕੋਠੇ ਤੇ ਮਗਰੋਂ ਦੇ ਇਹ ਸੰਨ ਕਹਿੰਦੇ ਵੀ ਸੰਨ ਲਾ ਕੇ ਤੇ ਚੋਰੀ ਹੋ ਗਈ। ਹਾਂ, ਵੈਸੇ ਪਾੜ ਲੋਕ ਵਰਤਦੇ ਆ, ਐਗਜ਼ੈਕਟ ਵਰਡ ਸੰਨ ਨਹੀਂ ਹੈ। ਥੈਂਕ ਯੂ ਸੱਤਾ ਬਰਿਆਰ ਜੀ, ਮਿਹਰਬਾਨੀ ਮਿਹਰਬਾਨੀ। ਕਿਉਂਕਿ ਪੁਰਾਣਾ 15ਵੀਂ 16ਵੀਂ ਸਦੀ ਦੇ ਜਿਹੜੇ ਹੋਏ ਨੇ ਨਾ ਸੇਂਟ ਜੱਲਣ ਜੱਟ, ਉਹਨਾਂ ਦਾ ਇਹ ਚੋਰੀ ਦੇ ਬਾਰੇ ਲਫ਼ਜ਼ ਸੰਨ ਹੀ ਉਹਨਾਂ ਨੇ ਵਰਤਿਆ ਕਿ ਧੀਆਂ ਪੁੱਤਾਂ ਨੂੰ ਲੈ ਗਈਆਂ ਨੂੰਹਾਂ ਤੇ ਧੀਆਂ ਨੂੰ ਲੈ ਗਏ ਹੋਰ, ਜਾਣੀ ਜਵਾਈ ਜਿੱਥੇ ਵਹੀਆਂ ਗਈਆਂ ਧੀਆਂ, ਪੁੱਤਾਂ ਨੂੰ ਲੈ ਗਈਆਂ ਨੂੰਹਾਂ ਤੇ ਧੀਆਂ ਨੂੰ ਲੈ ਗਏ ਚੋਰ, ਧੀਆਂ ਨੂੰ ਲੈ ਗਏ ਹੋਰ, ਬੁੱਢਾ ਬੁੱਢੜੀ ਇਉਂ ਬੈਠੇ ਜਿਵੇਂ ਸੰਨ ਲਾ ਗਏ ਨੇ ਚੋਰ। ਉਹ ਸੰਨ ਲਫ਼ਜ਼ ਹੀ ਉੱਥੇ ਇਹਨੂੰ ਕਿਹਾ, ਪਾੜ ਨਹੀਂ ਕਿਹਾ। ਤੇ ਜਿਸ ਤਰ੍ਹਾਂ ਹੁਣ ਪਾਰਲੀਮੈਂਟ ਦੇਖੋ ਕਿ ਰਾਘਵ ਚੱਡਾ ਦੇ ਬਾਰੇ ਸਟੇਟਮੈਂਟ ਆ ਤਾਂ ਇਹਨਾਂ ਨੇ ਦੇ ਦਿੱਤੀਆਂ, ਉਹਦੀ ਚਮਚੀ ਮਾਰਦੇ ਆ, ਪਾਲਿਸ਼ ਕਰਦੇ ਆ ਸਾਰਿਆਂ ਨੇ। ਅਜੇ ਫੈਸਲਾ ਨਿਬੜਿਆ ਨਹੀਂ ਸੀ, ਅਜੇ ਤਾਂ ਅਪੁਆਇੰਟਮੈਂਟ ਹੋਣੀ ਆ, ਅਪੁਆਇੰਟਮੈਂਟ ਨੂੰ ਵੀ ਚੁਣੌਤੀ ਹੋਏਗੀ। ਇੱਕ ਤਾਂ ਇਹ ਪੁਆਇੰਟ ਕਿ ਜਦੋਂ ਆਫੀਸ਼ੀਅਲੀ ਅਪੁਆਇੰਟਮੈਂਟ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਤੀ, ਰਾਘਵ ਚੱਡਾ ਦੀ ਅਪੁਆਇੰਟਮੈਂਟ ਕਰ ਦਿੱਤੀ, ਉਦੋਂ ਕਿਉਂਕਿ ਚੁਣੌਤੀ ਫਿਰ ਬਣਦੀ ਹੈ। ਤੇ ਦੂਸਰਾ, ਇਹ ਮਾਨਹਾਨੀ ਦੇ ਜਿਹੜੀ ਪਾਈ ਹੈ ਇਹਦਾ ਕਿੰਨਾ ਕੁ ਵਜੂਦ ਵੇਖਦੇ ਹੋ। ਤੇ ਤੀਸਰਾ ਪੁਆਇੰਟ ਜਿਹੜਾ, ਜਿਵੇਂ ਹੁਣ ਰਾਘਵ ਚੱਡਾ ਨੇ ਜਿਹੜਾ ਮਸਲਾ, ਸਿੱਖ ਮਸਲੇ, ਪੰਜਾਬ ਦੇ ਮਸਲੇ ਉਹ ਬਹੁਤ ਚੁੱਕ ਰਹੇ ਨੇ, ਬ੍ਰਾਡਕਾਸਟ ਨੇ, ਕੋਈ ਦੋਰਾਵਾਂ ਨਹੀਂ। ਜਿਵੇਂ ਪਾਰਲੀਮੈਂਟ 'ਚ ਉਹਨਾਂ ਨੇ ਜਿਹੜੀਆਂ ਸਰਾਵਾਂ ਨੇ SGPC ਦੀਆਂ, ਉਹਨਾਂ ਤੇ GST 12% ਦਾ ਮੁੱਦਾ ਚੁੱਕ ਲਿਆ। ਤੇ ਉਧਰ ਹਰਸਿਮਰਤ ਕੌਰ ਬਾਦਲ ਕਹਿੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰੋ। ਉਹਨਾਂ ਨੇ ਸਿੱਖ ਮਸਲਾ, ਕਿਸਾਨੀ ਮਸਲਾ ਚੁੱਕ ਲਿਆ। ਤੇ ਇਹਨਾਂ ਮਸਲਿਆਂ ਤੇ ਕਰੋ ਕਰਾਂ ਕੰਪਲੀਟ, ਫਿਰ ਸਮਾਪਤੀ ਕਰਾਂਗੇ। ਤੇ ਮੇਰੀ ਅੱਜ ਇੱਛਾ ਕਿ ਡਾਕਟਰ ਗੁਰਨਾਮ ਸਿੰਘ ਪੀਰ ਦੇ ਜਿਹੜੇ ਹਾਸ ਵਿਅੰਗ ਨੇ ਅੱਜ ਜ਼ਰੂਰ ਕੁਛ ਨਾ ਕੁਛ ਸੁਣਾਇਆ ਜਾਵੇ। ਪੋਜ਼ਿਟਿਵਿਟੀ ਥੋੜੀ ਆਉਣੀ ਚਾਹੀਦੀ ਹੈ, ਬੜਾ ਡਿਪਰੈਸ਼ਨ ਚੱਲ ਰਿਹਾ ਲੋਕਾਂ 'ਚ। ਜੀ ਸੁਰਿੰਦਰ, ਕਰੋ ਕਰਾਂ ਕੰਪਲੀਟ, ਕਾਲ ਨਹੀਂ ਲਵਾਂਗੇ ਇੰਨੇ ਦੇਰ, ਫਿਰ ਤੁਹਾਨੂੰ ਹਾਸ ਵਿਅੰਗ ਸੁਣਾਉਣੇ ਅੱਜ। ਗੁਰਨਾਮ ਸਿੰਘ ਪੀਰ, ਜੱਟ ਦਾ ਵਰਤ ਜਾਂ ਕਿਹੜਾ ਸੁਣਾਉਣਾ ਵੇਖਦੇ ਹੋ, ਥੋੜਾ ਲੰਮਾ। ਜੀ ਸੁਰਿੰਦਰ, ਕੰਟੀਨਿਊ ਕੰਪਲੀਟ ਕਰੋ। ਕੋਈ ਹੋਰ ਖਬਰ ਹੋਵੇ ਵੀਰ ਉਹ ਵੀ ਨਿਬੇੜ ਦਿਓ ਪਲੀਜ਼ ਜੀ। ਦੇਖੋ, ਜਿੱਥੋਂ ਤੱਕ ਸਵਾਲ ਆ
ਕਿ ਦੇਖੋ ਇਹਨਾਂ ਨੇ ਜੋ ਕੁਝ ਕਰਤਾ, ਉਹਨਾਂ ਨੇ ਪਹਿਲੀ ਗੱਲ ਇਹਨਾਂ ਨੂੰ ਨੋਟਿਸ ਦਿੱਤਾ ਲੀਗਲ ਨੋਟਿਸ 24 ਘੰਟੇ ਦਾ। ਹੁਣ ਜਾਂ ਤਾਂ ਇਹਨਾਂ ਨੂੰ ਮਾਫੀ ਮੰਗਣੀ ਪਏਗੀ, ਨਹੀਂ ਤੇ ਉਹ ਇਹਨਾਂ ਦੇ ਅਗੇਂਸਟ ਜਿਹੜਾ ਮਾਨਹਾਨੀ ਦਾ ਕੇਸ ਤਾਂ ਕੋਰਟ 'ਚ ਜਾਏਗਾ। ਦੂਜੀ ਗੱਲ, ਸਬੂਤ ਸਾਹਮਣੇ ਪਿਆ, ਭਾਵੇਂ ਉਹ ਲੰਬਾ ਚੱਲੇ, ਲੇਕਿਨ ਇਹਨਾਂ ਦੀ ਫਜ਼ੀਅਤ ਕੀ ਹੋਣੀ, ਕਿਉਂਕਿ ਹਾਈ ਕੋਰਟ ਦਾ ਚੀਫ ਜਸਟਿਸ ਦਾ ਫੈਸਲਾ ਸੀਗਾ ਜਾਂ ਚੀਫ ਜਸਟਿਸ ਦੀ ਟਿੱਪਣੀ ਸੀ। ਉਸ ਟਿੱਪਣੀ ਨੂੰ ਗਲਤ ਰੰਗਤ ਦਿੱਤੀ ਆ ਹਰਜੋਤ ਬੈਂਸ ਨੇ। ਕੱਲੇ ਹਰਜੋਤ ਬੈਂਸ ਲਈ ਸਿੱਖਿਆ ਨਹੀਂ ਹੈ, ਸਿੱਖਿਆ ਬਾਕੀ ਪੋਲੀਟੀਸ਼ੀਅਨਾਂ ਲਈ, ਖਾਸ ਕਰਕੇ ਆਮ ਪਾਰਟੀ ਲਈ, ਕਿ ਇਹ ਜੋ ਮੂੰਹ ਆਉਂਦਾ ਉਹ ਕੱਢ ਦਿੰਦੇ ਆ ਤੇ ਜਦੋਂ ਕਸੂਤੇ ਫੜਦੇ ਫਿਰ ਸੋਚਦੇ ਆ। ਹੁਣ ਹਰਜੋਤ ਬੈਂਸ ਜੋ ਮਰਜ਼ੀ ਸੀਗਾ, ਹਰਜੋਤ ਬੈਂਸ ਤੇ ਅਮਨ ਅਰੋੜਾ ਦੋ ਬੰਦਿਆਂ ਨੇ, ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੜਾ ਨਿੱਠ ਕੇ ਜਿਹੜਾ ਸੀਗਾ ਉਹ ਸਰਕਾਰ ਦਾ ਪੱਖ ਰੱਖਦੇ ਸੀ ਤੇ ਵਿਰੋਧੀ ਧਿਰ ਨੂੰ ਪੜ੍ਹਨੇ ਪਾਈ ਰੱਖਦੀ ਸੀ। ਪਰ ਹੁਣ ਇੱਥੇ ਪੰਗਾ ਪੈ ਗਿਆ ਕ੍ਰਿਮੀਨਲ ਲਾਇਰ ਜਗਮੋਹਨ ਭੱਟੀ ਨਾਲ, ਤੇ ਜਗਮੋਹਨ ਭੱਟੀ ਨੇ ਹੁਣ ਪੜ੍ਹਨੇ ਪਾ ਦੇਣੇ ਤੇ ਵਕਾਲਤ ਕੱਢ ਦੂਗਾ, ਇੰਨਾ ਮੈਨੂੰ ਪਤਾ। ਟਿਕਣ ਵਾਲਾ ਉਹ ਨਹੀਂ। ਹੁਣ ਜਿਹੜੇ ਮੁੱਦਿਆਂ ਤੇ ਉਹਨੇ ਛੇੜਿਆ, ਹੁਣ ਮੈਨੂੰ ਨਹੀਂ ਸਮਝ ਆਉਂਦੀ, ਇਹ ਤਾਂ ਪੁੱਛਣਾ ਪਊਗਾ। ਹੁਣ ਰਾਘਵ ਚੱਡਾ ਤੇ ਕੇਜਰੀਵਾਲ ਨੂੰ ਵੀ 10 ਕਰੋੜ ਹੈਗਾ, ਨਹੀਂ ਤੇ ਚੁੱਪ ਕਰਕੇ ਮਾਫੀ ਮੰਗ ਕੇ 10 ਕਰੋੜ ਦੇ ਦਿਓ, ਟੈਂਟਾਂ ਨਵੇੜੋ। ਪਰ ਇਹ ਮਾਫੀ ਮੰਗਣ ਵਾਲੇ ਤੇ ਹੈਗੇ ਆ, ਕਿਉਂਕਿ ਮਾਫੀ ਤੇ ਇਹਨਾਂ ਦੀ ਹੱਥ 'ਚ ਪੜੀ ਹੁੰਦੀ ਆ, ਜਦੋਂ ਮਰਜ਼ੀ ਕੱਢ ਕੇ ਫੜਾ ਦੇਣਾ, ਲਓ ਜੀ ਅਸੀਂ ਮਾਫੀ ਮੰਗ ਲਈ। ਪਹਿਲਾਂ ਵੀ ਨਿਤਨ ਗਡਕਰੀ ਤੋਂ ਮੰਗੀ ਆ, ਵਿਕਰਮ ਮਜੀਠੀਆ ਤੋਂ ਸਭ ਤੋਂ ਮੰਗੀ, ਉਹ ਸਾਰਿਆਂ ਦੇ ਸਾਹਮਣੇ। ਹੁਣ ਇਹ ਆ ਕਿ ਇਹਨਾਂ ਕੇਸਾਂ 'ਚ ਹੁੰਦਾ ਨਹੀਂ, ਅਖੀਰ ਦੇ ਉੱਤੇ ਇਹਨਾਂ ਕੇਸਾਂ 'ਚ ਮਾਫੀ ਹੀ ਹੁੰਦੀ ਆ ਕਿ ਮੈਂ ਮਾਫੀ ਮੰਗ ਲੈਣਾ, ਪਰ ਇਹ ਆ ਕਿ ਉਹਨੇ ਕਸੂਤਾ ਲਟਕਾ ਲਿਆ ਇਹਨਾਂ ਨੂੰ। ਹੁਣ ਬਾਕੀ ਕੱਲ ਨੂੰ ਬੋਲਣ ਲੱਗੇ 100 ਵਾਰੀ ਸੋਚਣਗੇ, ਕਿਉਂਕਿ ਇਹਨਾਂ ਦਾ ਮੀਡੀਆ ਜਿਹੜਾ ਬਹੁਤ ਪੋਲਿਸ਼ ਕਰਦਾ ਹਰ ਸਟੇਟਮੈਂਟ ਨੂੰ। ਤੁਸੀਂ ਅੱਜ ਦੇਖੋ, ਅੱਜ ਅਖਬਾਰਾਂ ਨੇ ਕੀ ਲਿਖਿਆ, ਉਹਨਾਂ ਕਿਹਾ ਕਿ ਉਹਨਾਂ ਦੀ ਜਿਹੜੀ ਰਿਟ ਸੀ ਉਹ ਡਿਸਮਿਸ ਕਰਤੀ। ਉਹ ਵੀ ਰਿਟ ਡਿਸਮਿਸ ਨਹੀਂ ਕੀਤੀ, ਉਹਨਾਂ ਕਿਹਾ ਕਿ ਤੁਸੀਂ ਪਹਿਲੀ ਗੱਲ ਚੀਫ ਸੈਕਟਰੀ ਨੂੰ ਉਹਨਾਂ ਨੇ ਕਿਹਾ ਕਿ ਕੀ ਚੀਫ ਸੈਕਟਰੀ ਆਰਡਰ ਕਰ ਸਕਦਾ, ਤਾਂ ਵਕੀਲ ਕਹਿੰਦਾ ਨਹੀਂ ਜੀ ਨਹੀਂ ਕਰ ਸਕਦਾ। ਉਹ ਕਹਿੰਦਾ ਜੇ ਨਹੀਂ ਕਰ ਸਕਦਾ ਤੇ ਆ ਕਿਉਂ ਭੇਜਿਆ, ਇਹ ਦੱਸੋ ਕੀ ਆ। ਕਹਿੰਦੇ ਜੀ ਇਹ ਤਾਂ ਉਹਦਾ ਆਪਣੇ ਦਾ ਕੈਬਨਿਟ ਦਾ ਫੈਸਲਾ। ਉਹ ਕਹਿੰਦਾ ਕੈਬਨਿਟ ਕਰ ਸਕਦੀ, ਜੇ ਕਰਨਾ ਤੇ ਮੁੱਖ ਮੰਤਰੀ ਨੂੰ ਕਹੋ ਕਿ ਗਵਰਨਰ ਨੂੰ ਭੇਜੇ ਤੇ ਗਵਰਨਰ ਇਹਦੇ ਤੇ ਫੈਸਲਾ ਲਏਗਾ, ਫੇਰ ਨਿਯੁਕਤੀ ਹੋਏਗੀ ਤੇ ਫੇਰ ਕੋਰਟ ਦੇਖੇਗੀ। ਦੂਜੀ ਗੱਲ, ਉਹਨਾਂ ਜਗਮੋਹਨ ਭੱਟੀ ਨੂੰ ਕਿਹਾ ਕਿ ਕੱਲ ਨੂੰ, ਅੱਜ ਅਸੀਂ ਇਹ ਡਿਸਮਿਸ ਕਰ ਰਹੇ ਹਾਂ, ਕਿ ਜੇ ਕੱਲ ਨੂੰ ਇਹ ਦੁਬਾਰਾ ਇਹਦੀ ਬਤੌਰ ਚੇਅਰਮੈਨ ਨਿਯੁਕਤੀ ਕਰਦੇ ਆ ਤੇ ਤੁਹਾਨੂੰ ਦੁਬਾਰਾ ਕੋਰਟ 'ਚ ਆਉਣ ਦਾ ਜਿਹੜਾ ਉਹ ਰਾਈਟ ਹੋਏਗਾ। ਯਾਨੀ ਕਿ ਜਿਹੜੀ PIL ਆ ਇਹ ਇੱਥੋਂ ਹੀ ਦੁਬਾਰਾ ਸਟਾਰਟ ਹੋਏਗੀ, ਇਹ ਨਵੇਂ ਸਿਰੇ ਤੋਂ ਨਹੀਂ ਪਾਏਗੀ। ਇਸ ਕਰਕੇ ਜਿਹੜੀ ਇਹਨਾਂ ਦੀ ਆਦਤ ਬਣ ਚੁੱਕੀ ਆ, ਹਰ ਗੱਲ ਨੂੰ ਇਹਨਾਂ ਨੇ ਪੁੱਠੇ ਬੰਨੇ ਨੂੰ ਚਲਾਉਣਾ, ਤੇ ਪੁੱਠੇ ਬੰਨੇ ਨੂੰ ਚਲਾ ਕੇ ਇਹਨਾਂ ਕੋਲ ਟੀਮ ਬੜੀ ਵੱਡੀ ਆ, ਜਿਹਦੇ ਮਗਰ ਲਾਲਾ ਕਰਕੇ ਮਰਜ਼ੀ ਪਾ ਦੇਣ। ਇਸ ਕਰਕੇ ਇਹ ਹੈ ਕਿ ਉਹਨੇ ਫਸਾ ਲਿਆ ਇਹਨਾਂ ਨੂੰ ਕਸੂਤਾ। ਦੂਜੀ ਗੱਲ, ਅਖਬਾਰਾਂ ਨੇ ਕੀ ਲਿਖਿਆ, ਅਖਬਾਰਾਂ ਨੇ ਇੱਕ ਬੰਨੇ ਲੈ ਕੇ ਦੂਜੇ ਬੰਨੇ ਉਹਨੂੰ ਨਾਲ ਹੀ ਖਬਰ ਜੋੜ ਕੇ ਲਾਤੀ ਤੇ ਰਾਘਵ ਚੱਡਾ ਨੇ ਪੰਜਾਬ ਦੀ ਮਸਲੇ ਪਾਰਲੀਮੈਂਟ 'ਚ, ਯਾਨੀ ਕਿ ਉਹਨੂੰ ਪੋਲਿਸ਼ ਕਰਤਾ ਕਿ ਜਿਹੜੀ ਅੱਜ ਇਹਨਾਂ ਦੀ ਸਰਕਾਰ ਦੀ ਤੇ ਰਾਘਵ ਚੱਡਾ ਦੀ ਕਿਰਕਰੀ ਹਾਈ ਕੋਰਟ 'ਚ ਹੋਈ ਆ, ਉਹ ਲੋਕਾਂ ਦੇ ਸਾਹਮਣੇ ਨਾ ਜਾਵੇ। ਹੁਣ ਰਹਿ ਗਈ ਗੱਲ ਅੱਜ ਜਿਹੜੇ ਮੁੱਦੇ ਚੱਕੇ ਨੇ, ਹੁਣ ਰਾਘਵ ਚੱਡਾ ਦੇਖੋ ਪਲਾਨਿੰਗ ਕੀ ਆ, ਜਿੱਥੋਂ ਤੱਕ ਕੇਸ ਅਜੇ ਤੱਕ ਹੈਲਥ ਮਿਨਿਸਟਰ ਦਾ ਆੜਨ ਦਾ ਰੀਜ਼ਨ ਕੀ ਆ, ਭਗਵੰਤ ਮਾਨ ਉਹਨੂੰ ਨਹੀਂ ਚਾਹੁੰਦਾ, ਪਰ ਦਿੱਲੀ ਟੀਮ ਉਹਨੂੰ ਹਿੱਲਣ ਨਹੀਂ ਦੇਣਾ ਚਾਹੁੰਦੀ। ਇੱਕ ਬਹੁਤ ਵੱਡੀ ਟੀਮ ਜਿਹੜੀ MLA ਦੀ ਜਿਹਦੀ ਉਮੀਦ ਕੀਤੀ ਜਾਂਦੀ ਸੀ ਉਹ ਪੰਜਾਬ ਲਈ ਖੜੇਗੀ, ਉਹ ਭਗਵੰਤ ਮਾਨ ਦੇ ਵਿਰੋਧ 'ਚ ਜਾ ਕੇ ਹਾਈ ਕਮਾਂਡ ਨਾਲ ਖੜੀ ਹੋ ਗਈ। ਉਹ ਕਿਤੇ ਨਾ ਕਿਤੇ ਭਗਵੰਤ ਮਾਨ ਲਈ ਸੈੱਟ ਬੈਕ, ਤੇ ਹਾਈ ਕਮਾਂਡ ਜਿੰਨੀ ਦੇਰ ਇਸ਼ਾਰਾ ਨਹੀਂ ਕਰਦੀ, ਭਗਵੰਤ ਮਾਨ ਦੀ ਹਿੰਮਤ ਨਹੀਂ ਹੈ ਕਿ ਭਗਵੰਤ ਮਾਨ ਉਹਦਾ ਭਾਗ ਬਦਲ ਦੇਵੇ ਜਾਂ ਉਹਨੂੰ ਮੰਤਰੀ ਮੰਡਲ ਤੋਂ ਬਾਹਰ ਕੱਢ ਦੇਵੇ। ਯਾਨੀ ਕਿ ਭਗਵੰਤ ਮਾਨ ਲਈ ਵੀ ਸਮਾਂ ਜਿਹੜਾ ਉਹ ਔਖਾ ਹੋਇਆ ਹੈ। ਲੇਕਿਨ ਰਾਘਵ ਚੱਡਾ ਜਿਹੜਾ ਹੁਣ GST ਆ, ਜੇ ਆਪਾਂ ਕਹਿ ਦਈਏ ਕੱਲ ਨੂੰ ਪੰਜਾਬ ਸਰਕਾਰ ਜਿਹੜੀ ਆ ਉਹ ਇਹਦੇ ਤੋਂ ਪਾਸੇ ਆ ਜੂ ਜਾਂ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੂ, ਇਹ ਰਾਜਨੀਤੀ ਨਹੀਂ ਕਰੇਗੀ। GST ਪਹਿਲਾਂ ਹੀ ਗਲਤ ਲਾਉਣਾ ਗਲਤ ਆ। ਦੂਸਰੀ ਗੱਲ, ਸਰਾਵਾਂ ਦੀ ਜਿਹੜੀ ਉੱਥੇ ਇਹਨਾਂ ਨੇ ਕਿਰਾਇਆ ਰੱਖਿਆ, ਮੈਂ ਉਹਦੇ ਵੀ ਹੱਕ 'ਚ ਨਹੀਂ ਆ। ਬਹੁਤ ਵਾਰ ਕਿਹਾ ਕਿ ਗਲਤ ਆ, ਜਿਹੜਾ ਕਿਰਾਇਆ ਰੱਖਿਆ ਗਿਆ ਭਾਵੇਂ 300 ਭਾਵੇਂ 250 ਭਾਵੇਂ 200 ਗਲਤ ਆ, ਉਹ ਨਹੀਂ ਰੱਖਣਾ ਚਾਹੀਦਾ। ਠੀਕ ਆ, ਅੰਦਰ ਸਰਾਂ ਥੋੜੀਆਂ ਸੀ, ਇਹਨਾਂ ਨੇ ਬਾਹਰ ਨਿਕਲ ਕੇ ਬਣਾ ਲਈਆਂ। ਹੁਣ ਤੁਸੀਂ ਉਹਨਾਂ ਨੂੰ ਸਿੱਧੇ ਜੁਰਮਾਨੇ ਵੀ ਕਰੋੜ ਠੋਕ ਦਿਓ ਤੇ ਨਾਲ 12% GST ਵੀ ਲਾ ਦਿਓ, ਕਿੱਥੋਂ ਦਾ ਸਵਾਲ। ਹੁਣ ਉਹੀ ਹਰਸਿਮਰਤ ਪਾਰਲੀਮੈਂਟ 'ਚ ਬੋਲ ਰਹੀ ਆ
ਇਹ ਉਹੀ ਹਰਸਿਮਰਤ ਸੀ ਜਦੋਂ GST ਲੰਗਰਾਂ ਤੇ ਲੱਗਿਆ ਸੀ। ਹਰਸਿਮਰਤ ਰੋਜ਼ ਕਹਿੰਦੀ ਸੀ ਮੋਦੀ ਸਾਹਿਬ ਨੇ GST ਜਿਹੜਾ ਉਹ ਰਿਫੰਡ ਕਰਕੇ ਦੇ ਦਿੱਤਾ ਪੰਜਾਬ ਆਪਣੇ ਨੂੰ SGPC ਨੂੰ, ਪੰਜਾਬ ਸਰਕਾਰ ਨੇ ਨਹੀਂ ਕੀਤਾ। ਰੋਜ਼ ਕਲਪਦੇ ਸੀ। ਹੁਣ ਕਿਉਂ ਕਹਿੰਦੇ ਆ ਕਿ ਉਹਨਾਂ ਨੇ GST ਸਰਾਵਾਂ ਤੇ ਵੀ ਲਾਤਾ, ਅਜੇ ਪ੍ਰਸ਼ਾਦ ਤੇ ਵੀ ਲੱਗੂਗਾ। ਦੇਖਦੇ ਚੱਲੋ। ਇੱਕ ਵੀਡੀਓ ਬੜੀ ਵਧੀਆ ਆਈ ਆ, ਇੱਕ ਔਰਤ ਆ ਕਹਿੰਦੇ ਜੀ ਇਹਨੂੰ ਜੇਲ੍ਹ 'ਚ ਭੇਜੋ ਜੀ, ਕਹਿੰਦੇ ਪੁਲਿਸ ਭੇਜੋ। ਕਹਿੰਦੇ ਕੀ ਗੱਲ? ਕਹਿੰਦੇ ਜੀ ਇਹਨੇ ਕੱਲ ਦਹੀਂ ਬਣਾਉਣ ਲੱਗੀ ਸੀ, ਉਹਦਾ ਪਨੀਰ ਬਣ ਗਿਆ ਤੇ ਇਹਨੇ ਦਹੀਂ ਕਿਹਾ ਸੀ ਪਰ ਬਣ ਗਿਆ ਪਨੀਰ। ਇਸ ਕਰਕੇ ਇਹਨੂੰ ਕਹੋ ਦਹੀਂ ਵਾਲਾ ਤੇ ਪਨੀਰ ਵਾਲਾ ਦੋਨੋਂ GST ਜਿਹੜੇ ਆ ਉਹ ਜਮ੍ਹਾਂ ਕਰਵਾਵੇ ਆ ਕੇ। ਬਣਦੇ ਆ। ਸੋ ਇਸ ਕਰਕੇ ਆ ਇਹ ਗਲਤ ਦਿਸ਼ਾ 'ਚ ਚੱਲੀ ਹੋਈ ਹੈ। ਸਰਕਾਰ ਬੇਵਕੂਫ ਬਣਾਉਂਦੀ ਆ। ਇੱਥੋਂ ਵੇਵ ਖੜੀ ਹੋ ਜਾਣੀ, ਜਿਹੜੀ ਵੇਵ ਖੜੀ ਹੋਏਗੀ ਉਹ ਸਰਕਾਰ ਨੂੰ ਕਸੂਤੀ ਸਥਿਤੀ 'ਚ ਲੈ ਜਾਣੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਸੁਰਿੰਦਰ ਵੀਰ। ਤੁਸੀਂ ਫੂਕ ਪਾਲਿਸ਼ ਦੀ ਗੱਲ ਕੀਤੀ ਵੀ ਇਹ ਫੂਕ ਛਕਾਉਂਦੇ ਆ ਤੇ ਕਈ ਕਮੈਂਟ ਵੀ ਆਏ ਸੀ। ਤੇ ਮੈਂ ਫਿਰ ਨਾ ਉਹਨਾਂ ਦਾ ਆਰਟੀਕਲ ਹੈ ਡਾਕਟਰ ਗੁਰਨਾਮ ਸਿੰਘ ਧੀਰ ਹੋਰਾਂ ਦਾ ਹਾਸ ਵਿਅੰਗ, ਜਿਹੜੇ ਕਹਿੰਦੇ ਇੱਕ ਵਾਰੀ ਨਾ ਤੇਜਾ ਸਿੰਘ ਸਮੁੰਦਰੀ ਹਾਲ 'ਚ ਘਸੁੰਨ ਮੁੱਕੀ ਤੇਰੀ ਮਾਂ ਭੈਣ ਹੋਈ ਜਾਵੇ। ਤੇਜਾ ਸਿੰਘ ਸਮੁੰਦਰੀ ਆਪਣੇ ਨਾ ਇਹ ਗੁਰਨਾਮ ਸਿੰਘ ਵੀਰ ਆਪਣਾ ਇੱਕ ਦੋਸਤ ਨਾਲ ਲੰਘ ਰਿਹਾ ਸੀ, ਚਾਚਾ ਚੰਡੀਗੜ੍ਹ ਹੀ ਆ। ਉਹ ਕਹਿੰਦਾ ਕੀ ਹੋ ਰਿਹਾ? ਕਹਿੰਦਾ ਜਥੇਦਾਰਾਂ ਦੀ ਏਕਤਾ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਸੋ ਬੜਾ ਕਮਾਲ ਦਾ। ਆਪਾਂ ਤੋਂ ਨਹੀਂ, ਇਹਦੇ ਨਾਲ ਮੈਂ ਦੋ ਸੁਣਾ ਦਿਆਂ ਹੋਰ। ਇੱਕ ਨਾ ਜਦੋਂ 1984 ਸੀਗਾ ਆਪਰੇਸ਼ਨ ਬਲੂ ਸਟਾਰ ਹੋਇਆ, ਇਹ ਇੱਕ ਇਹਨਾਂ ਦਾ ਆਰਟੀਕਲ ਹੁੰਦਾ ਸੀਗਾ। ਚਾਚਾ ਚੰਡੀਗੜ੍ਹ ਆ। ਹਾਂ, ਇਹਨਾਂ ਨੇ ਕੀ ਕੀਤਾ, ਇਹਨਾਂ ਦੀ ਬੇਟੀ ਅੱਜ ਕੱਲ੍ਹ ਇਹਦੀ ਪੰਜਾਬ ਸਰਵਿਸ ਕਮਿਸ਼ਨ ਦੀ ਮੈਂਬਰ ਦੀ ਆ, ਬੱਬੂ ਤੂਰ। ਹਾਂ, ਉਹ ਕੀ ਹੋਇਆ ਵੀ ਇਹਨਾਂ ਨੇ ਲਿਖਿਆ, ਕਹਿੰਦੇ ਵੀ ਚਾਚਾ ਚੰਡੀਗੜ੍ਹੀਆ ਦੇਰ ਕਰਾਉਣ ਗਿਆ ਦਰਬਾਰ ਸਾਹਿਬ 'ਚ, ਯਾਨੀ ਕਿ ਆਰਮੀ ਲੱਗੀ ਹੋਈ ਆ। ਤੇ ਇਹਨੇ ਲਿਖਿਆ ਵੀ ਮੈਂ ਚੰਡੀਗੜ੍ਹੋਂ ਚੱਲਿਆ, ਪੂਰਾ ਹਿਸਟਰੀ ਲਿਖੀ ਵੀ ਕਿੱਥੋਂ ਕਿੱਥੋਂ ਤਲਾਸ਼ੀ ਹੁੰਦੀ ਗਈ, ਸਾਰਾ ਲਿਖ ਕੇ। ਕਹਿੰਦੇ ਵੀ ਅਖੀਰ ਮੈਂ ਜਦੋਂ ਜਾ ਕੇ ਪ੍ਰਸ਼ਾਦ ਲੈ ਲਿਆ, ਪ੍ਰਸ਼ਾਦ ਲੈਣ ਤੋਂ ਬਾਅਦ ਵੀ ਕਹਿੰਦਾ ਵੀ ਮੇਰਾ ਪ੍ਰਸ਼ਾਦ ਵੀ ਚੈੱਕ ਕਰਨ ਤੇ ਮੈਨੂੰ ਵੀ ਚੈੱਕ ਕੀਤਾ, ਯਾਨੀ ਕਿ ਬਾਹਰਲੀ ਚੈਕਿੰਗ ਸਾਰੀ ਉਹ ਦਿਖਾ ਕੇ ਐਂਡ ਤੇ ਲਿਖਿਆ। ਕਹਿੰਦੇ ਵੀ ਮੁੜ ਕੇ ਮੈਂ ਲਾਈਨ 'ਚ ਲੱਗ ਗਿਆ, ਇੱਕ ਇੱਕ ਬੰਦੇ ਨੂੰ ਅੰਦਰ ਭੇਜਦੇ ਸੀ, ਇਕੱਲੇ ਨੂੰ ਬਾਕੀ ਦਰਸ਼ਨ ਦੀ ਡਿਊਟੀ ਦੇ ਬਾਹਰ ਖੜੇ ਰਹਿੰਦੇ ਸੀ। ਕਹਿੰਦਾ ਲੈਣਾ ਇੰਨੀਆਂ ਲੰਬੀਆਂ ਸੀ। ਤੇ ਜਦੋਂ ਕਹਿੰਦਾ ਵੀ ਮੈਂ ਭੁੱਖ ਨਾਲ ਉਧਰੋਂ ਕਰਲਾ ਰਿਹਾ, ਅਖੀਰ ਕਹਿੰਦਾ ਵੀ ਮੈਂ ਦੇਖਿਆ ਵੀ ਮੇਰੀ ਅੱਜ ਤੇ ਵਾਰੀ ਨਹੀਂ ਆਉਣੀ। ਤੇ ਕਹਿੰਦਾ ਫਿਰ ਮੈਂ ਇੱਕ ਨਾ ਉਹਨੂੰ ਪੁੱਛਿਆ ਆਰਮੀ ਵਾਲੇ ਨੂੰ ਵੀ ਮੇਰੀ ਵਾਰੀ ਆ ਸਕਦੀ ਆ? ਉਹ ਕਹਿੰਦਾ ਵੀ ਲੱਛਣ ਤੇ ਨਹੀਂ ਲੱਗਦੇ ਤੇਰੇ ਵੀ, ਤੇਰੀ ਵਾਰੀ ਅੱਜ ਆਊਗੀ। ਕਹਿੰਦਾ ਮੈਂ ਉੱਥੇ ਹੀ ਬਹਿ ਕੇ ਦੇਗ ਛਕੀ ਤੇ ਘਰ ਨੂੰ ਆ ਗਿਆ ਫਿਰ। ਜੀ ਠੀਕ ਹੈ। ਦੂਸਰੀ ਸੁਣਾ ਦੇਣਾ ਤੁਸੀਂ ਜਥੇਦਾਰਾਂ ਦੀ ਏਕਤਾ ਵਾਲੀ। ਅੱਜ ਕੱਲ ਉਹ ਰਣਜੀਤ ਸਿੰਘ ਸੱਜਣਵੱਡੀ 1995 ਚ ਮੈਂਬਰ ਆਪਣਾ MLA ਜਿੱਤਿਆ ਸੀਗਾ। ਤੇ ਇੱਕ ਇੰਦਰਜੀਤ ਸਿੰਘ ਜੀਰਾ ਸੀ, ਇੱਕ ਇਹ ਸੀ ਤੇ ਇੱਕ ਤੀਸਰਾ ਸੀਗਾ ਕੈਪਟਨ ਅਮਰਿੰਦਰ ਸਿੰਘ। ਇਹ ਤਿੰਨ ਸੀਗੇ, ਤਿੰਨੋਂ ਆਪੋ ਆਪਣੇ ਦਲ ਵੱਲੋਂ ਸੀਗੇ, ਲੇਕਿਨ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਬਾਈਕਾਟ ਸੀਗਾ। ਇਹ ਲੌਂਗੋਵਾਲ ਦਲ ਵਾਲੇ ਦੋ ਸੀ, ਇੱਕ ਕੈਪਟਨ ਦਾ ਆਪਣਾ ਦਲ ਸੀ। ਕੀ ਹੋਇਆ ਵੀ ਬਾਅਦ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਜਿਹੜਾ ਸੀ ਇਹ ਬਾਦਲ ਦਲ ਵੱਲ ਸੀਗਾ, ਤੇ ਉੱਥੇ ਉਧਰ ਰਣਜੀਤ ਸਿੰਘ ਸੱਜਣਵੱਡੀ ਇਹਨਾਂ ਦੀ ਆਪਸ ਦੇ ਵਿੱਚ ਖਟਪੜ ਸੀ। ਤੇ ਪ੍ਰਕਾਸ਼ ਸਿੰਘ ਬਾਦਲ ਪਹੁੰਚੇ ਬਿਆਸ ਦੇ ਕੋਲੇ, ਬਿਆਸ ਤੋਂ ਪਿੱਛੇ ਸੀ ਅਜੇ। ਤੇ ਉੱਥੇ ਪੁਲਿਸ ਵਾਲਿਆਂ ਨੇ ਰਾਹ 'ਚ ਦੱਸਤਾ, ਉਦੋਂ ਟੈਲੀਫੋਨ ਦੀ ਸੁਵਿਧਾ ਨਹੀਂ ਸੀ ਹੁੰਦੀ। ਉਹਨਾਂ ਕਿਹਾ ਜੀ ਜਥੇਦਾਰ ਜੀ ਬਾਦਲ ਸਾਹਿਬ ਤੁਸੀਂ ਅੱਗੇ ਨਾ ਜਾਓ, ਉੱਥੇ ਝਗੜਾ ਹੋ ਗਿਆ ਸਟੇਜ ਤੇ, ਕਿਉਂਕਿ ਇੱਕ ਬੰਨੇ ਬ੍ਰਹਮਪੁਰਾ ਸੀ, ਇੱਕ ਬੰਨੇ ਰਣਜੀਤ ਸਿੰਘ ਸੱਜਣਵੱਡੀ ਦੇ ਬੰਦੇ ਆਪਸ 'ਚ। ਤੇ ਤੇਰੇ ਦੀ ਸ੍ਰੀ ਸਾਹਿਬ ਕੱਢ ਲਈਆਂ ਉਹਨਾਂ ਤੇ ਚਲਾਤੀਆਂ। ਤੇ ਸਵੇਰੇ ਅਜੀਤ ਦੇ ਉੱਪਰ, ਅਜੀਤ ਦੇ ਫਰੰਟ ਪੇਜ ਤੇ ਜਿਹੜੀ ਸੁਰਖੀ ਲੱਗੀ ਸੀ, ਕਹਿੰਦੇ ਬਾਦਲ ਸਾਹਿਬ ਆ ਰਹੇ ਸੀ, ਉਹ ਜਿਹੜੀ ਕਾਨਫਰੰਸ ਸੀ ਉਹਨੂੰ ਸੰਬੋਧਨ ਕਰਨਾ ਸੀ। ਬਾਦਲ ਸਾਹਿਬ ਨੂੰ ਪੁਲਿਸ ਵਾਲਿਆਂ ਨੇ ਬਿਆਸ ਕੋਲੇ ਦੱਸ ਦਿੱਤਾ ਵੀ ਬਾਦਲ ਸਾਹਿਬ ਅੱਗੇ ਨਾ ਜਾਓ, ਉੱਥੇ ਜਥੇਦਾਰ ਗੱਤਕਾ ਖੇਡ ਰਹੇ ਨੇ। ਕਹਿੰਦਾ ਬਾਦਲ ਸਾਹਿਬ ਉੱਥੋਂ ਹੀ ਵਾਪਸ ਆ ਗਏ। ਬਿਲਕੁਲ ਸ਼ੁਕਰ ਹੈ ਕਿ ਜਥੇਦਾਰ ਸਾਹਿਬ ਇਹਦੇ ਮਗਰ ਨਹੀਂ ਪੈ ਗਏ ਵੀ ਤੂੰ ਦੇਗ ਵੀ ਖਾ ਲਈ ਹੈ, ਇਹ ਤਾਂ ਵੰਡ ਕੇ ਉੱਥੇ ਮੱਥਾ ਟੇਕਣਾ ਹੁੰਦਾ ਹੈ ਨਾ। ਉਦੋਂ ਫਰਾਖ ਦੇ ਲਈ ਸੀ, ਇੰਨਾ ਨਹੀਂ ਸੀ ਹੋਣ ਵਾਲੇ ਹੁੰਦੇ ਤੇ ਕਦੋਂ ਦੇ ਪਾਲਣ ਕਰ ਲੈਂਦੇ ਵੀ ਤੂੰ ਐ ਅਪਮਾਨ ਕੀਤਾ ਗੱਤਕਾ ਲਿਖਿਆ। ਉਦੋਂ ਕਿਤੇ ਨਾ ਕਿਤੇ ਪੇਸ਼ੈਂਸ ਲੈਵਲ ਵੀ ਸੀ ਲੋਕਾਂ ਦਾ। ਜੀ ਸੁਰਿੰਦਰ, ਬਹੁਤ ਬਹੁਤ ਧੰਨਵਾਦ ਭਾਈ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਸ ਨਾਲ ਐਡਵੋਕੇਟ ਸੁਰਿੰਦਰ ਸਿੰਘ ਤੇ ਲਓ ਜੱਟ ਦਾ ਵਰਤ ਵੀ ਬੜੀ ਕਮਾਲ ਦੀ ਰਚਨਾ, ਉਹ ਮੈਂ ਕੱਲ੍ਹ ਨੂੰ ਸੁਣਾਵਾਂਗਾ, ਥੋੜੀ ਜਿਹੀ ਵੱਡੀ ਹੈ। ਤੇ ਅੱਜ ਤੁਹਾਨੂੰ ਸੁਣਾਉਣੇ ਆ ਫੂਕ ਸ਼ਾਸਤਰ
डॉक्टर गुरनाम सिंह तीर होरां दा। सानू सपोर्ट कीता है ਬਾਈ ਸੁੱਖੀ ਘੁੰਮਣ ਹੋਰਾਂ ਨੇ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਟਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵੇਸ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ ਟਰੱਕ ਤੋਂ ਆਓ ਡੀਜ਼ਲ ਪਾਓ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਐਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਜਿਨ੍ਹਾਂ ਦਾ ਨੰਬਰ 661 304 7500 661 304 7500 ਨੰਬਰ ਹੈ ਸੁੱਖੀ ਘੁੰਮਣ ਹੋਰਾਂ ਦਾ। ਜੈਕ ਘੁੰਮਣ ਹੋਰਾਂ ਦਾ ਨੰਬਰ 661 885 8858 661885885 ਨੰਬਰ ਹੈ ਜੈਕ ਘੁੰਮਣ ਹੋਰਾਂ ਦਾ ਬੇਕਰਸਫੀਲਡ ਦੇ ਵਿੱਚ ਯੂਨੀਅਨ ਵੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਇਸੇ ਤਰ੍ਹਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਉਕਤਾਏ ਹੋ ਦਿਨੇ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ 'ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਅੱਛੇ ਵੇਜਸ ਅਦਾ ਕਰਦੇ ਆ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਤੇ ਸਿਆਟਲ ਦੇ ਲੋਡ ਵਾਸਤੇ ਯਾਦ ਰੱਖੋ ਜਗਦੇਵ ਸੰਧੂ ਦਾ ਨੰਬਰ 253 266 6924 ਤੇ 2532666924 ਗੈਰੀ ਢਾਲੀਵਾਲ ਦਾ ਨੰਬਰ 206 354 4060 206 354 4060 ਨੰਬਰ ਗੈਰੀ ਢਾਲੀਵਾਲ ਦਾ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵੇਸ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਆ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਛਕੋ ਛਕਾਓ ਇੱਥੇ ਤੇ ਇੱਥੇ ਨਾਲ ਇੱਥੇ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਹੈ। ਬਲਵੀਰ ਸਿੰਘ ਸਮਾਨਪੁਰ ਹੋਰਾਂ ਨੇ ਸਾਨੂੰ ਸਪੋਰਟ ਕੀਤਾ ਤੇ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਤੇ ਇੱਥੇ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਲਾਸਟਿਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਲਾਸਟਿਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਨਾਲ ਲਿਕਰ ਸ਼ਾਪ ਹੈ ਫ੍ਰੀ ਨਹੀਂ ਹੈ ਸਦਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸਾਨੂੰ ਸਪੋਰਟ ਕੀਤਾ ਹੈ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲਿਆਂ ਨੇ ਜਿਨ੍ਹਾਂ ਨੂੰ ਔਨਰ ਪੇਟਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਕੋਲ ਆਪਣੇ ਰੀਫਰ ਦਾ ਇੰਤਜ਼ਾਮਾਤ ਹੋਣ ਤੇ ਇਹਨਾਂ ਕੋਲ ਰੀਫਰ ਦੇ ਲੋਡ ਨੇ ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਿਲਵੇਨੀਆ ਦੇ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਕੰਪਨੀ ਦੇ ਡਾਇਰੈਕਟ ਲੋਡ ਨੇ। ਤੁਸੀਂ ਸਾਈਨ ਅਪ ਕਰਦੇ ਹੋ ਤੁਹਾਡੇ ਲੋਡ ਦਾ ਸਮਾਂ ਸੈੱਟ ਕਰਦੇ ਨੇ ਦਿਹਾੜੀ ਜੋਤਾ ਵੱਜਦਾ ਤਾਪਮਾਨ 33 ਤੋਂ 54 ਡਿਗਰੀ ਹੁੰਦਾ ਰੀਫਰ ਦਾ ਤੇ ਫਰੋਜ਼ਨ ਲੋਡ ਬਹੁਤ ਘੱਟ ਨੇ ਤੁਹਾਡੀ ਡੀਜ਼ਲ ਦੀ ਖਪਤ ਘਟਦੀ ਹੈ। ਰੀਫਰ ਲੈਣ 'ਚ ਵੀ ਇਮਦਾਦ ਕਰਦੇ ਨੇ 10% ਕਮਿਸ਼ਨ ਚਾਰਜ ਕਰਦੇ ਨੇ ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ। ਪ੍ਰਗਟ ਸਿੰਘ ਬੈਦਵਾਨ MD ਨੇ ਉਹਨਾਂ ਦਾ ਸੈੱਲ ਫੋਨ 484 320 6700 484 320 6700 ਆਫਿਸ ਨੰਬਰ ਹੈ। ਸੈੱਲ ਫੋਨ ਹੈ 302 563 0080 302 563 0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਦਾ। ਵੈਬਸਾਈਟ goldenKeyExpress.com ਤੇ ਈਮੇਲ goldenKeyExpress@gmail.com ਨੰਬਰ ਹੈ ਈਮੇਲ ਹੈ ਗੋਲਡਨ ਕੀ ਐਕਸਪ੍ਰੈਸ ਵਾਲਿਆਂ ਦੀ। ਲੋਡ ਇਹਨਾਂ ਦੇ ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਿਲਵੇਨੀਆ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਨੇ। ਵਾਪਸੀ ਤੇ ਵੀ ਲੋਡ ਮਿਲ ਸਕਦਾ ਪਰ ਉਹ ਕਈ ਵਾਰੀ ਕਨਫਰਮ ਨਹੀਂ ਹੁੰਦੇ ਬ੍ਰੋਕਰ ਦੇ ਲੋਡ ਨੇ। ਤੇ ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ ਡੈਲਸ ਟੈਕਸਸ ਦੇ ਵਿੱਚ ਰੀਅਲ ਸਟੇਟ ਕਾਰੋਬਾਰ ਕਰਦੇ ਨੇ। ਜੋ ਵੀਰ ਕ੍ਰਾਸ ਕੰਟਰੀ ਟਰੱਕਿੰਗ ਬਿਜ਼ਨਸ ਦੇ ਵਿੱਚ ਨੇ ਉਹਨਾਂ ਦੇ ਵਾਸਤੇ ਇਲਾਕਾ ਵਧੀਆ ਰਿਹਾਇਸ਼ ਸਾਬਤ ਹੋ ਸਕਦਾ। ਇੱਥੇ ਬਹੁਤ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ। ਡੈਲਸ ਟੈਕਸਸ ਸੈਂਟਰਲ ਕੰਫਰਟੇਬਲ ਏਰੀਆ ਦੇ ਵਿੱਚ ਤੁਹਾਨੂੰ $3 ਤੋਂ $5 ਲੱਖ ਦਾ ਵਧੀਆ ਘਰ ਮਿਲ ਸਕਦਾ। ਲੋਨ ਆਪ ਦਾ ਪ੍ਰਬੰਧ ਵੀ ਕਰ ਦਿੰਦੇ ਨੇ ਤੇ ਤੁਸੀਂ ਸੰਪਰਕ ਕਰਨਾ ਜਸਪ੍ਰੀਤ ਸਿੰਘ ਮਾਵੀ ਹੋਰਾਂ ਨੂੰ। ਉਹਨਾਂ ਦਾ ਨੰਬਰ ਹੈ 972 363 3700 972 363 3700 ਸੈੱਲ ਫੋਨ ਹੈ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ। ਲਓ ਇਹ ਸੀ ਸਾਡੇ ਸਪਾਂਸਰ ਸਾਹਿਬ ਦਾ ਸਹਿਯੋਗ
ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਹਾਸ ਵਿਅੰਗ। ਮੈਂ ਕਾਲ ਨਹੀਂ ਲਵਾਂਗਾ ਇਸ ਦੌਰਾਨ। ਫੂਕ ਸ਼ਾਸਤਰ ਕੇ ਕਿਸੇ ਨੂੰ ਉਂਗਲ ਲਾਉਣ, ਕੀੜਿਆਂ ਵਾਲੇ ਜੰਡ ਤੇ ਚੜਾਉਣ ਜਾਂ ਫੂਕ ਛਕਾਉਣ ਦੇ ਕੀ ਮਾਨੇ ਰਹਿੰਦੇ ਆ। ਲਿਖਿਆ ਡਾਕਟਰ ਗੁਰਨਾਮ ਸਿੰਘ ਧੀਰ ਨੇ, ਉੱਘੇ ਹਾਸ ਵਿਅੰਗ ਲੇਖਕ ਸਨ। ਉਹਨਾਂ ਦਾ ਹੋਰ ਬਹੁਤ ਅੱਛੇ ਵਿਅੰਗ ਨੇ। ਮੈਂ ਸੰਖੇਪ ਚ ਮੈਨੂੰ ਵੀ ਨਹੀਂ ਯਾਦ, ਬਹੁਤ ਸਾਲ ਹੋ ਗਏ ਪੜ੍ਹੇ ਨੂੰ ਵੀ ਕੀ ਹੈ ਮੈਨੂੰ ਵੀ ਨਹੀਂ ਪਤਾ। ਮੈਂ ਵੀ ਤੁਹਾਡੇ ਨਾਲ ਹੀ ਫਸਟ ਟਾਈਮ ਇਹ ਸਾਂਝਾ ਕਰ ਰਿਹਾ। ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਲਾਈਵ ਪ੍ਰੋਗਰਾਮ ਹੁੰਦਾ ਹੈ। ਮੇਰਾ ਸੰਪਰਕ ਨੰਬਰ ਜਾਂ ਆਪਣਾ WhatsApp ਗਰੁੱਪ ਨੰਬਰ, ਜਿਸ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਦੇ Facebook ਤੇ YouTube ਦੇ ਲਿੰਕ ਭੇਜੀਦੇ ਆ, ਉਹ ਨੰਬਰ ਹੈ 9876309655 9876309655। ਆਪਣੀ ਵੈਬਸਾਈਟ ਹੈ tivanaradio.com। ਉੱਥੇ ਤੁਹਾਨੂੰ ਆਪਣੀਆਂ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਫੇਸਬੁੱਕ ਤੇ YouTube ਪੇਜ ਜ਼ਰੂਰ ਲਾਈਕ ਕਰੋ। ਇਹ ਜਿਹੜਾ ਕਹਾਣੀ ਅੰਕ ਹੈ ਜਾਂ ਸੱਭਿਆਚਾਰਕ ਵਿਸ਼ੇਸ਼ਤਾਵਾਂ ਨੇ, ਇਹ ਆਪਾਂ ਆਪਣੇ ਪੇਜ ਤੇ YouTube ਪੇਜ ਦਾ ਜਿਹੜਾ ਪਲੇਲਿਸਟ ਹੈ ਵਿਰਾਸਤ ਵਾਲੀ ਜਾਂ ਕਹਾਣੀਆਂ ਵਾਲੀ, ਉਹਨਾਂ 'ਚ ਪਾਏ ਹੁੰਦੇ ਨੇ, ਉੱਥੋਂ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ। ਫੂਕ ਸ਼ਾਸਤਰ ਲਿਖਦੇ ਨੇ ਡਾਕਟਰ ਗੁਰਨਾਮ ਸਿੰਘ ਧੀਰ। ਕਹਿੰਦੇ ਜੇ ਫੂਕ ਸ਼ਾਸਤਰ ਦਾ ਪਾਠ ਨਾ ਕੀਤਾ ਹੁੰਦਾ ਤਾਂ ਮੈਂ ਨਿਰਾ ਘੋਗਾ ਰਹਿੰਦਾ। ਇਹ ਨਿਰਸੰਦੇਹ ਕਹਿ ਸਕਦਾ ਕਿ ਮੇਰੀ ਕਾਮਯਾਬੀ ਦਾ ਰਾਜ ਫੂਕ ਸ਼ਾਸਤਰ ਹੈ। ਆਦ ਵੀ ਫੂਕ ਸ਼ਾਸਤਰ ਤੇ ਅੰਤ ਵੀ ਫੂਕ ਸ਼ਾਸਤਰ। ਸ਼ਸਤਰ ਤਾਂ ਮੈਂ ਹੋਰ ਵੀ ਪੜ੍ਹੇ ਨੇ, ਪਰ ਸਭ ਤੋਂ ਵੱਧ ਮੇਰੀ ਸਹਾਇਤਾ ਫੂਕ ਸ਼ਾਸਤਰ ਨੇ ਕੀਤੀ ਹੈ। ਜੇ ਪੁੱਛੋ ਤਾਂ ਫੂਕ ਸ਼ਾਸਤਰ ਅਲਾਦੀਨ ਦਾ ਚਿਰਾਗ ਹੈ, ਜਿੱਥੇ ਰਗੜੋ ਇਸ ਚੋਂ ਨਿਕਲਿਆ ਦੇਵ, ਸਿਰ ਝੁਕਾ ਕੇ ਆਗਿਆ ਦਾ ਪਾਲਣ ਮੰਗੇਗਾ। ਫੂਕ ਸ਼ਾਸਤਰ ਕੀ ਨਹੀਂ ਦੇ ਸਕਦਾ, ਸਭ ਕੁਝ ਦਿੰਦਾ, ਇੱਥੋਂ ਤੱਕ ਕਿ ਤਖਤ ਤੋਂ ਤਾਜ ਤੇ ਦੌਲਤ ਮਿਲਦੀ ਹੈ ਇਸ ਬਦੌਲਤ। ਅੱਜ ਮੈਂ ਤੁਹਾਨੂੰ ਪਰਦੇਦਾਰੀ ਨਾਲ ਦੱਸਣਾ ਚਾਹੁੰਦਾ ਕਿ ਫੂਕ ਸ਼ਾਸਤਰ ਕਿਸ ਤਰ੍ਹਾਂ ਦੀ ਮੈਂ ਵਰਤੋਂ ਕਰਦਾ ਤੇ ਇਹਦੀ ਸਫਲਤਾ ਕਿਉਂ ਮਿਲਦੀ ਹੈ। ਕਹਿੰਦੇ WMA ਪਾਸ ਕਰਨ ਦੇ ਬਾਵਜੂਦ ਮੈਂ ਮਾਲ ਅਫਸਰ ਲੱਗਾ ਰਿਹਾ, ਭਾਵ ਕਿ ਡੰਗਰ ਚਾਰਦਾ ਰਿਹਾ, ਪੱਠੇ ਵੱਢਦਾ ਰਿਹਾ। ਇੱਕ ਦਿਨ ਮੈਂ ਲੋਮੜੀ ਨੂੰ ਫੂਕ ਸ਼ਾਸਤਰ ਦਾ ਪਾਠ ਕਰਦਿਆਂ ਤੱਕਿਆ ਕਿ ਦਰਖਤ ਦੀ ਕਟਾਹਣੀ ਤੇ ਕਾਂ ਬੈਠਾ ਲੰਚ ਕਰ ਰਿਹਾ ਸੀ ਤੇ ਕਾਂ ਦੇ ਮੂੰਹ ਦੇ ਵਿੱਚ ਮੁਰਗ ਤੰਦੂਰੀ ਦੀ ਟੰਗ ਸੀ। ਮਿਸ ਲੋਮੜੀ ਨੇ ਕਾਂ ਵੱਲ ਤੱਕ ਕੇ ਫੂਕ ਸ਼ਾਸਤਰ ਜੋ ਸ਼ਲੋਕ ਪੜਿਆ ਕਹਿਣ ਲੱਗੀ, ਮਿਸਟਰ ਕੌਂਗ, ਕੰਗ੍ਰੈਚੁਲੇਸ਼ਨ। ਕਾਂ ਕਹਿੰਦਾ ਕਾਹਦੀਆਂ ਵਧਾਈਆਂ ਲੋਮੜੀਏ। ਤੇ ਲੋਮੜੀ ਕਹਿਣ ਲੱਗੀ, ਕਹਿੰਦੀ ਮੈਂ ਸੁਣਿਆ ਜਾਨਵਰਾਂ ਚੋਂ ਤੈਨੂੰ ਸਭ ਤੋਂ ਉੱਤਮ ਪਰਿੰਦਾ ਮੰਨਿਆ ਜਾਂਦਾ ਕਿਉਂਕਿ ਤੂੰ ਗਾਉਂਦਾ ਬਹੁਤ ਸੋਹਣਾ, ਮੁਹੰਮਦ ਰਫੀ ਨੂੰ ਵੀ ਮਾਤ ਪਾਉਣਾ। ਅੱਜ ਮੈਂ ਤੇਰਾ ਗੀਤ ਸੁਣਨਾ ਚਾਹੁੰਦੀ ਹਾਂ। ਕਾਂ ਮੁਸਕਰਾ ਕੇ ਕਹਿਣ ਲੱਗਿਆ, ਮਿਸਿਜ਼ ਲੋਮੜੀ ਤੂੰ ਵਜ੍ਹਾ ਫਰਮਾਉਣੀ ਹੈ। ਮੈਨੂੰ ਤਾਂ ਕਈ ਫਿਲਮਾਂ ਵਾਲਿਆਂ ਨੇ ਵੀ ਪਲੇਬੈਕ ਸਿੰਗਰ ਬਣਨ ਦੀ ਬੇਨਤੀ ਕੀਤੀ ਹੈ। ਕਈ ਪੰਜਾਬੀ ਫਿਲਮਾਂ ਵਾਲਿਆਂ ਨੇ ਵੀ ਮੇਰੀ ਆਵਾਜ਼ ਪਾਈ ਹੈ। ਉਹ ਗੀਤ ਆਉਂਦਾ ਨਾ, ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਫਿਰ ਉਹ ਕਾਂ ਕਾਂ ਦੀ ਭੈੜੀ ਜਿਹੀ ਆਵਾਜ਼ ਆਉਂਦੀ। ਖੈਰ, ਤੇ ਘੱਟੋ ਘੱਟ ਮੈਨੂੰ ਸਾਈਡ ਹੀਰੋ ਦਾ ਤਾਂ ਬਣਾਉਣ ਦਾ ਕੰਟਰੈਕਟ ਤਾਂ ਕਰ ਲੈਣਾ ਚਾਹੀਦਾ। ਉਹ ਲੋਮੜੀ ਨੇ ਤਾੜੀ ਮਾਰੀ, ਕਹਿੰਦੀ ਬਹੁਤ ਖੂਬ, ਤੁਸੀਂ ਵਜ੍ਹਾ ਫਰਮਾਇਆ। ਜਦੋਂ ਕਾਂ ਗਾਉਣ ਲੱਗਿਆ ਲੋਮੜੀ ਨੇ ਖੂਬ ਤਾੜੀਆਂ ਵਜਾਈਆਂ। ਕਾਂ ਨੇ ਜਦੋਂ ਆਪਣਾ ਤਰਨਮ ਛੇੜਿਆ ਤਾਂ ਪਹਿਲਾਂ ਉਸ ਦੇ ਵਿੱਚੋਂ ਕਬਜ਼ੇ ਦੇ ਵਿੱਚ ਆਈ ਜਿਹੜੀ ਮੁਰਗੇ ਦੀ ਟੰਗ ਹੈ ਥੱਲੇ ਡਿੱਗੀ, ਜੋ ਮਿਸ ਲੋਮੜੀ ਨੇ ਛਕੀ। ਤੇ ਕਾਂ ਆਪਣੇ ਮਿਊਜ਼ਿਕ ਦੇ ਵਿੱਚ ਆਪਣੇ ਪੰਖ ਮਾਰਨ ਦੇ ਵਿੱਚ ਮਦਮਸਤ ਸੀ। ਤੇ ਫਿਰ ਜਾਂਦੀ ਹੋਈ ਲੋਮੜੀ ਕਹਿਣ ਲੱਗੀ, ਮਿਸਟਰ ਕਾਂਗ ਤੈਨੂੰ ਤਾਂ ਕਰਨਾਟਕ ਰਾਗ ਦਾ ਵੀ ਰਿਆਜ਼ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਨਿਊਟਨ ਨੇ ਡਿੱਗੇ ਸੇਬ ਨੂੰ ਗ੍ਰੈਵਿਟੀ ਦਾ ਭੇਦ ਸਮਝਾਇਆ ਸੀ ਡਿੱਗੇ ਸੇਬ ਤੋਂ, ਤੇ ਮੈਨੂੰ ਲੋਮੜੀ ਦੀ ਗੱਲਬਾਤ ਨੇ ਫੂਕ ਸ਼ਾਸਤਰ ਦਾ ਗਿਆਨ ਬਖਸ਼ਿਆ। ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਹੁਣ ਫੂਕ ਸ਼ਾਸਤਰ ਦੇ ਆਸਰੇ ਨੌਕਰੀ ਲੱਭ ਸਕਾਂਗਾ। ਇੱਕ ਕਾਲਜ ਦੇ ਵਿੱਚ ਕਹਿੰਦੇ ਪ੍ਰੋਫੈਸਰ ਚਾਹੀਦਾ ਸੀ। ਮੈਂ ਸਿੱਧਾ ਪ੍ਰਿੰਸੀਪਲ ਕੋਲ ਵੱਜਾ ਤੇ ਉਹ ਪੁੱਛਣ ਲੱਗੇ ਕਿਵੇਂ ਆਇਓ। ਮੈਂ ਆਖਿਆ, ਪ੍ਰਿੰਸੀ ਸਾਹਿਬ ਮੈਂ ਬੜੇ ਕਾਲਜ ਵੇਖੇ ਨੇ, ਪਰ ਤੁਹਾਡਾ ਕਾਲਜ ਤਾਂ ਸ਼ਾਂਤੀ ਨਿਕੇਤਨ ਨੂੰ ਵੀ ਪਿੱਛੇ ਛੱਡ ਗਿਆ। ਆਕਸਫੋਰਡ ਜਾਂ ਮਿਸ਼ੀਗਨ ਯੂਨੀਵਰਸਿਟੀ ਵਾਲਿਆਂ ਨੂੰ ਵੀ ਤੁਹਾਡੇ ਵਿਦਿਅਕ ਪ੍ਰਬੰਧ ਤੇ ਇੱਥੋਂ ਤੱਕ ਇਹਨਾਂ ਦੇ ਹਾਲਾਤ ਬਾਰੇ ਪਤਾ ਲੱਗੇ ਤਾਂ ਤੁਹਾਨੂੰ ਹਰ ਕੀਮਤ ਤੇ ਉਹਨਾਂ ਨੇ ਆਪਣੀ ਯੂਨੀਵਰਸਿਟੀ ਲੈ ਜਾਣਾ। ਜਿਵੇਂ ਕੇਜਰੀਵਾਲ ਹੋਰੀ ਕਹਿੰਦੇ ਨੇ ਕਿ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਸਾਡੇ ਮੁਹੱਲਾ ਕਲੀਨਿਕਾਂ ਨੂੰ ਤਾਂ ਮੰਗਦੇ ਅਮਰੀਕਾ ਵਾਲੇ। ਇਸੇ ਤਰ੍ਹਾਂ ਕਹਿੰਦੇ ਸੱਚਮੁੱਚ ਵਿਦਿਆ ਦੇ ਮੰਦਰ ਐਸੇ ਹੋਣੇ ਚਾਹੀਦੇ ਨੇ। ਹਜੂਰ ਇੱਥੇ ਤਾਂ ਮੈਂ ਪ੍ਰੋਫੈਸਰੀ ਕਰਨ ਆਇਆ ਸਾਂ, ਪਰ ਹੁਣ ਜੇ ਤੁਸੀਂ ਕੁਝ ਸਾਲ ਇੱਥੇ ਵਿਦਿਆਰਥੀ ਦੇ ਤੌਰ ਤੇ ਹੀ ਮੈਨੂੰ ਰੱਖ ਸਕੋ ਮੈਂ ਧੰਨ ਭਾਗ ਸਮਝਾਂਗਾ। ਤੁਹਾਡੇ ਚਰਨਾਂ 'ਚ ਰਹਿ ਕੇ ਮੇਰਾ ਜਨਮ ਸਫਲ ਹੋਵੇ। ਪ੍ਰਿੰਸੀਪਲ ਮੇਰੇ ਜਾਲ 'ਚ ਫਸ ਗਿਆ। ਮੈਂ ਉਹਨਾਂ ਅੱਗੇ ਸਿਰ ਝੁਕਾ ਦਿੱਤਾ। ਇਹ ਕਹਿੰਦੇ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਚੁੱਕ ਕੇ ਗਲੇ ਲਾ ਕਹਿਣ ਲੱਗੇ, ਨੌਜਵਾਨ ਮੈਨੂੰ ਤਾਂ ਤੇਰੇ ਵਰਗੇ ਜਾਨਸ਼ੀਨ ਦੀ ਲੋੜ ਹੈ ਜੋ ਵਿਦਿਆ ਦੇ ਮਾਰਗ ਤੇ ਚੱਲ ਸਕੇ। ਮੈਂ ਤੈਨੂੰ ਵਿਦਿਆਰਥੀ ਨਹੀਂ, ਪ੍ਰੋਫੈਸਰ ਹੀ ਨਹੀਂ, ਆਪਣਾ ਵਾਈਸ ਪ੍ਰਿੰਸੀਪਲ ਬਣਾਵਾਂਗਾ। ਤੈਨੂੰ ਮੇਰੀ ਲੋੜ ਨਹੀਂ, ਮੈਨੂੰ ਤੇਰੀ ਲੋੜ ਹੈ। ਤੇ ਮੈਂ ਦਿਲੋਂ ਮਿਸ ਲੋਮੜੀ ਨੂੰ ਪ੍ਰਣਾਮ ਕੀਤਾ, ਕਿਉਂਕਿ
ਜਿਹੜੀ ਕਿਸੇ ਦੀ ਤਾਰੀਫ ਆ ਨਾ, ਵੈਸੇ ਕਹਿੰਦੇ ਹੁੰਦੇ ਨਾ ਕਿ ਸਾਹਮਣੇ ਕੀਤੀ ਤਾਰੀਫ ਖੁਸ਼ਾਮਦ ਲੱਗਦੀ ਹੈ। ਤਾਰੀਫ ਕਿਸੇ ਦੀ ਸੱਚੀ ਕਰੋ ਤੇ ਝੂਠੀ ਕਰੋ, ਬਹੁਤਿਆਂ ਨੂੰ ਚੰਗੀ ਲੱਗਦੀ ਹੈ। ਇਹ ਤਾਰੀਫ ਕਈ ਵਾਰੀ ਤੁਹਾਡਾ ਬੇੜਾ ਗਰਕ ਕਰਦੀ ਹੈ। ਇੱਕ ਵਾਰੀ ਕਹਿੰਦੇ ਮੈਨੂੰ ਮਕਾਨ ਚਾਹੀਦਾ ਸੀ, ਪਤਾ ਲੱਗਿਆ ਕਿ ਸੇਠ ਦੀ ਬੜੀ ਵੱਡੀ ਕੋਠੀ ਹੈ, ਕਿਰਾਏ ਦਾ ਉਸਨੂੰ ਉੱਕਾ ਲਾਲਚ ਨਹੀਂ, ਪਰ ਪਹੁੰਚ ਵਾਲੇ ਬੰਦੇ ਨੂੰ ਉਹ ਕਿਰਾਏ ਤੇ ਵੀ ਦੇ ਦਿੰਦਾ ਸੀ। ਮੈਂ ਹੀਲੇ ਬੀਲੇ ਸੇਠ ਹੋਰਾਂ ਕੋਲ ਪੁੱਜਿਆ। ਉਸਨੇ ਮੇਰੇ ਆਉਣ ਦਾ ਕਾਰਨ ਪੁੱਛਿਆ। ਮੈਂ ਦੱਸਿਆ, ਸੇਠ ਜੀ ਕਿਸੇ ਨੇ ਮੈਨੂੰ ਦੱਸਿਆ ਕਿ ਤੁਸੀਂ ਤਾਂ ਧਰਤੀ ਤੇ ਦੂਜਾ ਤਾਜ ਮਹਿਲ ਖੜਾ ਕਰ ਰੱਖਿਆ। ਐਡੀ ਅਲੀਸ਼ਾਨ ਬਿਲਡਿੰਗ ਦਾ ਆਰਕੀਟੈਕਚਰਲ ਬਿਊਟੀ ਵੇਖਣ ਦੀ ਅਭਿਲਾਸ਼ਾ ਮੇਰੀ ਤਾਂ। ਸੇਠ ਹੋਰੀ ਹੱਸੇ, ਆਪਣੀਆਂ ਵਹੀਆਂ ਨੂੰ ਇੱਕ ਪਾਸੇ ਸੁੱਟਦੇ ਹੋਏ ਲਾਲ ਕਿਲੇ ਦੀ ਗਾਈਡ ਵਾਂਗ ਉੱਠ ਕੇ ਮੇਰੇ ਨਾਲ ਤੁਰ ਪਏ। ਪਹਿਲਾਂ ਉਹਨੂੰ ਮੈਨੂੰ ਇੱਕ ਕਮਰਾ ਵਿਖਾਇਆ, ਫਿਰ ਮੈਂ ਫੂਕ ਸ਼ਾਸਤਰ ਚੋਂ ਇੱਕ ਹੋਰ ਸ਼ਲੋਕ ਪੜ੍ਹਿਆ। ਕਹਿੰਦੇ ਸੇਠ ਜੀ ਮੇਰਾ ਵਾਸ ਚੱਲੇ ਤਾਂ ਨਾ ਮੈਂ ਤੁਹਾਡੇ ਇਸ ਸੁੰਦਰ ਮਹਿਲ ਤੇ ਇੱਕ ਫੀਚਰ ਆਰਟੀਕਲ ਲਿਖ ਦਿਆਂ ਤੇ ਖੁਦਾ ਦੀ ਕਸਮ ਕੋਠੀ ਕਿਹਾ ਜਿਵੇਂ ਧਰਤੀ ਦੇ ਸਿਰ ਤੇ ਤਾਜ ਰੱਖਿਆ ਹੁੰਦਾ। ਸੇਠ ਸਾਹਿਬ ਇੱਕ ਕੰਮ ਕਰਨਾ, ਕਿਸੇ ਇਸ ਮਹਿਲ 'ਚ ਕਿਤੇ ਕੋਈ ਕਿਰਾਏਦਾਰ ਨਾ ਵਾੜ ਲੈਣਾ। ਸੇਠ ਹੋਣੀ ਬੜੇ ਪ੍ਰਸੰਨ ਹੋ ਕਹਿਣ ਲੱਗੇ, ਲੋਕ ਕਹਿੰਦੇ ਨੇ ਮਕਾਨ ਨਹੀਂ ਮਿਲਦੇ, ਮੈਂ ਕਹਿੰਦਾ ਮਕਾਨਾਂ ਦਾ ਕੋਈ ਘਾਟਾ ਨਹੀਂ, ਇੱਥੇ ਕਿਰਾਏਦਾਰਾਂ ਦੀ ਥੋੜ੍ਹਾ ਤੇ ਕੋਈ ਚੰਗਾ ਕਿਰਾਏਦਾਰ ਮਿਲੇਗਾ ਤਾਂ ਮੈਂ ਕਿਰਾਏ ਤੇ ਕੋਈ ਹਿੱਸਾ ਦੇਣ ਦਾ ਸੋਚ ਸਕਦਾ, ਐਰੇ ਗੈਰੇ ਨੂੰ ਪਰ ਕਿਵੇਂ ਦੇ ਦਿਆਂ। ਤੇ ਫਿਰ ਮੈਂ ਬੋਲਿਆ, ਵਜ੍ਹਾ ਫਰਮਾਇਆ ਸੇਠ ਸਾਹਿਬ, ਵਜ੍ਹਾ ਫਰਮਾਇਆ। ਤੁਸੀਂ ਮੰਨੋ ਤਾਂ ਕਿਸੇ ਕੀਮਤ ਤੇ ਕਿਰਾਏ ਤੇ ਨਾ ਚੜਾਉਣੀ ਇਹ ਕੋਠੀ। ਸੱਚ ਪੁੱਛੋ, ਜੇ ਇਹ ਕੋਠੀ ਕਿਤੇ ਮੇਰੀ ਹੁੰਦੀ, ਕਹਿੰਦਾ ਮੈਂ ਆਪ ਵੀ ਇਹਦੇ 'ਚ ਨਾ ਰਹਿੰਦਾ, ਇਹਦੇ ਸਾਹਮਣੇ ਝੁੱਗੀ ਪਾ ਕੇ ਬਤੌਰ ਕੇਅਰ ਟੇਕਰ ਇਸ ਦੀ ਸੰਭਾਲ ਕਰਦਾ ਤੇ ਆਪ ਸਾਰਾ ਦਿਨ ਝੁੱਗੀ 'ਚ ਕੱਟਦਾ। ਮੈਂ ਨਹੀਂ ਚਾਹੁੰਦਾ ਕਿ ਇਹ ਕੋਠੀ ਦਾ ਕੋਈ ਵੀ ਕੋਨਾ ਮੈਲਾ ਹੁੰਦਾ। ਜਿਵੇਂ ਸੁਨਿਆਰ ਨੇ ਸੋਨੇ ਦੇ ਨਗ ਜੜੇ ਹੁੰਦੇ ਨੇ, ਇਸੇ ਤਰ੍ਹਾਂ ਇਸ ਕੋਠੀ ਦੇ ਵਿੱਚ ਵੀ ਹਰ ਚੀਜ਼ ਜੜੀ ਪਈ ਆ। ਸੇਠ ਜੀ ਲੱਖ ਪ੍ਰਣਾਮ ਤੁਹਾਨੂੰ ਤੇ 1.25 ਲੱਖ ਪ੍ਰਣਾਮ ਤੁਹਾਡੀ ਕੋਠੀ ਨੂੰ। ਸੇਠ ਹੋਣੀ ਪੁੱਛਣ ਲੱਗੇ, ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਆਖਿਆ, ਹਜੂਰ ਪ੍ਰਿੰਸੀਪਲ ਸਾਹਿਬ ਦੇ ਚਰਨਾਂ 'ਚ ਹੀ ਰਹਿਣਾ, ਆਪਣੀ ਹੈਸੀਅਤ ਮੁਤਾਬਕ ਕੋਈ ਮਕਾਨ ਲੱਭ ਰਿਹਾ, ਅਜੇ ਮਿਲਿਆ ਨਹੀਂ, ਜੇ ਮਿਲ ਜਾਏਗਾ ਤਾਂ ਜ਼ਰੂਰ ਮਿਲ ਜਾਏਗਾ ਹੀ ਮੈਨੂੰ। ਸੇਠ ਹੋਰਾਂ ਨੇ ਮੈਨੂੰ ਚਾਹ ਪੀਣ ਦੇ ਲਈ ਮਜਬੂਰ ਕਰਨ ਲੱਗੇ। ਚਾਹ ਦੇ ਮੇਜ਼ ਤੇ ਉਹਨਾਂ ਨੇ ਮੈਨੂੰ ਆਪਣੀ ਧਰਮ ਪਤਨੀ ਨਾਲ ਮੇਰੀ ਜਾਣ ਪਛਾਣ ਕਰਾਈ ਤੇ ਧਰਮ ਪਤਨੀ ਜੀ ਬਿਲਕੁਲ ਟੁੰਨ ਦੀ ਭੈਣ ਲੱਗਦੀ ਸੀ, ਮੋਟੀ ਡਾਢੀ, ਤੇ ਮੈਂ ਦਿਲ ਹੀ ਦਿਲ ਈਸ਼ਵਰ ਦੇ ਰੰਗਾਂ ਦੇ ਵਿੱਚ ਰੰਗਿਆ ਉਸ ਅੱਗੇ ਮੱਥਾ ਟੇਕਿਆ ਕਿ ਇਹੋ ਜਿਹੇ ਮਹਿਲ ਦੇ ਵਿੱਚ ਕਿਹੋ ਜਿਹੇ ਵਾਸੀ ਰਹਿੰਦੇ ਨੇ। ਵਾਹ ਨਹੀਂ ਕੁਦਰਤੇ, ਕਿੱਥੇ ਇਹੋ ਜਿਹੀਆਂ ਝੁੱਗੀਆਂ ਤੇ ਕਿੱਥੇ ਇਹੋ ਜਿਹੇ ਰਹਿਣ ਵਾਲੇ। ਤੇ ਫੂਕ ਸ਼ਾਸਤਰ ਦੇ ਵਿੱਚੋਂ ਮੈਂ ਇੱਕ ਹੋਰ ਸ਼ਲੋਕ ਯਾਦ ਕੀਤਾ ਤੇ ਸਠਾਣੀ ਹੋਰਾਂ ਦੀ ਨਜ਼ਰ ਪੇਸ਼ ਕੀਤਾ। ਸੇਠ ਸਾਹਿਬ ਦੀ ਬੀਬੀ ਹੋਰਾਂ ਦੇ ਦਰਸ਼ਨ ਪਿੱਛੋਂ ਮੇਰੀ ਇੱਕ ਹੋਰ ਗੁੰਝਲ ਹੱਲ ਹੋ ਗਈ। ਮੈਂ ਸੋਚ ਰਿਹਾ ਸਾਂ ਕਿ ਤੁਸੀਂ ਕਿਸ ਦੀ ਕਿਸਮਤ ਦੇ ਸਹਾਰੇ ਮਹਿਲ ਖੜਾ ਕੀਤਾ। ਮੈਂ ਬਾਣੀ ਨੂੰ ਆਖਿਆ ਕਿ ਮੈਂ ਸੋਚ ਰਿਹਾ ਸਾਂ ਵੀ ਤੁਹਾਡੇ ਪਿੱਛੇ ਕਿਹਦੀ ਕਿਸਮਤ ਹੈ ਜਿਹਦੇ ਕਰਕੇ ਤੁਸੀਂ ਐਡਾ ਸੋਹਣਾ ਮਕਾਨ ਬਣਾ ਲਿਆ। ਪਰ ਹੁਣ ਮੈਨੂੰ ਕਹਿੰਦੇ ਸਾਫ਼ ਦਿਸਦਾ, ਬੀਬੀ ਹੋਰਾਂ ਦਾ ਮੱਥਾ ਸਾਫ਼ ਦੱਸਦਾ ਹੈ ਕਿ ਇਹਨਾਂ ਨੇ ਪਿਛਲੇ ਜਨਮ ਵਿੱਚ ਈਸ਼ਵਰ ਦੀ ਰੱਜ ਕੇ ਭਗਤੀ ਕੀਤੀ ਹੈ। ਇਸੇ ਕਰਕੇ ਇਹ ਸੁੰਦਰਤਾ, ਸਿਹਤ, ਰਾਜ ਭਾਗ, ਇਹ ਮਹਿਲ ਮਾੜੀਆਂ ਤੁਹਾਨੂੰ ਇਸ ਜਨਮ ਵਿੱਚ ਪ੍ਰਾਪਤ ਹੋਈਆਂ ਨੇ। ਸੇਠ ਸਾਹਿਬ ਤੇ ਸਠਾਣੀ ਹੋਰ ਖੁਸ਼ ਹੋਏ। ਸੇਠ ਹੋਣੀ ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਤੁਸੀਂ ਸਾਡੀ ਇੱਕ ਗੁਜ਼ਾਰਿਸ਼ ਮੰਨੋ, ਸਾਨੂੰ ਕਿਰਾਏਦਾਰ ਨਹੀਂ ਤੁਹਾਡੇ ਵਰਗਾ ਗਵਾਂਢੀ ਚਾਹੀਦਾ। ਤੁਸੀਂ ਸਾਡੇ ਨਾਲ ਹੀ ਸਾਡੇ ਕੋਲ ਠਹਿਰੋ, ਜਿੰਨੇ ਸੈੱਟ ਤੁਹਾਨੂੰ ਚਾਹੀਦੇ ਨੇ ਇਸ ਕੋਠੀ 'ਚੋਂ ਲੈ ਲਓ, ਅਸੀਂ ਕੋਈ ਕਿਰਾਇਆ ਨਹੀਂ ਲਵਾਂਗੇ, ਪਰ ਸਾਨੂੰ ਇੱਕ ਚੰਗਾ ਗੁਆਂਢੀ ਚਾਹੀਦਾ ਜਿਹੜਾ ਸਾਨੂੰ ਗਿਆਨ ਦਿੰਦਾ ਰਹੇ। ਬਸ ਸਾਨੂੰ ਇੰਨਾ ਹੀ ਰੋਜ਼ਾਨਾ ਕਾਫੀ ਹੈ ਕਿ ਕਦੀ ਅਸੀਂ ਚਾਹ ਜਾਂ ਖਾਣੇ ਤੇ ਇਕੱਠੇ ਬੈਠ ਕੇ ਤੁਹਾਡੇ ਨਾਲ ਗੱਲਾਂ ਵੀ ਕਰਿਆ ਕਰਾਂਗੇ। ਤੇ ਫੂਕ ਸ਼ਾਸਤਰ ਦੇ 2 ਅਧਿਆਵਾਂ ਨੇ ਮੈਨੂੰ ਮਕਾਨ ਵੀ ਦੇ ਦਿੱਤਾ ਤੇ ਮੇਰੀ ਰੋਟੀ ਦਾ ਵੀ ਪ੍ਰਬੰਧ ਕਰ ਦਿੱਤਾ। ਜੈ ਹੋ ਮਿਸ ਲੂੰਬੜੀ ਬਾਈ ਦੀ। ਯਾਨੀ ਇਦਾਂ ਲੋਕ ਟਰੈਪ 'ਚ ਫਸਦੇ ਨੇ। ਤੁਸੀਂ ਵੇਖੋ ਕਿ ਇੱਕ ਦੁਕਾਨ ਤੇ ਕਿਤੇ ਦੋਸਤੋ ਕੱਪੜਾ ਲੈਣ ਜਾਓ, ਕਿਤੇ ਕੋਈ ਚੀਜ਼ ਲੈਣ ਜਾਓ ਤੇ ਲੋਕੀ ਨਾ ਤੁਹਾਨੂੰ ਫੁਲਾ ਦੇਣਗੇ ਨਾ। ਦੁਕਾਨਦਾਰ ਕਦੇ ਵੀ ਤੁਹਾਡੀ ਮਾੜੀ ਚੀਜ਼ ਦੀ ਉਹ ਤਾਰੀਫ ਨਹੀਂ ਕਰੇਗਾ ਕਿਉਂਕਿ ਉਹਨੇ ਆਪਣਾ ਸੌਦਾ ਵੇਚਣਾ ਹੁੰਦਾ। ਦੇਖੋ ਕਿੰਨੀ ਜੱਚ ਰਹੀ ਹੈ। ਤੇ ਖਾਸ ਕਰਕੇ ਮੈਂ ਵੇਖਿਆ ਕਈ ਰਿਸ਼ਤੇਦਾਰਾਂ ਦੀਆਂ ਬੱਚੀਆਂ ਲਹਿੰਗੇ ਜਾਂ ਹੋਰ ਲੈਣ ਜਦੋਂ ਆਉਂਦੀਆਂ ਨੇ ਨਾ, ਤੇ ਉਹ ਕਈ ਵਾਰੀ ਨਾਲ ਚਲੇ ਜਾਈਦਾ ਕਿਉਂਕਿ ਪਟਿਆਲਾ ਸ਼ਾਪਿੰਗ ਲਈ ਕਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆ ਜਾਂਦੇ ਨੇ, ਉਹ ਲਹਿੰਗੇ ਲੂੰਗੇ ਪਟਿਆਲੇ ਸੋਹਣੇ ਮਿਲਦੇ ਨੇ। ਤੇ 2-3 ਦੁਕਾਨਦਾਰ ਮੇਰੇ ਵਾਕਫ ਨੇ, ਚਲੋ ਉਹਨਾਂ ਕੋਲ ਲੈ ਜਾਈਦਾ, ਉਹਨੂੰ ਕਹਿ ਵੀ ਦੇ ਯਾਰ ਠੀਕ ਰੇਟ ਲਾਈ, ਸਾਨੂੰ ਪਤਾ ਕਿੱਥੋਂ ਆਉਂਦੇ ਆ ਇਹ। ਚਲੋ ਸਾਡੀ ਵੀ ਮਜਬੂਰੀ ਹੁੰਦੀ ਆ, ਜਿੰਨਾ ਕੁ ਹੁੰਦਾ ਕਹਿ ਦਈਦਾ। ਪਰ ਉਹ ਕਈ ਵਾਰੀ ਤਾਂ ਜਦੋਂ ਅਸੀਂ ਫੋਨ 'ਚ ਬਿਜੀ ਹੁੰਦੇ ਆ ਨਾ, ਉਹ ਝੱਟ ਦੇਣਾ ਇੱਕ ਗੱਲ ਕਹਿਣਗੇ ਵੀ ਬੇਟੀ ਨੂੰ ਤਾਂ ਨਾ ਕਹਿੰਦੇ ਜੇ ਤੁਸੀਂ ਮਾਈਂਡ ਨਾ ਕਰੋ, ਤੁਸੀਂ ਲਹਿੰਗਾ ਲੈਣਾ ਜਾਂ ਨਹੀਂ ਲੈਣਾ ਇਹ ਗੱਲ ਛੱਡੋ, ਪਰ ਜੇ ਤੁਸੀਂ ਆਗਿਆ ਦਿਓ ਤਾਂ ਅਸੀਂ ਕੈਮਰਾਮੈਨਸ ਅਸੀਂ ਰੱਖਿਆ ਹੋਇਆ ਕਿ ਅਸੀਂ ਨਾ
ਇਹ ਡਰੈਸ ਬੀਬੀ ਦੇ ਜਿਹੜਾ ਲਹਿੰਗਾ ਪਾਇਆ ਹੋਇਆ ਅਸੀਂ ਇਹਦੀ ਫੋਟੋ ਰੱਖ ਲਈਏ, ਇਹ ਤਾਂ ਸਾਡੇ ਜਿਹੜੇ ਮਾਡਲ ਨੇ ਨਾ ਉਹਨਾਂ ਨੂੰ ਵੀ ਮਾਤ ਪਾਉਂਦੀ ਹੈ। ਬਸ ਆਹੀ ਉਹਦੇ ਕੋਲ ਟੋਟਕਾ ਪਾਣੀ ਕੋਲ। ਮੈਂ ਉਹਨੂੰ ਆਖਿਆ ਯਾਰ ਜਾਣ ਦੇ, ਇੰਨਾ ਨਹੀਂ ਹੁੰਦਾ ਹੈ ਨਾ। ਉਹ ਫਿਰ ਹੱਸ ਪਊਗਾ। ਮਤਲਬ ਜਦੋਂ ਉਹਨੇ ਕਿਹਾ ਤੁਸੀਂ ਲਿਓ ਜੀ ਭਾਵੇਂ ਭੈਣ ਜੀ ਨਾ ਲਿਓ, ਪਰ ਇਸ ਸਾਡੀ ਬੇਟੀ ਦੀ ਅਸੀਂ ਨਾ ਫੋਟੋ ਖਿੱਚ ਕੇ ਰੱਖਣਾ ਚਾਹੁੰਦੇ ਹਾਂ। ਅਸੀਂ ਕਿਤੇ ਲਾਵਾਂਗੇ ਨਹੀਂ, ਤੁਹਾਡੀ ਪ੍ਰਾਈਵੇਸੀ ਹੈ, ਪਰ ਅਸੀਂ ਆਪਣੀ ਐਲਬਮ 'ਚ ਰੱਖਾਂਗੇ। ਕਿਸੇ ਖਾਸ ਵਿਅਕਤੀ ਨੂੰ ਜਦੋਂ ਅਸੀਂ ਐਲਬਮ ਦਿਖਾਉਣੀ ਹੈ ਨਾ, ਉਦੋਂ ਅਸੀਂ ਆਪਣੇ ਗਹਿਣੇ ਦਾ ਜਿਹੜਾ ਲਹਿੰਗੇ ਦਾ ਡੈਮੋ ਦਿਖਾ ਦਾਂਗੇ। ਮਤਲਬ ਜੇ ਉਹਨਾਂ ਨੇ ਨਹੀਂ ਵੀ ਲੈਣਾ ਤੇ ਇੰਨੀ ਗੱਲ ਬਾਣੀ ਨੇ ਕਹੀ ਨਹੀਂ ਤੇ ਜਾ ਕਿਆ ਬਾਤ ਹੈ। ਸੋ ਬੜੇ ਕਈ ਵਾਰੀ ਕਮਾਲ ਹੀ ਹੈ। ਖੈਰ ਡਾਕਟਰ ਗੁਰਨਾਮ ਸਿੰਘ ਪੀਰ ਅੱਗੇ ਲਿਖਦੇ ਨੇ ਫੂਕ ਸ਼ਾਸਤਰ ਦੇ ਬਾਰੇ, ਕਿਉਂਕਿ ਜਿਹੜੀ ਬੇਲੋੜੀ ਤਾਰੀਫ ਹੁੰਦੀ ਹੈ ਨਾ ਤੁਹਾਨੂੰ ਪਾੜ ਦਿੰਦੀ ਹੈ। ਤੇ ਇਸੇ ਦੌਰਾਨ ਕਹਿੰਦੇ ਰਾਜਾ ਸਾਹਿਬ ਸਰਾਹਨਗਰ ਦਾ ਇੱਕ ਸੇਠ ਹੋਰਾਂ ਦਾ ਘਰ ਸੀ। ਉਹਨਾਂ ਦੇ ਨਾਲ ਉਹਨਾਂ ਦੀ ਇਕਲੌਤੀ ਸ਼ਹਿਜ਼ਾਦੀ ਮਿਸ ਕਸ਼ਮੀਰ ਕੁਮਾਰੀ ਤਸ਼ਰੀਫ ਲਿਆਏ। ਸ਼ਹਿਜ਼ਾਦੀ ਕਾਹਦੀ ਸੀ? ਬਸ ਦਿਨ ਚੜ੍ਹਦੇ ਦੀ ਲਾਲੀ। ਉਹਨੂੰ ਵੇਖ ਕੇ ਸਾਡੇ ਮੂੰਹ ਦੇ ਵਿੱਚ ਲੂੰਬੜੀ ਵਾਂਗੂ ਲਾਲਾਂ ਭਰ ਆਈਆਂ। ਅਸੀਂ ਆਪਣਾ ਫੂਕ ਸ਼ਸਤਰ ਸੰਭਾਲਿਆ ਤੇ ਗੁਲਾਬ ਦਾ ਇੱਕ ਫੁੱਲ ਤੋੜ ਕੇ ਉਸ ਕੋਲ ਚਲੇ ਗਏ। ਸ਼ਹਿਜ਼ਾਦੀ ਵੱਲ ਫੁੱਲ ਪੇਸ਼ ਕਰਦਿਆਂ ਮੈਂ ਆਖਿਆ, ਇਹ ਧਰਤੀ ਦੀ ਸਭ ਤੋਂ ਸੁੰਦਰ ਤੇ ਵੱਡੀ ਕਰਾਮਾਤ, ਇਹ ਫੁੱਲ ਤੇਰੇ ਹੱਥਾਂ ਦੀ ਸ਼ੋਅ ਮੰਗਦਾ। ਇਹ ਨਹੀਂ ਆਖਿਆ ਕਿ ਮੈਂ ਤੈਨੂੰ ਫੁੱਲ ਦੇਣਾ, ਇਹ ਫੁੱਲ ਤੇਰੇ ਹੱਥਾਂ ਦੀ ਸ਼ੋਅ ਮੰਗਦਾ ਹੈ। ਬਸ ਇਸ ਨੂੰ ਆਪਣੇ ਕੋਲ ਭਾਵੇਂ ਬੇਸ਼ੱਕ ਨਾ ਰੱਖੋ, ਪਰ ਇਸ ਨੂੰ ਇੱਕ ਵਾਰੀ ਟੱਚ ਕਰਕੇ ਮੈਨੂੰ ਦੇ ਦਿਓ। ਜਿਵੇਂ ਉਹ ਕਹਿੰਦੇ ਨਾ, ਮੈਂ ਟੋਟਕਾ ਸੁਣਾਇਆ ਸੀ ਕਿ ਤੇਰੀ ਸੱਜਰੀ ਪੈੜ ਦਾ ਰੇਤਾ ਨਹੀਂ ਚੁੱਕ ਚੁੱਕ ਲਾਵਾਂ ਹਿੱਕ ਨੂੰ। ਤਾਰੀਫ ਮਤਲਬ ਇਹ ਇੱਕ ਵਾਰੀ ਫੁੱਲ ਸ਼ੋਅ ਕੇ ਮੈਨੂੰ ਦੇ ਦਿਓ, ਮੈਂ ਇਸ ਫੁੱਲ ਦੇ ਸਹਾਰੇ ਮਾਲਾ ਮਾਲ ਹੋ ਜਾਵਾਂਗਾ। ਸ਼ਹਿਜ਼ਾਦੀ ਮੁਸਕਰਾਈ ਤੇ ਕਹਿਣ ਲੱਗੀ, ਜੇ ਇਹ ਫੁੱਲ ਮੈਂ ਆਪਣੇ ਵਾਲਾਂ ਦੇ ਵਿੱਚ ਲਾ ਲਵਾਂ? ਮੈਂ ਝੁੱਕ ਕੇ ਅਰਜ਼ ਕੀਤੀ, ਜਾਦੂਗਰ ਸ਼ਹਿਜ਼ਾਦੀ, ਫਿਰ ਤਾਂ ਇਸ ਧਰਤੀ ਤੇ ਵੱਧ ਤੋਂ ਵੱਧ ਖੁਸ਼ ਨਸੀਬ ਕੋਈ ਰਾਜਾ ਵੀ ਨਹੀਂ ਹੋ ਸਕੇਗਾ। ਸ਼ਹਿਜ਼ਾਦੀ ਨੇ ਫੁੱਲ ਆਪਣੇ ਵਾਲਾਂ 'ਚ ਜੜ ਲਿਆ ਤੇ ਮੈਂ ਫੂਕ ਸ਼ਾਸਤਰ ਦਾ ਇੱਕ ਹੋਰ ਸ਼ਲੋਕ ਉਚਾਰਿਆ, ਐ ਸੁੰਦਰਤਾ ਦੇ ਤਾਜ, ਮੈਂ ਕਿੱਡਾ ਖੁਸ਼ਕਿਸਮਤ ਹਾਂ ਜੋ ਇਸ ਜਨਮ ਦੇ ਵਿੱਚ ਤੁਹਾਡੇ ਦਰਸ਼ਨ ਹੋ ਗਏ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਸੱਚਮੁੱਚ ਇਨਸਾਨੀ ਰੂਪ 'ਚ ਆਏ ਹੋ ਜਾਂ ਕਿਸੇ ਮੁਸੱਵਰ ਦਾ ਤਖਯਲਤ ਹੋ, ਜਾਨੀ ਕਿਸੇ ਕਲਾਕਾਰ ਦੀ ਕਲਪਨਾ ਹੋ? ਸ਼ਹਿਜ਼ਾਦੀ ਮੁਸਕਰਾਈ ਤੇ ਕਹਿਣ ਲੱਗੀ, ਪਗਲਾ ਕਹੀਂ ਕਿਆ। ਮੈਂ ਇੱਕ ਸ਼ਲੋਕ ਹੋਰ ਕੱਢ ਮਾਰਿਆ ਫੂਕ ਸ਼ਾਸਤਰ 'ਚ ਕਿ ਰੂਪਵੰਤੀ, ਮੈਂ ਅੱਗੇ ਤਾਂ ਆਪਣੇ ਆਪ ਨੂੰ ਬੜਾ ਸੂਝਵਾਨ ਤੇ ਹੋਸ਼ਮੰਦ ਸਮਝਿਆ ਕਰਦਾ ਸੀ, ਪਰ ਅੱਜ ਮੈਂ ਸੱਚਮੁੱਚ ਪਾਗਲ ਹੋ ਗਿਆ। ਤੁਸੀਂ ਤਾਂ ਮੈਨੂੰ ਪਾਗਲ ਹੀ ਕਰ ਦਿੱਤਾ। ਐ ਜਾਦੂਗਰ ਸ਼ਹਿਜ਼ਾਦੀ, ਮੇਰੇ ਤੇ ਤਰਸ ਕਰੋ, ਮੈਂ ਤੜਫ ਤੜਫ ਕੇ ਮਰ ਜਾਵਾਂਗਾ। ਤੁਸੀਂ ਖੁਦਾ ਦੇ ਵਾਸਤੇ ਮੇਰੀਆਂ ਨਜ਼ਰਾਂ ਤੋਂ ਦੂਰ ਰਹੋ, ਨਾ ਮੁਸਕਰਾਵੋ, ਇਸ ਤਰ੍ਹਾਂ ਮੇਰੇ ਵੱਲ ਨਾ ਤੱਕੋ। ਐਸਾ ਨਾ ਹੋਵੇ ਕਿ ਮੈਂ ਦੀਵਾਨਾ ਵਾਰ-ਵਾਰ ਕੋਈ ਗੁਸਤਾਖੀ ਕਰ ਬੈਠਾ। ਸੋ ਪਲੀਜ਼ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਚਲੇ ਜਾਓ। ਇਸ ਤੋਂ ਪਹਿਲਾਂ ਕਿ ਮੈਂ ਸੱਚਮੁੱਚ ਗੁਸਤਾਖੀ ਕਰਦਾ, ਸ਼ਹਿਜ਼ਾਦੀ ਮੇਰੇ ਨਾਲ ਚੰਬੜ ਗਈ। ਉਸ ਨੂੰ ਇੰਨੀ ਗਰਮਜੋਸ਼ੀ ਨਾਲ ਉਸਨੇ ਮੈਨੂੰ ਘੁੱਟਿਆ ਕਿ ਮੈਨੂੰ ਨਸ਼ਾ ਚੜ ਗਿਆ। ਉਹ ਕਹਿਣ ਲੱਗੀ, ਪ੍ਰੋਫੈਸਰ ਡੀਅਰ, ਤੁਸੀਂ ਤਾਂ ਹੀ ਸੌ। ਮੈਂ ਜਿਨ੍ਹਾਂ ਨੂੰ ਯੁੱਗਾਂ ਤੋਂ ਭਾਲਦੀ ਸੀ, ਅੱਜ ਮੇਰੀ ਤਲਾਸ਼ ਮੁੱਕ ਗਈ ਹੈ। ਤੁਸੀਂ ਮੈਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ੋ ਤੇ ਮੈਨੂੰ ਆਪਣੀ ਝੋਲੀ 'ਚ ਪਾ ਲਓ। ਮੈਂ ਸਾਰੀ ਉਮਰ ਤੁਹਾਡੇ ਪੈਰ ਤੋਂ ਪੀਵਾਂਗੀ। ਟੁੰਨ ਸਠਾਣੀ ਪਤਾ ਨਹੀਂ ਸਾਡੇ ਕਦੋਂ ਕੋਲ ਆ ਖਲੋਤੀ। ਉਹ ਕਹਿਣ ਲੱਗੀ, ਅੱਜ ਪਤਾ ਲੱਗਾ ਕਿ ਤੁਸੀਂ ਇੱਕ ਦੂਜੇ ਲਈ ਮਰਦੇ ਸੌ। ਸੇਠ ਉਹਦੀ ਵਿਚਾਰੇ ਸਿੱਧੇ ਆਦਮੀ ਸੀ। ਉਹ ਇਸ ਤਰ੍ਹਾਂ ਜਾਣ ਪਛਾਣ ਕਰਾ ਰਹੇ ਸਨ ਜਿਵੇਂ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ। ਅੱਛਾ ਵਧਾਈਆਂ, ਸ਼ਾਦੀ ਇੱਥੇ ਹੀ ਕਰਨੀ, ਮੈਂ ਆਪਣੇ ਵੀਰ ਨੂੰ ਘੋੜੀ ਚੜਾਵਾਂਗੀ, ਸਠਾਣੀ ਕਹਿ ਰਹੇ ਸੀ। ਜਾਣੀ ਰਿਹਾਇਸ਼ ਸਾਡੀ ਉਦੋਂ ਵੀ ਪੱਕੀ ਹੋ ਗਈ ਮੇਰੀ ਮੰਗੇਤਰ ਨਾਲ। ਕਹਿੰਦਾ ਇੱਕ ਹੋਰ ਪੀਸ ਲਿਖਿਆ ਡਾਕਟਰ ਗੁਰਨਾਮ ਸਿੰਘ ਪੀਰ ਹੋਰਾਂ ਨੇ, ਕਹਿੰਦੇ ਜਦੋਂ ਮੇਰੀ ਜੁੱਲੀ ਕੁੱਲੀ ਤੇ ਗੁੱਲੀ, ਖਾਸ ਕਰਕੇ ਵਿਆਹ ਦਾ ਵੀ ਪ੍ਰਬੰਧ ਹੋ ਗਿਆ ਰੋਟੀ ਦਾ, ਤੈਂ ਮੈਂ ਮਿਸ ਲੂੰਬੜੀ ਨੂੰ ਭਾਲਣ ਚੜਿਆ। ਬੜੀ ਮੁਸ਼ਕਲ ਨਾਲ ਮੈਂ ਮਿਸ ਲੂੰਬੜੀ ਨੂੰ ਲੱਭਿਆ, ਪਰ ਉਹ ਪਹਿਲਾਂ ਮੈਨੂੰ ਸ਼ਿਕਾਰੀ ਸਮਝਦੀ ਰਹੀ। ਜਦੋਂ ਉਹਨੂੰ ਪਤਾ ਲੱਗਿਆ ਮੈਂ ਸ਼ਿਕਾਰੀ ਨਹੀਂ ਸਗੋਂ ਲੂੰਬੜੀ ਦਾ ਪੁਜਾਰੀ ਹਾਂ, ਤਾਂ ਉਹ ਹੱਸ ਕੇ ਮੇਰੇ ਨਾਲ ਤੁਰ ਪਈ। ਚਣਕਿਆ ਨੇ ਰਾਜਨੀਤੀ ਦੇ ਸ਼ਾਸਤਰ ਲਿਖੇ ਸਨ, ਪਰ ਮੈਂ ਲੂੰਬੜੀ ਦੀ ਸਹਾਇਤਾ ਨਾਲ ਨਵਾਂ ਫੂਕ ਸ਼ਾਸਤਰ ਲਿਖ ਰਿਹਾ, ਫੂਕ ਛਕਾਉਣ ਵਾਲਾ। ਇਹ ਫੂਕ ਸ਼ਾਸਤਰ ਦੇ ਪਾਠ ਨਾਲ ਤੁਸੀਂ ਅਣਗਿਣਤ ਤੇ ਅੜੇ ਕੰਮ ਕਢਵਾ ਸਕੋਗੇ। ਕੰਮ ਹੋਵੇ ਜਾਂ ਨਾ ਹੋਵੇ, ਤੁਸੀਂ ਘੱਟੋ ਘੱਟ ਆਪਣੀ ਸੱਭਿਆ ਸ਼੍ਰੇਣੀ ਦੇ ਮੋਢਿਆਂ ਦੇ ਵਿੱਚ ਗਿਣੇ ਜਾਓਗੇ। ਅੱਜ ਦੁਨੀਆ ਦੇ ਵਿੱਚ ਬੈਟਲ ਆਫ ਵਿਟਸ ਚੱਲ ਰਹੀ ਹੈ। ਇਸ ਬੈਟਲ ਦੇ ਵਿੱਚ ਕਾਮਯਾਬ ਉਹੀ ਗਿਣਿਆ ਜਾਵੇਗਾ ਜੋ ਵੇਲੇ ਸਿਰ ਫੂਕ ਸ਼ਾਸਤਰ ਦਾ ਢੁਕਵਾਂ ਸ਼ਲੋਕ ਪੜ੍ਹ ਜਾਏਗਾ। ਆਸ ਹੈ ਕਿ ਤੁਸੀਂ ਅਗਰ ਸਦਾ ਕਾਮਯਾਬ
ਹੋਣਾ, ਸਫਲ ਹੋਣਾ, ਤਾਂ ਫੂਕ ਸ਼ਾਸਤਰ ਦੀ ਇੱਕ ਇੱਕ ਕਾਪੀ ਆਪਣੇ ਘਰ ਰੱਖਣੀ। ਇਟ ਇਜ਼ ਦਾ ਬੈਸਟ ਮਸਟ ਫॉर ਸਕਸੈਸ। ਇਹ ਸੀ ਫੂਕ ਸ਼ਾਸਤਰ, ਤਾਰੀਫ ਜਿਹਨੂੰ ਕਹਿੰਦੇ ਆ ਫੁੱਲ ਕੇ ਕੁੱਪਾ ਕਰ ਦੇਣਾ। ਅੱਜ ਤੁਸੀਂ ਵੇਖੋ ਕਿ ਅੱਜ ਖਬਰਾਂ 'ਚ ਕੀ ਹੋ ਰਿਹਾ। ਸੱਤਾਧਾਰੀ ਸਰਕਾਰ ਦੀ ਤਾਰੀਫ ਕਰੋ। ਮੈਂ ਵੇਖ ਰਿਹਾ, ਮੈਨੂੰ ਇੱਕ ਸੁਰਿੰਦਰ ਵੀਰ ਜੀ ਨਾਲ ਅੱਜ ਗੱਲ ਨਹੀਂ ਹੋਈ, ਉਹਨਾਂ ਨੇ ਇੱਕ ਭੇਜਿਆ, ਕੋਈ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਨੇ, ਕੋਈ ਡਾਕਟਰ ਸੰਧੂ, ਉਹ ਕਹਿੰਦੇ ਵੀ ਉਹ ਤਾਂ ਬੈੱਡ ਤੇ ਨਾ ਐਵੇਂ ਹੀ ਪੈ ਗਿਆ, ਧੱਕੇ ਨਾਲ ਥੋੜੀ ਪਾਇਆ ਚੇਤਨ ਸਿੰਘ ਜੌੜਾ ਮਾਜਰਾ ਨੇ, ਡਾਕਟਰ ਰਾਜ ਬਹਾਦਰ। ਮਤਲਬ ਉਸ ਕੋਤਾਹੀ ਨੂੰ ਜਸਟੀਫਾਈ ਕਰਨ ਦੇ ਕਿੰਨੇ ਤੌਰ ਤਰੀਕੇ ਨੇ। ਇਹ ਗੱਲ ਮੈਂ ਸਮਝਦਾ ਕਿ ਜੇ ਇਹ ਚੇਤਨ ਸਿੰਘ ਜੌੜੇ ਮਾਜਰਾ ਨੂੰ ਜਸਟੀਫਾਈ ਕਰਨ ਵਾਲੇ, ਉਹਨਾਂ ਦੀ ਕਾਰਵਾਈ ਨੂੰ ਸਹੀ ਠਹਿਰਾਉਣ ਵਾਲੇ ਰੌਲਾ ਨਾ ਪਾਉਂਦੇ ਤੇ ਇਹ ਗੱਲ ਠੰਡੀ ਪੈ ਜਾਣੀ ਸੀ। ਜਿਵੇਂ ਭਗਵੰਤ ਮਾਨ ਨੇ ਸੰਜੀਦਗੀ ਵਿਖਾਉਂਦਿਆਂ ਜਾਂ ਸਿਆਸੀ ਦਾ ਖੇਡਦਿਆਂ ਇਸ ਮਸਲੇ ਨੂੰ ਠੰਡਾ ਕਰ ਲਿਆ ਸੀ, ਪਰ ਉਹ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਹਾਲਾਂਕਿ ਚੇਤਨ ਸਿੰਘ ਜੌੜਾ ਮਾਜਰਾ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ, ਪਰ ਫਿਰ ਵੀ ਉਹਨਾਂ ਦੀ ਹੱਕ 'ਚ ਆ ਕੇ ਬੇਲੋੜੇ ਪੱਤਰਕਾਰ, ਬੇਲੋੜੇ ਮੀਡੀਆ ਵਾਲੇ, ਬੇਲੋੜੇ ਸਾਇੰਸਦਾਨ, ਡਾਕਟਰ, ਪ੍ਰੋਫੈਸਰ ਆਪਣੀ ਆਪਣੀ ਵਾਲ ਤੇ ਜਿਵੇਂ ਹਨੇਰੀ ਲਿਆ ਦਿੱਤੀ ਹੈ। ਜੇ ਚੇਤਨ ਸਿੰਘ ਜੌੜੇ ਮਾਜਰਾ ਦੇ ਹੱਕ 'ਚ ਬਹੁਤੇ ਲੋਕ ਨਾ ਆਉਂਦੇ ਤਾਂ ਇਹ ਮਸਲਾ ਹੱਲ ਹੋ ਜਾਣਾ ਸੀ, ਕਿਉਂਕਿ ਜਦੋਂ ਚੀਫ ਨੇ ਮਾਫੀ ਮੰਗ ਲਈ। ਪਰ ਇਹ ਝੂਠੀਆਂ ਤਾਰੀਫਾਂ ਕਰਨ ਵਾਲੇ ਕਿ ਪ੍ਰਬੰਧ ਏਦਾਂ ਹੀ ਸੁਧਰਦੇ ਨੇ, ਚੇਤਨ ਸਿੰਘ ਜੌੜੇ ਮਾਜਰਾ ਲੋਕਾਂ ਦਾ ਦਰਦ ਸਮਝਦੇ ਨੇ। ਗੱਲ ਕੀ ਕਿ ਹੁਣ ਜੇ ਮੈਂ ਚੇਤਨ ਸਿੰਘ ਜੌੜੇ ਮਾਜਰਾ ਦੇ ਹੱਕ 'ਚ ਲਿਖਾਂ ਤੇ ਮੈਂ ਉਹਦੀ ਗੁੱਡ ਬੁੱਕ 'ਚ ਆ ਜਾਵਾਂਗਾ। ਉਹ ਕਹੂਗਾ ਮੇਰੀ ਭੀੜ ਪੈ ਤੇ ਇਹਨੇ ਮੇਰੀ ਮਦਦ ਕੀਤੀ, ਮੇਰੀ ਤਾਰੀਫ ਕੀਤੀ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣਾ, ਕਿਸੇ ਨੇ ਗੁੜ ਵੇਚਣਾ, ਕਿਸੇ ਨੇ ਚੀਨੀ ਵੇਚਣੀ, ਕਿਸੇ ਨੇ ਆਪਣੀ ਦੁਕਾਨਦਾਰੀ ਚਲਾਉਣੀ, ਕਿਸੇ ਨੇ ਚੈਨਲ ਚਲਾਉਣਾ, ਅੱਜ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਜਿਹੜੇ ਆ ਪੈਰ ਚੱਟ ਰਹੇ ਨੇ, ਤਾਰੀਫ ਕਰ ਰਹੇ ਨੇ। ਭਗਵੰਤ ਮਾਨ ਬਣਿਆ, ਕਿੰਨੇ ਆਰਟੀਕਲ, ਕਿੰਨੇ ਲੋਕਾਂ ਨੇ ਫੋਟੋਆਂ ਕੱਢ ਕੱਢ ਕੇ ਪਾਈਆਂ। ਹੋਰ ਮਿਨਿਸਟਰ ਬਣੇ, ਭਾਵੇਂ ਰੰਧਾਵਾ ਸੁੱਖੀ ਬਣਿਆ ਜਾਂ ਚੰਨੀ ਬਣਿਆ, ਕਿੰਨਿਆਂ ਨੇ ਆਪਣੇ ਪੁਰਾਣੇ ਡਾਟੇ ਫੋਟੋਆਂ ਚੱਕ ਲਈਆਂ, ਹੈ ਨਾ। ਯੋਗਰਾਜ ਸਿੰਘ ਵੀ ਕਹਿੰਦਾ ਮੇਰੇ ਕੋਲ ਕ੍ਰਿਕਟਰ ਸਿੱਖਦਾ ਸੀ, ਮੇਰੇ ਕੋਲ ਕ੍ਰਿਕਟ ਸਿੱਖਦਾ ਸੀ, ਫਲਾਂ ਸੀ ਟਮਕਾ ਸੀ। ਇਹ ਸਾਰਾ ਫੂਕ ਸ਼ਾਸਤਰ ਹੈ। ਜੇ ਮੀਡੀਆ ਫੂਕ ਸ਼ਾਸਤਰ ਤੇ ਆਏਗਾ ਤੇ ਉਹਦਾ ਅਸਰ ਪਬਲਿਕ 'ਚ ਵੀ ਜਾਂਦਾ ਹੈ। ਜੇ ਸਿਆਸਤਦਾਨ ਕੋਈ ਬਿਹਤਰ ਕੰਮ ਕਰਦੇ ਨੇ, ਇਹਨਾਂ ਦੀ ਜੌਬ ਹੈ, ਠੀਕ ਹੈ, ਦੈਟਸ ਆਲ ਗੁੱਡ, ਪਰ ਉਸ ਨੂੰ ਪੋਲਿਸ਼ ਕਰਨਾ, ਉਸ ਨੂੰ ਰੱਬੀ, ਕਿਉਂਕਿ ਇਹ ਫੂਕ ਸ਼ਾਸਤਰ ਮੁੱਢ ਕਦੀਮ ਤੋਂ ਚੱਲਿਆ ਆਉਂਦਾ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆ ਜਿਹੜੇ ਪ੍ਰਸੰਗ ਬਣੇ ਨੇ ਨਾ, ਕਿ ਉਹਨਾਂ ਦੇ ਘੋੜੇ ਤੇ ਜਾਂਦੇ ਕਿਸੇ ਬੁੜੀ ਨੇ ਕਾਲਾ ਤਵਾ ਉਹਨਾਂ ਦੇ ਪੈਰ ਨਾਲ ਘਸਾਤਾ ਕਿ ਮਹਾਰਾਜ ਮੈਂ ਤਾਂ ਸੁਣਿਆ ਤੁਸੀਂ ਪਾਰਸ ਹੋ, ਤੁਹਾਡੇ ਨਾਲ ਰਗੜੀ ਹਰ ਚੀਜ਼ ਸੋਨਾ ਹੋ ਜਾਂਦੀ ਹੈ, ਤੇ ਉਹਨੂੰ ਮੱਲੋ ਮੱਲੀ ਕੁਛ ਦੇਣਾ ਪਿਆ। ਫਿਰ ਉਹ ਪਾਂਡੀ ਪਾਤਸ਼ਾਹ ਬਣ ਗਿਆ, ਭਾਰ ਢੋਣ ਲੱਗ ਪਿਆ। ਇਦਾਂ ਹੀ ਇਹ ਸਿਆਸਤਦਾਨ ਨੇ, ਕੋਈ ਕਹਿੰਦਾ ਸਾਡਾ ਹਰ ਕੀ ਪੌੜੀ ਤੇ ਪਾਠ ਚੱਲੀ ਜਾਂਦਾ, ਕੋਈ ਕਹਿੰਦਾ ਮੈਂ ਵੱਡਾ ਦਾਨੀ ਹਾਂ, ਮੈਂ ਆਮ ਜ਼ਿੰਦਗੀ ਜਿਉਣਾ, ਮੈਂ ਲੋਕਾਂ 'ਚ ਵਿਚਰਦਾ। ਇਦਾਂ ਹੀ ਮੋਦੀ ਸਾਹਿਬ ਕਹਿੰਦੇ ਮੈਂ ਮਗਰਮੱਛ ਫੜਦਾ ਰਿਹਾ, ਮੈਂ ਚਾਹ ਵੇਚ ਕੇ ਇੱਥੋਂ ਤੱਕ ਪਹੁੰਚਿਆ। ਇਹਨਾਂ ਪ੍ਰਸੰਗਾਂ ਨੂੰ ਜਿਹੜੇ ਲੋਕਾਂ ਨੇ ਲਿਖਿਆ ਜਾਂ ਇਹਨਾਂ ਤੇ ਜਿਹੜੇ ਅਭਿਨੰਦਨ ਗ੍ਰੰਥ ਲਿਖਦੇ ਨੇ ਨਾ, ਸਾਹਿਤਕਾਰ, ਕਲਾਕਾਰ, ਪੱਤਰਕਾਰ, ਇਹ ਸਾਰੇ ਫੂਕ ਸ਼ਾਸਤਰ ਦੇ ਪੁਜਾਰੀ ਨੇ, ਜਿਹੜੇ ਇਸ ਫੂਕ ਸ਼ਾਸਤਰ ਦੀ ਖੱਟੀ ਕਮਾਈ ਖਾਂਦੇ ਨੇ ਤੇ ਆਪਣੀ ਦੁਕਾਨਦਾਰੀ ਚਲਾਉਂਦੇ ਨੇ, ਜਿਸ ਦੌਰਾਨ ਫਿਰ ਲੋਕਾਂ ਦੇ ਪੱਲੇ ਬਹੁਤਾ ਕੁਝ ਨਹੀਂ ਪੈਂਦਾ। ਸੋ ਇਹ ਕਿਵੇਂ ਲੱਗਿਆ? ਕਿਤਾਬ ਦਾ ਨਾਮ ਸੀ ਜੀ ਇਹ, ਜਿੰਮੀ ਕਾਰਟਰ ਜੀ ਕਹਿੰਦੇ ਮੈਨੂੰ ਮੈਥੋਂ ਬਚਾਓ, ਮੈਨੂੰ ਮੈਥੋਂ ਬਚਾਓ। ਡਾਕਟਰ ਗੁਰਨਾਮ ਸਿੰਘ ਹੋਰਾਂ ਦੀ ਕਿਤਾਬ ਹੈ, ਤੀਰ ਸਾਹਿਬ ਦੀ, ਲਾਹੌਰ ਬੁੱਕ ਸ਼ਾਪ ਵਾਲਿਆਂ ਦੀ ਮਿਲ ਜਾਣੀ ਹੈ ਤੁਹਾਨੂੰ। ਸੋ ਬਹੁਤ ਸੋਹਣੇ ਵਿਅੰਗ ਨੇ ਇਹਦੇ 'ਚ। ਅੱਗੇ ਜੱਟ ਦਾ ਵਰਤ, ਉਹ ਵੀ ਬਹੁਤ ਕਮਾਲ ਦਾ। ਸੋ ਚਾਚਾ ਚੰਡੀਗੜ੍ਹ ਹੈ, ਇਹਦੇ 'ਚ ਹਾਸੇ 'ਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਮਝਾ ਦਿੰਦੇ ਨੇ। ਤੇ ਇੱਥੇ ਕਿਤੇ ਨਾ ਕਿਤੇ ਸਪੇਨ ਤੋਂ ਭਾਈ ਬਾਜਵਾ ਸਾਹਿਬ, ਥੈਂਕ ਯੂ, ਮਿਹਰਬਾਨੀ ਸਭ ਸੱਜਣਾ ਦੀ। ਤੇ ਇੱਕ ਆਖਰੀ ਕਾਲ ਮੈਂ ਲਵਾਂਗਾ। ਸਤਿ ਸ਼੍ਰੀ ਅਕਾਲ ਜੀ। 86 ਨੰਬਰ, 786 ਨੰਬਰ। ਸਤਿ ਸ਼੍ਰੀ ਅਕਾਲ ਜੀ। ਆਪਣਾ ਹਾਂਜੀ ਹਾਂਜੀ, ਕੀ ਹਾਲ ਚਾਲ ਹੈ? ਠੀਕ ਠਾਕ ਵਾਹ, ਤੁਸੀਂ ਸੁਣਾਓ ਜੀ? ਵਧੀਆ ਵਧੀਆ, ਮੌਜਾਂ। ਮੈਂ ਤੁਹਾਡਾ ਡਿਸਕਸ ਥੋੜੀ ਸੁਣਦਾ ਸੀ ਜੀ। ਮੈਂ ਤਾਂ ਤੁਹਾਨੂੰ 21 ਸਾਲ ਬੋਲਦਾ ਜੀ। ਮੈਂ ਦੇਖੋ ਰਿਐਲਿਟੀ ਦੱਸਦਾ, ਬਾਈ ਗੌਡ ਦੇਖੋ, ਨਾ ਤਾਂ ਮੈਂ ਆਮ ਆਦਮੀ ਪਾਰਟੀ ਵੋਟ ਪਾਈ ਆ, ਨਾ ਮੈਂ ਫੈਨ ਆ ਆਮ ਆਦਮੀ ਪਾਰਟੀ ਦਾ। ਹਾਂਜੀ, ਬਿਲਕੁਲ 1% ਵੀ ਨਹੀਂ ਹੈਗਾ। ਜਿਹੜੀ ਵਿਰੋਧ ਦੀ ਗੱਲ ਮੈਂ ਕਰ ਰਹਾ, ਜਿਹੜੇ ਜੌੜਾ ਮਾਜਰਾ ਸਾਹਿਬ ਨੇ ਕਾਰਵਾਈ ਕੀਤੀ ਸੀ, ਤੁਹਾਡੀ ਆ ਜੀ? ਨਹੀਂ ਦੇਖੋ, ਕਾਰਵਾਈ ਜੇ ਗੱਦੇ ਮਾੜੇ ਸੀ, ਪ੍ਰਬੰਧ ਮਾੜਾ ਸੀ, ਉਹ ਉਹਨਾਂ ਦਾ ਭਾਵੇਂ ਅਸਤੀਫਾ ਲੈ ਲੈਂਦੇ ਦਫ਼ਤਰ ਬੁਲਾ ਕੇ,
ਇੱਕ ਤਰੀਕੇ ਨਾਲ ਵੈਸੇ ਉਹ ਠੀਕ ਹੈ ਜੋ ਕਰਦੇ ਕਾਨੂੰਨੀ ਕਾਰਵਾਈ। ਹਾਂ ਮਤਲਬ ਪਬਲਿਕ ਤੌਰ ਤੇ ਜਲੀਲ ਕਰਨਾ ਨਾ ਕਿਸੇ ਨੂੰ ਵੀ ਉਹ ਮਾੜਾ ਹੈ। ਉਹਨਾਂ ਨੇ ਫਿਰ ਆਪੀ ਜੋ ਮਰਜ਼ੀ ਅਸਤੀਫਾ ਦਿੰਦੇ ਚਾਹੇ ਜੇਲ੍ਹ ਚ ਜੋ ਮਰਜ਼ੀ ਹੁੰਦਾ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਦੇ। ਹਾਂ ਜੇ ਉਹਨਾਂ ਨੇ ਉਹਦੇ ਚੋਂ ਗੱਦਿਆਂ ਚੋਂ ਪੈਸੇ ਖਾਦੇ ਨੇ ਕੋਈ ਮਾੜਾ ਕੰਮ ਕੀਤਾ ਕਾਰਵਾਈ ਕਰਕੇ ਭਾਵੇਂ ਉਹ ਤੇ ਜੁਰਮਾਨਾ ਪਾ ਦਿੰਦੇ ਉਹ ਜਾਇਜ਼ ਸੀਗਾ। ਮੇਰੇ ਫੋਨ ਕਰਕੇ ਪੁੱਛੀ ਸੀ ਉਹਨਾਂ ਨੂੰ ਫਰੀਦਕੋਟ ਚ ਉਹ ਕਹਿੰਦੇ ਇਹ ਬਾਈ ਚਾਂਸ ਇੱਕ ਨੰਬਰ ਦਾ ਗੁੰਡਾ ਬਦਮਾਸ਼ ਆਦਮੀ ਆ ਉਹ ਸਿੱਧਾ ਕਿ ਨਾਗਪੁਰ ਨਾਲ ਕਨੈਕਸ਼ਨ ਜੁੜਦੇ ਨਹੀਂ। ਨਹੀਂ ਏਦਾਂ ਦਾ ਤਾਂ ਭਾਵੇਂ ਤੁਸੀਂ ਕੁਛ ਕਹੀ ਜਾਓ ਪਰ ਤੁਸੀਂ ਵੇਖੋ ਭਾਜੀ ਜੇ ਨਾਗਪੁਰ ਨਾਲ ਕਨੈਕਸ਼ਨ ਜੁੜਦੇ ਨੇ ਉਹ ਗੱਲ ਵੱਖਰੀ ਹੈ। ਜੇ ਤਾਂ ਉਹ ਨਾਗਪੁਰ ਨਾਲ ਕਨੈਕਸ਼ਨ ਜੁੜਦੇ ਨੇ ਕਿਸੇ ਦਾ ਕੋਈ ਨੁਕਸਾਨ ਕਰ ਰਿਹਾ ਕਿਸੇ ਦਾ ਧਰਮ ਡਾਇਵਰਟ ਕਰ ਰਿਹਾ ਪਰ ਤੁਸੀਂ ਵੇਖੋ ਕਿ ਉਹ ਸ਼ਾਹਰੁਖ ਖਾਨ ਦਾ ਜਦੋਂ ਇਲਾਜ ਹੋਇਆ ਨਾ ਸ਼ਾਹਰੁਖ ਖਾਨ ਕਰੋੜਾਂ ਅਰਬਾਂ ਦਾ ਮਾਲਕ ਹੈ ਬਾਲੀਵੁੱਡ ਅਦਾਕਾਰ ਉਹਦਾ ਮੇਰੀ ਗੱਲ ਸੁਣੋ 8 ਡਾਕਟਰ ਸੀ ਉਹਦਾ ਇਲਾਜ ਕਰਨ ਵਾਲੇ ਰੀੜ੍ਹ ਦੀ ਹੱਡੀ ਦਾ 8 ਦੇ ਵਿੱਚੋਂ ਇੱਕੋ ਹੀ ਡਾਕਟਰ ਸੀ ਪੂਰੇ ਇੰਡੀਆ ਦਾ। ਯਾਰ ਉਸ ਬੰਦੇ ਕੋਲ ਕਾਬਲੀਅਤ ਵੀ ਹੈਗੀ ਆ ਉਹ ਜੇ ਮੈਦਾਨਤਾ ਚ ਜਾਂ ਕਿਤੇ ਹੋਰ ਵੱਡੇ ਹਸਪੀਟਲ ਚਲਿਆ ਜਾਵੇ ਉਹ ਕਰੋੜਾਂ ਅਰਬਾਂ ਰੁਪਏ ਕਮਾ ਸਕਦਾ। ਉਹ ਫਰੀਦਕੋਟ ਦੇ ਗੱਦਿਆਂ ਚੋਂ ਪੈਸੇ ਕਮਾ ਕੇ ਕੀ ਕਰੂ ਉਹ ਚੰਡੀਗੜ੍ਹ ਰਹਿੰਦਾ। ਹੁਣ ਜੇ ਕਹਿੰਦੇ ਕਰੋਨਾ ਹੋ ਗਿਆ ਜੀ ਇਹ ਚੰਡੀਗੜ੍ਹ ਚਲਿਆ ਗਿਆ ਫਰੀਦਕੋਟ ਛੱਡ ਕੇ ਉਹਦੀ ਰਿਹਾਇਸ਼ ਚੰਡੀਗੜ੍ਹ ਹੈ। ਹੁਣ ਭਗਵੰਤ ਮਾਨ ਜਹਾਜ਼ ਲੈ ਕੇ ਉੱਥੇ ਚਲਿਆ ਗਿਆ ਅਪੋਲੋ ਦੇ ਵਿੱਚ ਦਿੱਲੀ ਏਮਸ ਹੈ ਨਾ ਉਹ ਏਮਸ ਚ ਨਹੀਂ ਗਿਆ ਸਰਕਾਰੀ ਚ ਉਹ PGI ਚ ਨਹੀਂ ਗਿਆ ਕਿੰਨਾ ਕੁ ਬਿਮਾਰ ਹੋ ਗਿਆ ਸੀ ਭਗਵੰਤ ਮਾਨ। ਡਾਕਟਰ ਰਾਜ ਬਹਾਦਰ ਦਾ ਫਰੀਦਕੋਟ ਛੱਡ ਕੇ ਕਰੋਨਾ ਦੇ ਦੌਰਾਨ ਕਿ ਉਹਦੀ ਫੈਮਿਲੀ ਹੈ ਉਹਨੂੰ ਐਸੀ ਉੱਥੇ ਕੰਫਰਟੇਬਲ ਨੇ ਚੰਡੀਗੜ੍ਹ ਜੇ ਉੱਥੋਂ 에ਅਰਲਿਫਟ ਕਰਨਾ ਪਿਆ ਦਿੱਲੀ ਠੀਕ ਰਹੇਗਾ ਜਾਂ ਕਿਤੇ ਹੋਰ ਠੀਕ ਰਹੇਗਾ ਪਰ ਉਹ ਇਸ਼ੂ ਬਣਾ ਲਿਆ ਕੀ ਭਗਵੰਤ ਮਾਨ ਨਹੀਂ ਦਿੱਲੀ ਪਹੁੰਚਿਆ ਰਾਤੋਂ ਰਾਤ ਜਹਾਜ਼ ਲੈ ਕੇ ਸਰਕਾਰੀ। ਸੋ ਜੇ ਬਾਈ ਜੀ ਉਹਨੇ ਪੈਸਾ ਕਮਾਉਣਾ ਹੁੰਦਾ ਉਹ ਪਿੰਡਾਂ ਵਾਲੇ ਪਰਚੀਆਂ ਵਾਲੇ ਗਰੀਬ ਲੋਕ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਠੀਕ ਕਰ ਰਿਹਾ ਉਹ 'ਚ ਕਮਾਈ ਕਿੰਨੀ ਕੁ ਹੈ। ਜੇ ਕਰਪਸ਼ਨ ਕਰਨੀ ਹੋਵੇ ਜਿਹੜਾ ਸ਼ਾਹਰੁਖ ਦੇ ਇਲਾਜ 'ਚ ਸ਼ਾਮਲ ਡਾਕਟਰ ਹੈ ਉਹ ਅਮਰੀਕਾ ਕੈਨੇਡਾ 'ਚ ਵੀ ਐਡਾ ਕਮਾਈ ਕਰ ਸਕਦਾ ਉਹ ਫਰੀਦਕੋਟ ਬੈਠਾ ਹੀ ਕਿਉਂ ਕਰੂਗਾ। ਇਹ ਠੀਕ ਹੈ ਕਿ ਉਹਦਾ ਵਿਵਹਾਰ ਸਖਤ ਹੋ ਸਕਦਾ ਜਿਵੇਂ ਆਪਣੇ ਸਰੋਤਿਆਂ ਨੇ ਵੀ ਆਖਿਆ ਸੀ ਕਿ ਜਿਸ ਦਿਨ ਉਹਨਾਂ ਦਾ ਦੌਰਾ ਹੁੰਦਾ ਬੁੱਧਵਾਰ ਨੂੰ ਉਦੋਂ ਕੋਈ ਵੀ ਕੋਰੀਡੋਰ 'ਚ ਜਾਂ ਅੰਦਰ ਰਜਾਈਆਂ ਸਿੱਟ ਕੇ ਨਹੀਂ ਬੈਠਾ ਹੁੰਦਾ ਕਿਉਂਕਿ ਸਫਾਈ ਬਹੁਤ ਜ਼ਰੂਰੀ ਹੈ। ਲੋਕਾਂ ਨਾਲੋਂ ਗਲਤ ਵਿਵਹਾਰ ਬੋਲਦਾ ਰੁੱਖਾ ਹੋ ਸਕਦਾ ਹੈ ਜਦੋਂ ਲੋਕ ਨਾ ਸਮਝਣ ਆਪਾਂ ਆਪਣੇ ਬੱਚੇ ਨੂੰ ਵੀ ਵਰਜ ਦਿੰਦੇ ਹਾਂ ਉਹ ਮਾੜਾ ਹੈ ਪਰ ਪਬਲਿਕਲੀ ਜੇ ਉਹ ਮਾੜਾ ਬੋਲਦਾ ਉਹ ਗਲਤ ਹੈ। ਜੇ ਪਬਲਿਕਲੀ ਮੰਤਰੀ ਸਾਹਿਬ ਨੇ ਉਹਨੂੰ ਜਲੀਲ ਕੀਤਾ ਉਹ ਵੀ ਗਲਤ ਹੈ। ਤਰੀਕਾ ਸਹੀ ਨਹੀਂ ਹੈ ਜੀ। ਮੰਤਰੀ ਸਾਹਿਬ ਅਗਰ ਉਹ ਕਾਨੂੰਨੀ ਤਰੀਕੇ ਨਾਲ ਨਹੀਂ ਕਰਦਾ ਚਾਹੇ ਸਜ਼ਾ ਦਿੰਦੇ ਬਾਈ ਜੀ ਜੇ ਉਹਨੇ ਕਰਪਸ਼ਨ ਕੀਤੀ ਹੈ ਜਾ ਕੇ ਅੰਦਰ ਸੁੱਟ ਦਿਓ। ਹਾਂ ਉਹ ਗੱਲ ਵੱਖਰੀ ਹੈ। ਉਹ ਗੱਲ ਮੈਂ ਉਹੀ ਗੱਲ ਕਰ ਰਹੀ ਪਰ ਜਿਹੜੀ ਰੇਲਵੇ ਪਬਲਿਕ ਦੇ ਵਿੱਚ ਆਸ਼ੀ ਕਰੋ ਬਹੁਤ ਗਲਤ ਉਹ ਗਲਤ ਹੈ ਜੀ ਉਹ ਗਲਤ ਹੈ। ਚਲੋ ਹੋ ਵੀ ਗਿਆ ਭਾਜੀ ਜੇ ਹੋ ਵੀ ਗਿਆ ਤਾਂ ਹੁਣ ਉਹਦੇ ਤੇ ਜਦੋਂ CM ਸਾਹਿਬ ਨੇ ਮਾਫੀ ਮੰਗ ਲਈ ਇਹਦਾ ਮਤਲਬ ਇਹਨਾਂ ਦਾ ਮਿਨਿਸਟਰ ਗਲਤ ਸੀ ਤਾਂ ਹੀ ਮਾਫੀ ਮੰਗੀ ਭਗਵੰਤ ਨੇ ਨਹੀਂ ਉਹਨੂੰ ਕੀ ਲੋੜ ਮਾਫੀ ਮੰਗਣ ਦੀ। CM ਸਾਹਿਬ ਨੇ ਡਰ ਗਿਆ ਜੀ CM ਸਾਹਿਬ ਤੋਂ ਪਤਾ ਨਹੀਂ ਨਹੀਂ ਏਦਾਂ ਡਰ ਨਾਲ ਕੁਛ ਨਹੀਂ ਹੁੰਦਾ ਉਹਨੂੰ ਅਹਿਸਾਸ ਹੋਇਆ ਇਸ ਗੱਲ ਦਾ ਕਿ ਸਾਡਾ ਬੰਦਾ ਗਲਤ ਹੈ ਪਰ ਗੱਲ ਇਹ ਹੈ ਇਹਨਾਂ ਨੇ ਖਲਾਰਾ ਪਾ ਲਿਆ ਸਗੋਂ CM ਦੀ ਕੀਤੀ ਕਰਾਈ ਵੀ ਖੂਜ ਪਾਤੀ। ਥੈਂਕ ਯੂ ਭਾਜੀ ਮਿਹਰਬਾਨੀ ਬਾਈ ਜੀ ਦੇਖੋ ਆਪ ਇੱਥੇ ਹਸਪੀਟਲ 'ਚ ਬੱਚਾ ਬਾਹਰ ਜੰਮ ਰਹੀ ਹੈ ਮਾਤਾ ਕੁਸ਼ਲੇ 'ਚ ਇੱਥੇ ਤਾਂ ਕਾਰਵਾਈ ਕੀਤੀ ਨਹੀਂ ਉਹਨਾਂ ਡਾਕਟਰਾਂ ਤੇ ਹੋਰ ਬੜਾ ਕੁਝ ਗਲਤ ਹੋ ਰਿਹਾ। ਥੈਂਕ ਯੂ। ਨਾਲੇ ਬੈੱਡ ਕਿਹੜਾ ਇਹ ਹੈ ਕਿ 4 ਮਹੀਨੇ ਹੋ ਗਏ ਇਹਨਾਂ ਨੇ ਜੇ ਨਵੇਂ ਬੈੱਡ ਲਿਆਂਦੇ ਹੁੰਦੇ ਤੇ ਉਹ ਚੱਕ ਕੇ ਉਹਨਾਂ ਨੂੰ ਗਾਰਬੇਜ ਸਿੱਟ ਦਿੰਦੇ। ਜੇ ਪਿਛਲੀਆਂ ਨੇ ਸਰਕਾਰਾਂ ਨੇ ਬੈੱਡ ਨਹੀਂ ਦਿੱਤੇ ਜੇ ਬੈੱਡਾਂ 'ਚੋਂ ਪੈਸੇ ਖਾ ਗਿਆ ਹੁਣ ਬੈੱਡ ਜੇ ਤਾਂ ਉੱਤੋਂ ਗੰਦੇ ਨੇ ਫਿਰ ਤਾਂ ਚਲੋ ਮੰਨਿਆ ਕਿ ਗੰਦਗੀ ਉੱਪਰ ਵੀ ਹੈ ਹੁਣ ਬੈੱਡ ਥੱਲਿਓਂ ਵੀ ਗਲੇ ਪਏ ਨੇ ਜਿਹੜੇ ਬੈੱਡ ਨੂੰ ਥੱਲਿਓਂ ਉੱਲੀ ਲੱਗੀ ਪਈ ਹੈ ਜਿਹੜਾ ਥੱਲਿਓਂ ਫੋਮ ਤੁਹਾਡੇ ਘਰਾਂ 'ਚ ਬੈੱਡ ਹੋਣੇ ਮੇਰੇ ਕੋਲ 25-30 ਸਾਲ ਦੇ ਗੱਦੇ ਨੇ ਉਹ ਤਾਂ ਖਰਾਬ ਨਹੀਂ ਹੋਏ ਪਰ ਗੱਲ ਇਹ ਹੈ ਕਿ ਉੱਥੇ ਹੁਣ ਪ੍ਰਬੰਧ ਹੀ ਜਦੋਂ ਐਡਾ ਮਾੜਾ ਹੈ ਕਿਹੜਾ ਗੱਦਾ ਪਾਣੀ 'ਚ ਵੀ ਸੁੱਟ ਦਿਓ ਤੁਸੀਂ 2 ਸਾਲ 'ਚ ਗੱਦਾ ਖਰਾਬ ਨਹੀਂ ਹੁੰਦਾ। ਜੇ ਗੱਦਾ ਹੇਠੋਂ ਗਲਿਆ ਪਤਾ ਨਹੀਂ 15 ਪਤਾ ਨਹੀਂ 18 ਸਾਲ ਹੋ ਗਏ ਕਹਿੰਦੇ ਗੱਦੇ ਨਹੀਂ ਆਏ ਉੱਥੇ। ਬਜਟ ਕੀ ਹੈ ਸਰਕਾਰ ਪੈਸਾ ਕਿੰਨਾ ਕੁ ਦਿੰਦੀ ਹੈ ਉਹ ਵੀ ਦੇਖੋ ਨਾ ਤੁਸੀਂ ਕੱਲਾ ਉਹ ਕੀ ਕਰੇਗਾ। ਇਹ ਰੋਣਾ ਨਾ ਰੋਇਆ ਕਰੋ ਕਿ ਗੱਲ ਇੱਥੇ ਹੈ ਕਿ ਉੱਥੇ ਸੈਟੀਸਫਾਈ ਹੁੰਦੇ ਅਗਲਾ ਕਹਿੰਦਾ ਹਾਂ ਸਾਡੇ ਨਾਲ ਫਲਾਣੇ ਨੇ ਧੱਕਾ ਕੀਤਾ ਇਸ ਕਰਕੇ ਗਲਤ ਹੈ। ਸਰ ਗੁਰਦੀਪ ਸਿੰਘ ਆਲੂ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਆਖਰੀ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਟੋਨਾ ਸਾਹਿਬ ਸੌਰੀ ਮੈਂ ਤੁਹਾਨੂੰ ਲਾਸਟ ਵਿੱਚ ਕਾਲ ਕਰ ਰਿਹਾ ਮੇਰਾ ਨਾ ਕੰਮ ਕਰਨ ਦਾ ਟਾਈਮਿੰਗ ਦਾ ਚੇਂਜ ਹੋ ਗਿਆ
ਇਸ ਕਰਕੇ ਮੈਨੂੰ ਤੁਹਾਡੀ ਰਿਕਾਰਡਿੰਗ ਨੂੰ ਸੁਣ ਲੈਣਾ ਤੇ ਜੋ ਐਂਡ ਦਾ ਹੁੰਦਾ ਨਾ ਉਦੋਂ ਮੈਂ ਤੁਹਾਡੇ ਨਾਲ ਨਹੀਂ ਕੋਈ ਨਹੀਂ ਗੱਲ ਕਰੋ, ਹੈਗਾ ਟਾਈਮ ਜੀ। ਮੈਂ ਕਹਿੰਦਾ ਸੀ 2-4 ਦਿਨ ਕੱਲ ਪਰਸੋਂ ਗੱਲ ਕਰ ਰਹੇ ਸੀ ਕਿ ਆਪਣੇ ਆ ਜਿਹੜਾ ਵਿਵੇਕਾਨੰਦ ਦੀ ਗੱਲ ਕਰ ਰਹੇ ਸੀ ਕਿ ਵਿਵੇਕਾਨੰਦ ਨੇ ਉੱਥੇ ਅਮਰੀਕਾ ਜਾ ਕੇ ਇੱਥੇ ਉਹਨੇ ਲੈਕਚਰ ਦਿੱਤਾ ਤੇ ਮੰਦਿਰ ਖੋਲਿਆ ਸੀ, ਪਹਿਲਾ ਮੰਦਿਰ 1905 ਚ ਖੋਲਿਆ ਸੀ ਉਹਨਾਂ ਨੇ। 1880 ਚ ਗਿਆ ਸੀ ਮੇਰੇ ਖਿਆਲ। ਹਾਂਜੀ ਜਦੋਂ ਵੀ ਹੋਇਆ ਜੀ ਉਹਦਾ। ਮਗਰ ਇੱਕ ਗੱਲ ਹੈ ਜੀ, ਆਪਾਂ ਇਹ ਸਾਡੀ ਬਦਕਿਸਮਤੀ ਹੈ ਸਮਝੋ ਕਿ ਅਸੀਂ ਵਿਵੇਕਾਨੰਦ ਤੋਂ ਕਰ ਰਹੇ ਹਾਂ ਤੇ ਜਿਹੜੇ ਲੋਕਾਂ ਨੂੰ ਕਰਨਾ ਚਾਹੀਦਾ ਸੀ। ਆਪਣੇ ਗਿਆਨੀ ਗੁਰਮੁਖ ਸਿੰਘ ਜੀ ਨੇ ਇਹਨਾਂ ਨੂੰ 3 ਵਾਰੀ ਉਹਨੂੰ ਹਰਾਇਆ ਲੌਜੀਕਲੀ ਨਾਲ, ਜਿਹੜੇ ਸ਼ਾਸਤਰ ਜਿਹੜੇ ਹਿਸਾਬ ਨਾਲ ਹਰਾਇਆ ਤੇ ਅਸੀਂ ਉਹਨਾਂ ਦਾ ਕਦੇ ਜ਼ਿਕਰ ਹੀ ਨਹੀਂ ਕਰਦੇ, ਕਦੇ ਕਹਿੰਦੇ ਨਹੀਂ। ਉਹਨਾਂ ਲਾਹ ਦੀਆਂ ਨੇ ਉਹਨਾਂ ਨੂੰ ਗੁਰਮੁਖ ਸਿੰਘ ਜੀ ਨੂੰ ਆਪਣੇ ਪੰਥ ਤੋਂ ਛੇੜ ਦਿੱਤਾ। ਹੁਣ ਪਿੱਛੇ ਜੇ ਮੇਰੇ ਕੋਲ 5 ਸਾਲ ਪਹਿਲਾਂ ਉਹਨੂੰ ਕਿਹਾ ਵੀ ਜੋ ਕੁਝ ਹੋ ਰਿਹਾ ਹੈ ਜੀ। ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਜਦੋਂ ਤੁਸੀਂ ਵਿਵੇਕਾਨੰਦ ਦਾ ਨਾਂ ਲਾਓ ਤੇ ਨਾਲ ਇਹ ਜ਼ਰੂਰ ਕਿਹਾ ਕਰੋ ਕਿ ਇਹੋ ਵਿਵੇਕਾਨੰਦ ਹੈ ਜਿਹਨੂੰ ਸਾਡੇ ਗੁਰਮੁਖ ਸਿੰਘ ਜੀ ਨੇ 3 ਵਾਰੀ ਹਰਾਇਆ ਸੀ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਅਸੀਂ ਤਾਂ ਕਿਸੇ ਨੂੰ ਦੱਸ ਹੀ ਨਹੀਂ ਸਕੇ ਕਿ ਵਿਵੇਕਾਨੰਦ ਠੀਕ ਹੈ, ਹਿੰਦੂਆਂ ਦਾ ਬਹੁਤ ਵੱਡਾ ਫਿਲਾਸਫਰ ਹੋਇਆ ਜੋ ਵੀ ਹੋਇਆ, ਪਰ ਸਾਡੇ ਕੋਲ ਵੀ ਇੱਕ ਜਿਹਾ ਫਿਲਾਸਫਰ ਸੀਗਾ ਜਿਹਨੇ ਕਿਸੇ ਨੂੰ ਹਰਾ ਦਿੱਤਾ ਸੀ। ਜੀ ਥੈਂਕ ਯੂ, ਮੇਰੀ ਬੇਨਤੀ ਹੈ। ਥੈਂਕ ਯੂ, ਹਾਂਜੀ ਮਿਹਰਬਾਨੀ। ਅਸਲ ਜੋ ਦੇ ਨਾ ਉਹ ਮੰਦਿਰਾਂ ਦੇ ਕੰਸੈਪਟ 'ਚ ਗੱਲ ਹੋਈ ਸੀ ਕਿ ਪਹਿਲਾ ਮੰਦਿਰ ਜਿਹੜਾ ਹੈਗਾ ਉਹ ਕਦੋਂ ਖੋਲਿਆ। ਉਹਨਾਂ ਦੇ ਭਾਸ਼ਣ ਤੋਂ ਬਾਅਦ ਨਾ ਇਹ ਮੰਦਿਰ ਉੱਥੇ ਖੋਲਿਆ ਸੀ। ਪਹਿਲਾ ਮੰਦਿਰ 1905 ਚ ਖੋਲਿਆ ਸੀ ਤੇ 2017 ਤੱਕ 250 ਮੰਦਿਰ ਸੀਗੇ ਤੇ 2017 ਤੋਂ ਬਾਅਦ ਅਮਰੀਕਾ ਦੇ ਵਿੱਚ 750 ਮੰਦਿਰ 5 ਸਾਲਾਂ ਦੇ ਦੌਰਾਨ ਬਣ ਗਿਆ 22 ਤੱਕ। ਸੋ ਉਸ ਦਿਨ ਆਪਾਂ ਰਿਪੋਰਟ ਪੇਸ਼ ਕੀਤੀ ਸੀ ਕਿ ਠੀਕ ਹੈ ਮੰਦਿਰ, ਗੁਰਦੁਆਰੇ, ਮਸਜਿਦ, ਚਰਚ ਇਹ ਸਾਰੀਆਂ ਚੀਜ਼ਾਂ ਠੀਕ ਨੇ, ਪਰ ਗੱਲ ਇਹ ਹੈ ਕਿ ਜੇ ਹੁਣ ਪੰਜਾਬ ਦੇ ਵਿੱਚ ਚਰਚ ਖੁੱਲ ਰਿਹਾ ਤੇ ਆਰਪੀ ਸਿੰਘ ਬੀਜੇਪੀ ਦਾ ਨੇਤਾ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਚਰਚ ਕਮੇਟੀ ਬਣ ਜੂ। ਜੇ ਅਮਰੀਕਾ 'ਚ ਮੰਦਿਰ ਬੀਜੇਪੀ ਦੇ ਖੁੱਲ ਰਹੇ, ਹਿੰਦੂਆਂ ਦੇ ਖੁੱਲ ਰਹੇ ਨੇ, ਉਹ ਠੀਕ ਹੈ, ਲੋਕ ਜਾ ਰਹੇ ਨੇ, ਉਹ ਖੋਲ ਰਹੇ ਨੇ, ਦੈਟਸ ਆਲ। ਫਿਰ ਉਹ ਵੀ ਤਾਂ ਵੱਧ ਰਹੇ ਨੇ। ਪੰਜਾਬ 'ਚ ਚਰਚ ਅਗਰ ਕਿਸੇ ਮਸੀਹੀ ਨੇ, ਕਿਸੇ ਮੁਸਲਿਮ ਨੇ ਕੋਈ ਮਸਜਿਦ ਬਣਾ ਲਈ, ਗੁਨਾਹ ਹੋ ਗਿਆ। ਜੇ ਮੰਦਿਰ ਬਣਾਉਣੇ ਗੁਨਾਹ ਨਹੀਂ ਹੈ ਤੇ ਮਸਜਿਦ, ਮੰਦਿਰ, ਜਿਹੜੇ ਚਰਚ ਗੁਰਦੁਆਰੇ ਬਣਾਉਣੇ ਗੁਨਾਹ ਆ, ਉਹ ਕਿਉਂ ਸੋਚਦੇ ਹੋ? ਸੋ ਬਹੁਤ ਬਹੁਤ ਧੰਨਵਾਦ। ਲਓ ਦੋਸਤੋ, ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ। ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ, ਸਾਡੇ ਸਬਸਕ੍ਰਾਈਬਰ ਦਾ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜੇ ਨੇ। ਮਿਹਰਬਾਨੀ ਸੁਖੀ ਘੁੰਮਣ ਹੋਰਾਂ ਦੀ, ਜਿਨ੍ਹਾਂ ਦਾ ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਤੇ ਨਾਲ ਜਗਦੇਵ ਸਿੰਘ ਸੰਧੂ ਤੇ ਬਾਈ ਜੀ ਗੈਰੀ ਧਾਲੀਵਾਲ ਵਾਸ਼ਿੰਗਟਨ ਫੇਡ ਸਰਵਿਸ ਤੋਂ, ਧੰਨਵਾਦ ਇਹਨਾਂ ਦਾ ਵੀ। ਤੇ ਬਲਬੀਰ ਸਿੰਘ ਸਮਾਨਪੁਰ ਤੇ ਹਰਜਾਪ ਸਿੰਘ ਹੋਰਾਂ ਦਾ ਧੰਨਵਾਦ ਅਮਰੀਕਾ ਵਾਲਿਆਂ ਦਾ। ਤੇ ਨਾਲ ਆਪਣਾ ਪ੍ਰਗਟ ਸਿੰਘ ਬੈਦਵਾਨ ਤੇ ਬਾਈ ਜੀ ਅਵਤਾਰ ਸਿੰਘ ਸੁਹਾਣੇ ਵਾਲੇ, ਤੇ ਨਾਲ ਡਾਕਟਰ ਸਾਹਿਬ ਦਾ ਵੀ ਧੰਨਵਾਦ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜੇ ਨੇ। ਮਿਹਰਬਾਨੀ ਸਭ ਸੱਜਣਾ ਦੀ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਤੋਂ ਇੱਥੇ ਹੀ ਆਗਿਆ ਚਾਹਾਂਗਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।